ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। हाँ जी, पंजाब मेल USA TV चैनल के प्यारे दर्शकों, निੱਘੀ ਜੀਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਫੋਕਸ ਵਿੱਚ ਅਸੀਂ ਉਹ ਮੁੱਦੇ ਲੈਂਦੇ ਹਾਂ ਜਿਹੜੇ ਪੰਜਾਬ ਦੇ ਨਾਲ 2-4 ਦਿਨਾਂ ਤੋਂ ਅਸੀਂ ਜਾਣੂ ਹੁੰਦੇ ਹਾਂ ਤੇ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਤੱਕ ਪਹੁੰਚਣ ਔਰ ਉਹ ਸਾਰੀਆਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮੇਰੇ ਨਾਲ ਬੈਠੇ ਨੇ ਸੰਜੀਵ ਜਸ ਖੰਨਾ ਜੀ। ਔਰ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਮੁੱਦੇ ਲੈਣ ਕਿ ਜਿਹੜੇ ਪੰਜਾਬ ਵਿੱਚ ਵਾਪਰੇ ਨੇ ਜਾਂ ਵਾਪਰਨ ਜਾ ਰਹੇ ਨੇ, ਉਹ ਕਿਆ ਸਰਾਈਆਂ ਲੋਕਾਂ ਦੇ ਮਨਾਂ ਵਿੱਚ ਨੇ, ਤਾਂ ਅਸੀਂ ਸਾਰੀਆਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਇਸ ਜਾਣਕਾਰੀ ਨਾਲ। ਜੀ ਬਲਕਾਰ ਜੀ, ਸਭ ਤੋਂ ਪਹਿਲਾਂ ਤਾਂ ਅੱਜ ਟੀਚਰਸ ਡੇ ਹੈ, ਅਧਿਆਪਕ ਦਿਵਸ ਹੈ ਜੀ, ਤੇ ਅਸੀਂ ਉਹ ਮਨਾ ਰਹੇ ਹਾਂ ਪੂਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵੀ। ਤਾਂ ਸਭ ਤੋਂ ਪਹਿਲਾਂ ਤਾਂ ਅਧਿਆਪਕ ਦਿਵਸ ਦੀਆਂ ਮੁਬਾਰਕਬਾਦਾਂ, ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਤਿਆਰ ਕਰਨਾ ਅਧਿਆਪਕ ਦਾ ਕੰਮ ਹੈ। ਗੁਰਬਾਣੀ 'ਚ ਕਹਿੰਦੇ ਨੇ ਪ੍ਰਥਮ ਗੁਰੂ ਮਾਤਾ, ਯਾਨੀ ਕਿ ਮਾਤਾ ਵੀ ਅਧਿਆਪਕ ਹੈ, ਮਾਤਾ ਵੀ ਗੁਰੂ ਹੈ। ਮਾਤਾ ਪਿਤਾ ਘਰ ਤੋਂ ਜਿਹੜੇ ਸੰਸਕਾਰ ਦਿੰਦੇ ਨੇ ਉਹੀ ਸੰਸਕਾਰ ਬੱਚਾ ਲੈ ਕੇ ਸਮਾਜ ਵਿੱਚ ਆਉਂਦਾ, ਫਿਰ ਸਕੂਲ ਕਾਲਜ ਯੂਨੀਵਰਸਿਟੀਆਂ ਤੋਂ ਪੜ੍ਹਦਾ ਹੋਇਆ ਕਿਸੇ ਕਾਬਿਲ ਇਨਸਾਨ ਦੇ ਤੌਰ 'ਤੇ ਸਮਾਜ ਦੇ ਵਿੱਚ ਕੰਮ ਕਰਦਾ ਹੈ। ਹਾਂਜੀ, ਪੰਜਾਬ ਮੇਲ USA TV ਦੇ ਸਾਰੇ ਦਰਸ਼ਕਾਂ ਨੂੰ ਅੱਜ ਟੀਚਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਇਹ ਅੰਤਰਰਾਸ਼ਟਰੀ ਤੌਰ ਤੇ ਟੀਚਰ ਡੇ ਮਨਾਇਆ ਜਾ ਰਿਹਾ ਔਰ ਇਹਨੂੰ ਮਨਾਉਣ ਲਈ ਇਹਦੇ ਵਿੱਚ ਅਧਿਆਪਕ ਵੀ ਨੇ ਤੇ ਵਿਦਿਆਰਥੀ ਵੀ, ਕਿਉਂਕਿ ਇਹਨਾਂ ਦਾ ਆਪਸੀ ਰਿਸ਼ਤਾ ਜਿਹੜਾ ਗੁਰੂ ਚੇਲੇ ਵਾਲਾ ਰਿਸ਼ਤਾ ਹੁੰਦਾ ਔਰ ਇਸ ਨੂੰ ਫਿਰ ਬਰਕਰਾਰ ਰੱਖਣ ਲਈ ਇਸ ਦਿਨ ਨੂੰ ਖਾਸ ਤੌਰ ਤੇ ਮਨਾਇਆ ਜਾਂਦਾ, ਜਿਹਦੇ ਵਿੱਚ ਮਾਪੇ ਵੀ ਆਉਂਦੇ ਨੇ, ਟੀਚਰ ਵੀ ਆ ਔਰ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਨੇ ਆਪਣੇ ਅਧਿਆਪਕਾਂ ਨੂੰ ਬੜੇ ਅੱਛੇ ਤੋਹਫੇ ਦਿੰਦੇ ਆ ਔਰ ਉਹਨਾਂ ਨੂੰ ਕਈ ਤਰ੍ਹਾਂ ਦੇ ਲੈਟਰ ਵੀ ਲਿਖਦੇ ਆ, ਮੈਸੇਜ ਵੀ ਭੇਜਦੇ ਆ। ਇਹ ਸੋਸ਼ਲ ਮੀਡੀਆ ਤੇ ਵੀ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ। ਖਾਸ ਤੌਰ ਤੇ ਇਹ ਦਿਨ ਸਰਵਪੱਲੀ ਡਾਕਟਰ ਰਾਧਾ ਕ੍ਰਿਸ਼ਨ ਦੇ ਉਸ ਦਿਨ ਨੂੰ ਉਹਨਾਂ ਨੂੰ ਸਮਰਪਿਤ ਕੀਤਾ ਜਾਂਦਾ, ਕਿਉਂਕਿ ਉਹ ਇਸ ਦੇ ਫਾਊਂਡੇਸ਼ਨ ਕੀਤੀ ਉਹਨਾਂ ਨੇ, ਉਹ ਇਸ ਦੀ ਮੁੱਢਲੇ ਰੂਪ ਵਿੱਚ ਉਹਨਾਂ ਨੇ ਰੂਪ ਰੇਖਾ ਤਿਆਰ ਕੀਤੀ। ਪੂਰੇ ਹਿੰਦੁਸਤਾਨ ਵਿੱਚ ਉਹਨਾਂ ਦੇ ਨਾਂ ਤੇ ਜਾਣਿਆ ਜਾਂਦਾ ਹੈ। ਬਿਲਕੁਲ, ਅੱਜ ਦੇ ਦਿਨ 1888 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਭਾਰਤ ਦੇ ਰਾਸ਼ਟਰਪਤੀ ਰਹਿ ਚੁੱਕੇ ਨੇ ਜੀ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਭ ਨੂੰ ਵਧਾਈ ਦਿੱਤੀ ਹੈ। ਤੇ ਪੰਜਾਬ ਸਰਕਾਰ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ, ਮਾਨ ਸਾਹਿਬ ਨੇ, CM ਸਾਹਿਬ ਨੇ, ਕਿ ਟੀਚਰਸ ਦੀ ਜਿਹੜੀ ਘਾਟ ਹੈ ਸਕੂਲਾਂ ਦੇ ਵਿੱਚ, ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ, ਤੇ ਵਿਜ਼ਿਟਿੰਗ ਫੈਕਲਟੀਜ਼ ਨੂੰ ਲਿਆਂਦਾ ਜਾਵੇ, ਜਿਨ੍ਹਾਂ ਨੇ 18 ਤੋਂ 20 ਸਾਲ ਤੋਂ ਕੰਮ ਕਰਦੇ ਪਏ ਨੇ, ਤੇ ਨਵਾਂ ਪੇ ਕਮਿਸ਼ਨ, 7ਵਾਂ ਪੇ ਕਮਿਸ਼ਨ ਵੀ ਲਾਗੂ ਕੀਤਾ ਜਾਵੇ। ਔਰ ਇਹ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਕਾਫੀ ਚੰਗੀ ਪਹਿਲ ਕਦਮੀ ਪੰਜਾਬ ਸਰਕਾਰ ਵੱਲੋਂ ਵੀ ਹੋ ਰਹੀ ਹੈ ਇਸ ਦਿਨ ਦੇ ਉੱਤੇ, ਔਰ ਇਸ ਦੀ ਵੀ ਸਭ ਨੂੰ ਵਧਾਈ। ਇਹ ਗੱਲ ਅੱਛੀ ਹੈ ਜਿਹੜੀ ਤੁਸੀਂ ਕਹੀ ਹੈ ਕਿ ਅਧਿਆਪਕਾਂ ਨੂੰ ਜਿਹੜਾ 7ਵਾਂ ਪੇ ਕਮਿਸ਼ਨ ਵੀ ਮਿਲ ਰਿਹਾ, ਕਿਉਂਕਿ ਇਹ ਸੈਂਟਰ ਨੂੰ ਫਾਲੋ ਕਰਦੇ ਆ, ਸੈਂਟਰ ਦੇ ਜਿੰਨੇ ਕਰਮਚਾਰੀ ਲੈ ਚੁੱਕੇ ਆ ਔਰ ਪੰਜਾਬ ਦਿਆਂ ਨੂੰ ਇਹ ਫਾਲੋ ਕਰਕੇ ਮਿਲ ਰਿਹਾ। ਔਰ ਦੂਜੀ ਗੱਲ ਹੈਗੀ ਕਿ ਜਿਹੜੀ ਮਾਨ ਸਰਕਾਰ ਨੇ ਨਵਾਂ ਜਿਹੜਾ ਹੁਣ ਇੱਕ ਫੈਸਲਾ ਲਿਆ, ਜਿਹਦੇ ਵਿੱਚ ਇੱਕ ਤਾਂ ਟੀਚਰ ਜਿਹੜੇ ਉਹਨਾਂ ਨੇ ਬਾਹਰਲੇ ਦੇਸ਼ਾਂ ਵਿੱਚ ਭੇਜੇ ਆ ਐਜੂਕੇਸ਼ਨ ਲੈਣ ਲਈ, ਉੱਥੋਂ ਦੇ ਮੈਥਡ, ਐਜੂਕੇਸ਼ਨ ਦੇ ਮੈਥਡ ਸਿੱਖਣ ਲਈ, ਉਹ ਲਰਨਿੰਗ ਕਰਨ ਲਈ ਪਹੁੰਚੇ ਉੱਥੇ। ਜਿਹੜੇ ਹੈੱਡ ਨੇ, ਟੀਚਰ ਨੇ, ਜਿਸ ਤਰ੍ਹਾਂ ਹੈੱਡ ਮਾਸਟਰ ਆ, ਹੈੱਡ ਮਿਸਟਰਸ ਹੈ, ਪ੍ਰਿੰਸੀਪਲ ਆ, ਉਹ ਸਾਰੇ ਉੱਥੇ ਬਾਹਰਲੇ ਦੇਸ਼ਾਂ 'ਚ ਗਏ ਔਰ ਉੱਥੋਂ ਸਿੱਖ ਕੇ ਆਉਣਗੇ, ਫਿਰ ਉਹ ਟੀਚ ਕਰਨਗੇ ਇਹਨਾਂ ਅਧਿਆਪਕਾਂ ਨੂੰ। ਅਧਿਆਪਕ ਜਿਹੜੇ ਕਹਿੰਦੇ ਨੇ ਪੂਰੇ ਦਾ ਪੂਰਾ ਦੇਸ਼ ਦਾ ਨਿਰਮਾਤਾ ਹੁੰਦਾ, ਇਹਨਾਂ ਨੇ ਜਿਹੜਾ ਮੱਥਾ ਡੋਲਣਾ, ਮੱਥੇ ਨੂੰ ਸਵਾਰਨਾ, ਟੀਚਰ ਵੀ ਸਵਾਰਦਾ ਸਾਰੇ ਨੂੰ। ਪਰ ਕਹਿੰਦੇ ਨੇ ਵੀ ਜੇ ਇੱਕ ਕੁੜੀ ਪੜ੍ਹੇ ਤਾਂ ਉਹ 3 ਪੇਰੈਂਟਸ, 3 ਘਰਾਂ ਨੂੰ ਪੜ੍ਹਾ ਦਿੰਦੀ ਹੈ। ਇੱਕ ਤਾਂ ਉਹਦੇ ਮਾਪੇ ਨੇ, ਫਿਰ ਉਹਦੇ ਆਪਣੇ ਬੱਚੇ ਆ, ਤੇ ਤੀਜੀ ਥਾਂ ਫਿਰ ਉਹ ਟੀਚਰ ਆ, ਸਕੂਲ ਦੇ ਬੱਚਿਆਂ ਨੂੰ ਪੜ੍ਹਾਊਗੀ, ਕਿਉਂਕਿ ਉਸਨੇ ਆਪਣਾ ਜੋ ਕੁਝ ਕੰਮ ਕੀਤਾ ਐਜ਼ ਏ ਮਦਰ, ਉਹ ਟੀਚਿੰਗ ਦੇ ਵਿੱਚ ਉਹ ਬੰਦਾ ਘੱਟ ਕਰ ਸਕਦਾ, ਕੁੜੀ ਬਹੁਤ ਕਰ ਸਕਦੀ ਹੈ। ਇਹ ਕਹਿੰਦੇ ਨੇ ਕਿ ਟੀਚਿੰਗ ਐਸਾ ਦੀਵਾ ਹੈਗਾ, ਐਸਾ ਚਾਨਣਾ ਹੈ, ਐਸਾ ਚੰਨ ਮਨਾਰਾ ਵਾ ਜਿਹੜਾ ਸਾਰੀਆਂ ਨੁੱਕਰਾਂ ਨੂੰ ਰੋਸ਼ਨਾ ਦਿੰਦਾ। ਔਰ ਵਿਦਿਆ ਵਿਚਾਰੀ ਪਰਉਪਕਾਰੀ ਦਾ ਕਿਹਾ ਉਹਨਾਂ ਨੇ ਕਿ ਪਰਉਪਕਾਰ ਕਰਦੀ ਹੈ, ਤੀਸਰਾ ਨੇਤਰ ਦੇ ਨਾਂ 'ਤੇ ਵੀ ਗਿਣਿਆ ਗਿਆ ਹੈਗਾ। ਔਰ ਕਹਿੰਦੇ ਨੇ ਕਿ ਜਿਹੜੇ ਵੀ ਟੈਗੋਰ ਨੇ ਜਦੋਂ ਕਿ ਇਸ ਤਰ੍ਹਾਂ ਦਾ ਇੱਕ ਬਣਾ ਕੇ ਮਨਸੂਬਾ ਤੇ ਟੀਚਿੰਗ ਦਾ ਬਣਾ ਕੇ ਮੈਥਡ ਦਿੱਤਾ ਕਿ ਓਪਨਲੀ ਬਣਾ ਕੇ ਲੋਕਾਂ ਨੂੰ ਪੜ੍ਹਾਓ ਔਰ ਖੁੱਲ੍ਹੇ ਮੈਦਾਨ 'ਚ ਪੜ੍ਹਾਓ, ਉਹਦੇ ਵਿੱਚ ਸਾਰੇ ਬੱਚੇ ਪੜ੍ਹਦੇ ਨੇ ਔਰ ਸਾਰੇ ਬੱਚੇ ਉਹ ਕੁਝ ਸਿੱਖਦੇ ਆ। ਉਹ ਕਹਿੰਦੇ ਕਿ ਜਿਹੜੀ ਚਾਰਦੀਵਾਰੀ ਉਹਦੇ 'ਚ ਐਜੂਕੇਸ਼ਨ ਨਹੀਂ, ਖੁੱਲ੍ਹੇ ਆਬ ਹਵਾ 'ਚ ਪੜ੍ਹਾਓ। ਔਰ ਮਹਾਤਮਾ ਗਾਂਧੀ ਤੋਂ ਲੈ ਕੇ ਹੁਣ ਤੱਕ ਜਿੱਥੇ ਵੀ ਜਿਹੜੇ ਵੱਡੇ ਨੇਤਾ ਰਹੇ ਨੇ ਔਰ ਕਿਸ ਤਰ੍ਹਾਂ ਦੇ ਸੁਝਾਅ ਰਹੇ ਨੇ, ਔਰ ਇਹ ਵਧੀਆ ਰਹੀ ਹੈ ਕਿ ਜਿਹੜੇ ਟੀਚਿੰਗ ਦਾ ਮੈਥਡ ਬਣ ਗਿਆ ਤਾਂ ਉਹ ਦੇਸ਼ ਤਰੱਕੀ ਵੱਲ ਵੱਧ ਗਿਆ, ਜਿੱਥੇ ਲੋਕ ਪੜ੍ਹ ਗਏ। ਪ੍ਰਾਇਮਰੀ ਐਜੂਕੇਸ਼ਨ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ, ਸਕੂਲ ਕਾਲਜ ਸਾਰਿਆਂ ਦੇ ਵਿੱਚ ਇਸ ਗੌਰਮੈਂਟ ਦਾ ਖਾਸ ਤੌਰ 'ਤੇ ਧਿਆਨ ਦਿੱਤਾ ਇਹਨਾਂ ਨੇ, ਪੁਰਾਣੀ ਗੌਰਮੈਂਟਾਂ ਨੇ ਵੀ ਦਿੱਤਾ। ਜੇਕਰ ਟੀਚਰ ਦੀ ਸਥਿਤੀ ਅੱਛੀ ਹੈ, ਟੀਚਰ ਦੇ ਕੋਲ ਮੈਥਡ ਅੱਛੇ ਹੈ, ਜੇ ਟੀਚਰ ਕੋਲ ਸੁਵਿਧਾ ਜ਼ਿਆਦੀਆਂ ਨੇ, ਉਹਦੇ ਵਿੱਚ ਬਹੁਤ ਅੱਛਾ ਹੈ। ਔਰ ਇਹ ਵੀ ਸੁਣਿਆ ਗਿਆ ਕਿ ਜਿਹਦੇ ਵਿੱਚ ਪ੍ਰਵਾਸੀ ਭਾਰਤੀ
NRI ਵੀਰਾਂ ਨੇ ਵੀ ਕੰਮ ਕੀਤਾ, ਨਹੀਂ ਤਾਂ ਲੋਕ ਵਿਚਾਰੇ ਬੱਚੇ ਤੱਪੜਾਂ 'ਤੇ ਬਹਿੰਦੇ, ਬੋਰੀਆਂ ਵਿਛਾ ਕੇ ਬਹਿੰਦੇ। ਅਸੀਂ ਸਾਡੇ ਜ਼ਮਾਨੇ 'ਚ ਇਹ ਹੁੰਦਾ ਸੀ ਕਿ ਸਲੇਟਾਂ, ਫੱਟੀਆਂ ਔਰ ਉਹਨਾਂ 'ਤੇ ਕਾਪੀਆਂ 'ਤੇ ਲਿਖਿਆ ਜਾਂਦਾ, ਟਰੰਕਾਂ ਨਾਲ ਲਿਖਿਆ ਜਾਂਦਾ, ਪੈਨਾਂ ਸਿਆਹੀ ਵਾਲੇ ਪੈਨਾਂ ਨਾਲ ਲਿਖਿਆ ਜਾਂਦਾ। ਪਰ ਹੁਣ ਬੱਚਿਆਂ ਕੋਲ ਬਾਲ ਪੈਨ ਆ ਗਿਆ, ਬੜਾ ਕੁਝ ਸੁਵਿਧਾ ਆ ਗਈ ਹੈ, ਕਾਪੀਆਂ ਆ ਗਈਆਂ, ਸਾਰਾ ਕੁਝ ਆ ਗਿਆ। ਅੱਗੇ ਕਾਪੀਆਂ ਵੀ ਇੱਦਾਂ ਦੀਆਂ ਨਹੀਂ ਗਈਆਂ, ਪਰ ਜਿਉਂ-ਜਿਉਂ ਸੁਵਿਧਾ ਆਈ ਬੱਚੇ ਅੱਗੇ ਵੱਧ ਗਏ। ਪਰ ਅਜੇ ਵੀ ਜਿਹੜੇ ਸਰਕਾਰੀ ਸਕੂਲਾਂ ਵਿੱਚ ਹੈ ਖੰਨਾ ਜੀ, ਬੜਾ ਅੱਛਾ ਸਟੈਂਡਰਡ ਆ, ਅੱਛੇ ਪੜ੍ਹ ਰਹੇ ਆ। ਔਰ ਲੱਗਦਾ ਕਿ ਬੱਚਿਆਂ ਨੇ ਕਈਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਮੋੜ ਕੇ ਸਰਕਾਰੀ ਸਕੂਲਾਂ 'ਚ ਲੈਂਦਾ। ਬਿਲਕੁਲ ਸਹੀ ਗੱਲ ਹੈ, ਲੋਕਾਂ 'ਚ ਗਿਣਿਆ ਜਾਂਦਾ। ਬਿਲਕੁਲ ਜੀ, ਸਿੱਖਿਆ ਨੂੰ ਆਧਾਰ ਬਣਾ ਕੇ ਜੀਵਨ ਨੂੰ ਸੰਵਾਰ ਸਕਦੇ ਹੋ। ਜ਼ਰੂਰ। ਇੱਕ ਅੰਗਰੇਜ਼ੀ 'ਚ ਕਹਿੰਦੇ ਨੇ, ਨੋਬੋਡੀ ਕੈਨ ਐਕਸਪਲੋਇਟ ਯੂ ਇਫ ਯੂ ਆਰ ਨਾਟ ਰੈਡੀ ਟੂ ਬੀ ਐਕਸਪਲੋਇਟਡ। ਕੋਈ ਵੀ ਤੁਹਾਡਾ ਸ਼ੋਸ਼ਣ ਨਹੀਂ ਕਰ ਸਕਦਾ ਜੇਕਰ ਤੁਸੀਂ ਖੁਦ ਆਪਣਾ ਸ਼ੋਸ਼ਣ ਨਹੀਂ ਹੋਣ ਦੇਣਾ। ਤੇ ਸ਼ੋਸ਼ਣ ਤੋਂ ਬਚਣ ਵਾਸਤੇ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ, ਖੂਬ ਸਿੱਖਿਅਤ ਹੋਵੋ ਤੇ ਅੱਗੇ ਵਧੋ। ਇਹੀ ਟੀਚਰਸ ਡੇ ਦੇ ਉੱਤੇ ਅਸੀਂ ਕਾਮਨਾ ਕਰ ਸਕਦੇ ਹਾਂ। ਆਪਾਂ ਅੱਗੇ ਵਧਦੇ ਹਾਂ ਜੀ। ਬਲਕਾਰ ਜੀ, ਬੜੀ ਇੱਕ ਮੰਦਭਾਗੀ ਘਟਨਾ ਹੋਈ ਹੈ ਕਿ ਡੇਰਾ ਰਾਧਾ ਸੁਆਮੀ ਤੇ ਨਿਹੰਗਾਂ ਵਿਚਕਾਰ ਖੂਨੀ ਝੜਪਾਂ ਹੋਈਆਂ ਨੇ, ਸੱਟਾਂ ਵੀ ਲੱਗੀਆਂ ਨੇ ਤੇ ਕਾਫੀ ਟੈਨਸ਼ਨ ਭਰਾ ਮਾਹੌਲ ਬਣਿਆ ਹੋਇਆ। ਹਾਂ, ਇਹ ਗੱਲ ਕੱਲ੍ਹ ਜਦੋਂ ਹੈਗੀ ਆ ਸ਼ਾਮ ਦੀ, ਜਦੋਂ ਕੋਈ 5-5:30 ਦੀ ਗੱਲ ਹੈ, ਔਰ ਇਹ ਦਰਿਆ ਬਿਆਸ ਦੇ ਬਿਲਕੁਲ ਕੰਢੇ ਦੇ ਨਾਲ ਇੱਕ ਬੜਾ ਅੱਛਾ ਖਾਲੀ ਏਰੀਆ, ਔਰ ਉਹਦੇ ਵਿੱਚ ਜਿਹੜੀ ਪੰਜਾਬ ਗੌਰਮੈਂਟ ਨੇ ਉਹਨੂੰ ਬਣਾ ਰਿਹਾ ਟੂਰਿਜ਼ਮ ਦੇ ਤੌਰ 'ਤੇ, ਉਹ ਖਾਲੀ ਜਗ੍ਹਾ ਨੂੰ ਜਿਹੜੇ ਟੋਏ ਟਿੱਬੇ ਸੀਗੇ, ਰੇਤਾ ਦੇ ਟਿੱਬੇ, ਉਹਨਾਂ ਨੂੰ ਪੱਧਰੇ ਕਰਕੇ ਬਣਾਇਆ ਔਰ ਉਹ ਬੜਾ ਆਲੀਸ਼ਾਨ ਤਰੀਕੇ ਦਾ ਬਣਾਇਆ। ਲੋਕ ਉੱਥੇ ਜਾ ਕੇ ਦਰਿਆ ਦੇ ਕੰਢੇ 'ਤੇ ਆਪਣਾ ਟਾਈਮ ਪਾਸ ਕਰਦੇ ਸੋਹਣਾ। ਔਰ ਉਹਦੇ ਨੇੜੇ ਹੀ ਇੱਕ ਬੜਾ ਜਿਹੜਾ ਹੈਗਾ ਰਾਧਾ ਸੁਆਮੀ ਦਾ ਡੇਰਾ ਹੈਗਾ, ਔਰ ਨਿਹੰਗ ਸਿੰਘ ਜਿਹੜੇ ਚੱਲਦੇ ਵੀਰ ਹੈ, ਇਹਨਾਂ ਦਾ ਡੇਰਾ ਵੀ ਬਾਬਾ ਬਕਾਲਾ ਵਿੱਚ ਹੈਗਾ, ਜਿਹਦੇ ਵਿੱਚ ਬਾਬਾ ਬਕਾਲਾ ਦਾ ਡੇਰਾ ਤਰਨਾ ਦਲ। ਔਰ ਉਹਨਾਂ ਦੇ ਵਿੱਚੋਂ ਜਿਹੜੇ ਸਿੰਘ ਨੇ ਉਹਨਾਂ ਦਾ ਵਿੱਚ ਆਪਸੀ ਇਹਨਾਂ ਦੇ ਵਿੱਚ ਕੋਈ ਗੱਡੀਆਂ ਲਾਉਣ ਦਾ ਜਾਂ ਘੋੜਿਆਂ 'ਤੇ ਆਉਣ ਦਾ, ਉਹ ਕੋਈ ਤਲਖੀ ਭਰੇ ਲਫ਼ਜ਼ਾਂ ਤੋਂ ਗੱਲ ਅੱਗੇ ਵੱਧ ਗਈ। ਮੈਂ ਖੁਦ ਉਦੋਂ ਗੱਡੀ 'ਤੇ ਆ ਰਿਹਾ ਸੀ ਅੰਮ੍ਰਿਤਸਰ ਤੋਂ ਕੱਲ੍ਹ, ਔਰ ਮੈਂ ਦੇਖਿਆ 2 ਨਿਹੰਗ ਫੁੱਟਪਾਥ 'ਤੇ ਗਿੱਟੇ ਗੁੱਟਿਆਂ 'ਚੋਂ ਜਾਂ ਗੋਡਿਆਂ 'ਚੋਂ ਖੂਨ ਵਗ ਰਿਹਾ ਸੀ। ਮੈਂ ਖੁਦ ਦੇਖਿਆ ਉਹਨਾਂ ਨੂੰ, ਔਰ ਉਹ ਉਹਨਾਂ ਬਾਣੇ ਵਿੱਚ ਨਿਹੰਗ ਬਾਣੇ ਵਿੱਚ ਸੀਗੇ ਔਰ ਉੱਥੇ ਡਿੱਗੇ ਪਏ ਸੀ। ਉਹਦੇ 'ਚ ਰੋੜੇ, ਇੱਟਾਂ, ਵੱਟੇ, ਤਲਵਾਰਾਂ, ਬੜਾ ਕੁਝ ਚੱਲਿਆ। ਔਰ ਇਹਦੇ ਵਿੱਚ ਦੇਖੋ ਜਦੋਂ ਵੀ ਕੋਈ ਗੱਲ ਚੱਲਦੀ ਹੈ, ਔਰ ਪੁਲਿਸ ਬਹੁਤ ਆਲੇ ਦੁਆਲੇ ਤੁਰ ਰਹੀ ਸੀ, ਪਰ ਲੋਕਾਂ ਦਾ ਇਹ ਸੀਗਾ ਅਲਾਮਾ ਕਿ ਪੁਲਿਸ ਉਹਦੇ ਵਿੱਚ ਬਹੁਤਾ ਪਾਰਟੀਸਪੇਟ ਨਹੀਂ ਕਰ ਰਹੀ, ਉਹਨਾਂ ਨੂੰ ਬਚਾਅ ਨਹੀਂ ਕਰ ਰਹੀ। ਪਰ ਬਹੁਤ ਸਿਆਣੇ ਲੋਕਾਂ ਨੇ ਕਿਹਾ ਕਿ ਵੀ ਵਿਚਾਰੇ ਜੌਬ 'ਚ ਨੇ, ਨੌਕਰੀ ਵਾਲੇ, ਇਹਨਾਂ ਦੇ ਵੀ ਬੱਚੇ ਆ, ਇਹ ਹੁਣ ਵੱਧਦੀਆਂ ਡਾਂਗਾਂ ਅਤੇ ਤਲਵਾਰਾਂ 'ਚ ਕਿਉਂ ਰੁਕ ਜਾਣਗੇ ਔਰ ਕਿਉਂ ਜਾ ਕੇ ਅੱਗੇ ਜਾਣਗੇ? ਕਿਉਂਕਿ ਇਹਨਾਂ ਦੇ ਬਾਅਦ 'ਚ ਫੜ ਕੇ ਕੇਸ ਤਾਂ ਕਰਨਗੇ, ਤਬਦੀਸ਼ ਕਰਨਗੇ, ਇਨਕੁਆਇਰੀ ਕਰਨਗੇ, ਲੋਕਾਂ ਤੱਕ ਪਹੁੰਚਾਉਣਗੇ ਕੀ ਗੱਲ ਹੋਈ। ਪਰ ਜਦੋਂ ਗੋਲੀ ਚੱਲਦੀ ਹੈ ਜਾਂ ਤਲਵਾਰਾਂ ਚੱਲਦੀਆਂ, ਉੱਥੇ ਤਾਂ ਇਹ ਮਨਸੂਬਾ ਬਣ ਜਾਂਦਾ, ਜਾਨ ਨੂੰ ਖਤਰਾ ਹੋ ਜਾਂਦਾ। ਹੁਣ ਇਹ ਤਾਂ ਨਹੀਂ ਹੁੰਦਾ ਵੀ ਕੋਈ ਬੰਦਾ ਆਪਣੇ 10,000 ਰੁਪਏ ਲਈ ਜਾਂ 15,000 ਦੀ ਸੈਲਰੀ ਲੈਂਦਾ ਤਾਂ ਅੰਦਰ ਗੋਲੀ ਦੇ ਅੱਗੇ ਖਲੋ ਜੂਗਾ। ਇਹ ਸਰਹੱਦਾਂ 'ਤੇ ਬੈਠੇ ਫੌਜੀ ਕਰ ਸਕਦੇ ਆ, ਜਿਹੜੇ ਇੰਟੀਰੀਅਰ ਇੱਥੇ ਸਾਡੇ ਆਪੋ ਵਿੱਚ ਲੜਾਈ ਵਿੱਚ ਨਹੀਂ ਕਰਨਗੇ। ਔਰ ਇਹਦੇ ਵਿੱਚ ਮੈਂ ਕੱਲ੍ਹ ਵੇਖਿਆ ਯੂਨੀਫਾਰਮ ਦੇ ਵਿੱਚ ਪੁਲਿਸ ਵਾਲੇ ਆਫੀਸਰ ਦੌੜੇ ਫਿਰਦੇ ਸੀ ਉਹਦੇ ਵਿੱਚ, ਔਰ ਵੀਡੀਓ ਵੀ ਆ ਰਹੀ ਹੈ। ਸਥਾਨਕ ਜਿਹੜੀ ਅਖਬਾਰ ਉਹਦੇ ਵਿੱਚ ਵੀਡੀਓ ਵੀ ਇਹਨਾਂ ਨੇ ਪਾਈ ਹੈ, ਔਰ ਮੈਂ ਤਾਂ ਅੱਖਾਂ ਨਾਲ ਦੇਖਿਆ। ਪਰ ਇਸ ਤਰ੍ਹਾਂ ਦੀ ਗੱਲ ਨਹੀਂ ਚਾਹੀਦੀ, ਕਿਉਂਕਿ ਉਹ ਵੀ ਧਰਮ ਨੂੰ ਮੰਨਣ ਵਾਲੇ ਆ, ਧਾਰਮਿਕ ਸ਼ਰਧਾਲੂ ਆ, ਔਰ ਇੱਧਰੋਂ ਵੀ ਇਹ ਵੀ ਗੁਰੂ ਦੀ ਜਿਹੜੀ ਫੌਜ ਹੈ, ਜਿਹਨੂੰ ਅਸੀਂ ਚੰਗੀ ਫੌਜ ਆਉਂਦੇ ਆ, ਜਿਹਦੇ ਵਿੱਚ ਇਹ ਘੋੜਿਆਂ 'ਤੇ ਰਹਿੰਦੇ ਆ ਔਰ ਗੁਰੂ ਸਾਹਿਬ ਦਾ ਨਾਮ ਜਪਦੇ ਆ। ਦਸਵੇਂ ਪਿਤਾ ਦੀ ਸਾਜੀ ਨਵਾਜੀ ਜਿਹੜੀ ਇਹ ਫੌਜ ਹੈ। ਪਰ ਜਦੋਂ ਇਸ ਤਰ੍ਹਾਂ ਦੀ ਕੋਈ ਤਲਖੀ ਭਰੇ ਜਾਂ ਇਸ ਤਰ੍ਹਾਂ ਦੀਆਂ ਛੋਟੀਆਂ ਗੱਲਾਂ 'ਤੇ ਆ ਕੇ ਲੜਾਈ ਝਗੜਾ ਕਰਦੇ ਆ, ਉਹ 'ਚ ਟ੍ਰੈਫਿਕ ਇੰਨੀ ਜਾਮ ਰਹੀ, ਜਿਹੜੇ ਇੱਧਰੋਂ ਜਲੰਧਰ ਤੋਂ ਜਾ ਰਹੇ ਸੀ ਅੰਮ੍ਰਿਤਸਰ ਨੂੰ, ਲੋਕ ਜਾਮ ਹੋ ਗਏ, ਚੱਲ ਨਹੀਂ ਸੀ ਸਕਦੇ। ਤੁਹਾਡੀ ਇਹ ਗੱਲ ਬਿਲਕੁਲ ਗੌਰ ਕਰਨ ਯੋਗ ਹੈ ਕਿ ਦੋਵੇਂ ਧਾਰਮਿਕ ਪੱਖ ਤੋਂ ਨੇ। ਜ਼ਰੂਰ। ਡੇਰਾ ਰਾਧਾ ਸੁਆਮੀ, ਉਹ ਵੀ ਧਰਮ ਦੀ ਸਿੱਖਿਆ ਮਿਲਦੀ ਹੈ, ਨਿਹੰਗ ਸਿੰਘ ਉਹ ਵੀ ਧਰਮ ਦੀ ਸਿੱਖਿਆ। ਜ਼ਰੂਰ। ਫਿਰ ਇੱਦਾਂ ਦੀਆਂ ਘਟਨਾਵਾਂ ਕਿਉਂ ਹੋ ਜਾਂਦੀਆਂ ਨੇ, ਇਹ ਗੱਲ ਵਿਚਾਰ ਕਰਨ ਵਾਲੀ ਹੈ। ਇਹ ਵਿਅਕਤੀਗਤ ਤੌਰ 'ਤੇ ਲੋਕ ਲੈ ਜਾਂਦੇ ਆ ਇਹਦੇ 'ਚੋਂ, ਫਿਰ ਦੂਜੀ ਨਹੀਂ, ਫਿਰ ਬਦਨਾਮ ਕੌਣ ਹੁੰਦਾ ਜਾਂ ਕਿਤੇ ਉਂਗਲ ਕੱਸੀ ਜਾਂਦੀ ਹੈ? ਜਿਹਦਾ ਪਿਛੋਕੜ ਹੈ, ਜਿਹੜੀ ਸੰਸਥਾ ਨੂੰ ਬਿਲੋਂਗ ਕਰਦੇ ਆ, ਉਹਦੇ ਨਾਲ ਗੱਲ ਜੁੜ ਜਾਂਦੀ। ਬਿਲਕੁਲ ਜੁੜ ਜਾਂਦੀ ਹੈ। ਬਲਕਿ ਇਹ ਸਭ ਸਹਿਜ ਅਵਸਥਾ ਨਾਲ ਬਹਿ ਕੇ ਗੱਲਬਾਤ ਦੇ ਤਰੀਕੇ ਨਾਲ ਵੀ ਸਾਰੇ ਮਾਮਲੇ ਹੱਲ ਹੋ ਸਕਦੇ ਨੇ। ਪਾਰਕਿੰਗ ਦੀ ਜਗ੍ਹਾ ਨੂੰ ਲੈ ਕੇ ਜਾਂ ਕਿਸੇ ਹੋਰ ਮਸਲੇ ਨੂੰ ਲੈ ਕੇ ਜੇ ਕੋਈ ਇੱਦਾਂ ਦਾ ਮਸਲਾ ਸੀ ਤਾਂ ਬੈਠ ਕੇ ਗੱਲਬਾਤ ਹੋ ਸਕਦੀ ਹੈ, ਕਿਉਂਕਿ ਇਹਦੇ ਵਿੱਚੋਂ ਨਿਕਲਣਾ ਤਾਂ ਕੁਝ ਵੀ ਨਹੀਂ। ਇੱਕ ਦੂਜੇ ਨੂੰ ਤਲਵਾਰਾਂ ਨਾਲ ਤੇ ਡਾਂਗਾ ਸੋਟਿਆਂ ਨਾਲ ਆਪਾਂ ਮਾਰਾਂਗੇ, ਗੱਲ ਤਾਂ ਫਿਰ ਬਹਿ ਕੇ ਹੀ ਹੋਣੀ ਹੈ, ਫਿਰ ਸੁਲਹ ਸਫਾਈ ਹੋਣੀ ਹੈ, ਤੇ ਇਹ ਸ਼ੋਭਾ ਨਹੀਂ ਦਿੰਦਾ ਇੱਦਾਂ ਦੇ ਝਗੜੇ ਹੋਣਾ। ਖੈਰ ਆਪਾਂ ਅੱਗੇ ਵਧੀਏ। ਹਾਂਜੀ। ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਤੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵੱਲੋਂ ਸਿਰ ਤੋੜ ਯਤਨ ਕੀਤੇ ਜਾ ਰਹੇ ਨੇ। ਇਹ ਕਾਫੀ ਸਾਲਾਂ ਤੋਂ, ਕਾਫੀ ਸਮੇਂ ਤੋਂ ਇਹ ਪੈਂਡਿੰਗ ਮਾਮਲਾ। ਆਪਾਂ ਅਕਸਰ ਆਪਣੇ ਪਲੇਟਫਾਰਮ 'ਤੇ ਇਸ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਗੱਲ ਕਿਸੇ ਪਾਸੇ ਕਿਸੇ ਸਿਰੇ ਲੱਗਦੀ ਵਿਖਾਈ ਨਹੀਂ ਦੇ ਰਹੀ। ਇਸ ਕਰਕੇ ਸਿਰ ਤੋੜ ਯਤਨ ਜਿੱਦਾਂ ਨਿਊਜ਼ ਆਈ ਹੈ ਆਪਣੇ ਕੋਲ, ਵਾਕਈ ਇਹ ਯਤਨ ਤੇ ਬਹੁਤ ਦੇਰ ਤੋਂ ਚੱਲਦੇ ਆ ਰਹੇ ਨੇ। ਬਲਕਿ ਪਿੱਛੇ ਜੇ ਇਹ ਵੀ ਗੱਲ ਆਈ ਸੀ ਕਿ ਜਿਹੜੇ
ਸਾਰੇ ਸਕੂਲਸ SGPC ਵੱਲੋਂ ਚਲਾਏ ਜਾ ਰਹੇ ਨੇ, ਉਹਨਾਂ ਦੇ ਬਾਹਰ ਬੋਰਡਸ ਦੇ ਉੱਤੇ ਉਹਨਾਂ ਸਾਰੇ ਸਿੰਘਾਂ ਦਾ, ਉਹਨਾਂ ਸਾਰੇ ਬੰਦੀ ਸਿੰਘਾਂ ਦਾ ਨਾਂ ਲਿਖ ਦਿੱਤਾ ਜਾਏਗਾ ਜਿਨ੍ਹਾਂ ਦੇ ਲਈ ਯਤਨ ਕਰ ਰਹੇ ਨੇ SGPC ਦੇ ਸਾਰੇ ਪ੍ਰਸ਼ਾਸਨ ਵਾਲੇ। ਸੋ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ। ਬਲਕਿ ਜਦੋਂ ਆਪਾਂ ਹਿਊਮਨ ਰਾਈਟਸ ਦੀ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਉਸ ਦੇ ਅਧੀਨ ਇਸ ਮਾਮਲੇ ਨੂੰ ਕੰਸੀਡਰ ਕੀਤਾ ਜਾਣਾ ਚਾਹੀਦਾ ਹੈ ਕਿ ਜਦੋਂ ਸਜ਼ਾਵਾਂ ਹੋ ਗਈਆਂ, ਸਜ਼ਾਵਾਂ ਭੁਗਤ ਲਈਆਂ, ਹੁਣ ਕਿਸ ਗੱਲ ਕਰਕੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਕੋਈ ਹੋਰ ਮਸਲਾ ਹੈ, ਉਸ ਦੇ ਬਾਰੇ ਡਿਸਕਸ਼ਨ ਹੋਣੀ ਚਾਹੀਦੀ ਹੈ। ਤੇ ਬਲਕਾਰ ਜੀ, ਇਹ ਵੀ ਅਸੀਂ ਜਾਣਦੇ ਹਾਂ ਕਿ ਕਈ ਲੋਕ ਇਸ ਗੱਲ ਦਾ ਵਿਰੋਧ ਕਰਦੇ ਨੇ ਜਦੋਂ ਉਹਨਾਂ ਦੇ ਰਿਹਾ ਕਰਨ ਦੀ ਗੱਲ ਚੁੱਕੀ ਜਾਂਦੀ ਹੈ, ਵਿਰੋਧ ਕਰਦੇ ਨੇ ਕਿ ਇਹ ਗੱਲ ਵੀ ਕਿਉਂ ਕਰਦੇ ਪਏ ਹੋ। ਹਾਂ, ਜਿਸ ਤਰ੍ਹਾਂ ਅੱਗੇ ਇੱਕ ਆਮ ਮੁਹਾਵਰਾ ਜਾਂ ਅਖਾਣ ਹੈ ਕਿ 9 ਨਗਦ ਤੇ 13,000, ਜਿਹੜਾ ਆਧਾਰ ਚੀਜ਼ ਹੈ ਨਾ, ਉਹ 13 ਮੰਗਣ ਨਾਲ ਜੇ ਉਹ ਪੂਰੀ ਨਹੀਂ ਹੁੰਦੀ ਤਾਂ ਉਹਦੇ ਲਈ ਨਗਦ ਜਿਹੜੇ 9 ਲੈਣੇ ਚੰਗੀ ਗੱਲ ਆ। ਜਿਹੜਾ ਲਾਰਾ ਲੱਪਾ ਲਾਉਣਾ ਨਾ ਤੇ ਜਿਹੜੀ ਗੱਲ ਨੂੰ ਅੱਗੇ ਪਾਉਣਾ, ਇਹ ਗੱਲ ਬਹੁਤ ਮਾੜੀ ਹੁੰਦੀ ਹੈ। ਇਹਦੇ ਵਿੱਚ ਜਿਹੜੀ ਆ ਸਮੇਂ ਦੀ ਬਰਬਾਦੀ ਹੈ, ਪੈਸੇ ਦੀ ਬਰਬਾਦੀ ਹੈ ਤੇ ਲੋਕਾਂ ਦੇ ਆਉਣ ਜਾਣ ਦੀ ਬਰਬਾਦੀ ਹੈ, ਜ਼ਿੰਦਗੀਆਂ ਬਰਬਾਦ ਹੋ ਰਹੀਆਂ, ਜ਼ਿੰਦਗੀਆਂ ਬਰਬਾਦ ਹੋ ਰਹੀਆਂ। ਔਰ ਇਹਦੇ ਵਿੱਚ ਲਿਆ ਹੈਗਾ, ਜਿਸ ਤਰ੍ਹਾਂ ਤੁਸੀਂ ਲਿਆ ਕਿ ਹਿਊਮਨ ਰਾਈਟਸ ਦੀ ਜਿਹੜੀ ਇੱਕ ਅਧਿਕਾਰ ਹੈਗਾ, ਇਹਨਾਂ ਸਾਰੇ ਬੰਦੀ ਜਿਹੜੇ ਬੰਦੀ ਨੇ ਜੇਲ੍ਹਾਂ 'ਚ, ਇਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ। ਸਜ਼ਾ ਪੂਰੀ ਕਰਨ ਤੋਂ ਬਾਅਦ ਹੁਣ ਬਿਲਾ ਵਜ੍ਹਾ ਡਿਲੇ ਕਰਨਾ ਮਾੜੀ ਗੱਲ ਆ, ਕਿਉਂਕਿ ਉਹ ਬਾਲ ਬੱਚੇਦਾਰ, ਉਹਨਾਂ ਦੇ ਪਰਿਵਾਰ ਆ, ਔਰ ਉਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਦੀ ਉਡੀਕ ਵਿੱਚ ਆ, ਕਿਉਂਕਿ ਜੇ ਉਹਨਾਂ ਨੇ ਕੋਈ ਕੰਮ ਗਲਤ ਕੀਤਾ ਤਾਂ ਸਜ਼ਾ ਤਾਂ ਉਹਨਾਂ ਨੂੰ ਮਿਲ ਗਈ। ਜੋ ਲੋਕਤੰਤਰ ਦੀ ਨਿਆਂ ਪ੍ਰਣਾਲੀ ਵਿੱਚ ਵਿਵਸਥਾ ਹੈਗੀ, ਉਹਦੇ ਅਕੋਰਡਿੰਗ ਉਹਨਾਂ ਨੇ ਸਾਰਾ ਕੁਝ ਕਰ ਲਿਆ। ਪਰ ਜੇ ਹੁਣ ਇਹਨਾਂ ਨੇ ਲਿਸਟ ਬਣਾ ਕੇ ਭੇਜੀ ਹੋਈ ਹੈ, ਇਹਦੇ ਵਿੱਚ ਧਾਰਮਿਕ ਸੰਸਥਾ ਜਿਹੜੀ ਆ SGPC ਸ਼੍ਰੋਮਣੀ ਅਕਾਲੀ ਦਲ ਹੈ ਅੰਮ੍ਰਿਤਸਰ, ਉਹ ਉਹਨਾਂ ਨੇ ਆਪਣੀ ਲਿਸਟ ਬਣਾ ਕੇ ਭੇਜੀ ਹੈ। ਦੂਜੀ ਜਿਹਦੇ ਵਿੱਚ ਜਿਹੜਾ ਅਕਾਲੀ ਦਲ ਪੰਜਾਬ ਦਾ ਇੱਕ ਰਾਜਨੀਤਿਕ ਪਾਰਟੀ ਆ, ਬਾਦਲ ਸਾਹਿਬ ਉਹਦੇ ਫਾਊਂਡਰ ਨੇ, ਔਰ ਉਹਦੇ ਵਿੱਚ ਸੁਖਬੀਰ ਬਾਦਲ ਜਿਹੜੇ ਉਹ ਇਸ ਵੇਲੇ ਪ੍ਰਧਾਨ ਨੇ ਉਹਦੇ, ਉਹਨਾਂ ਨੇ ਲਿਸਟ ਬਣਾ ਕੇ ਉੱਥੇ ਭੇਜੀ ਆ। ਔਰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਉਹਨਾਂ ਨੇ ਮੰਗਿਆ ਸੀਗਾ, ਔਰ ਉਹਦੇ ਵਿੱਚ ਗ੍ਰਹਿ ਮੰਤਰੀ ਨਾਲ ਉਹਨਾਂ ਦੀ ਗੱਲ ਹੋਈ ਹੈ। ਲਿਸਟ ਜਦੋਂ ਭੇਜੀ ਆ, ਉਹਨਾਂ ਨੇ ਗ੍ਰਹਿ ਮੰਤਰੀ ਸਾਹਿਬਾਨ ਤੋਂ ਇੱਕ ਆ ਗਿਆ ਸੀ ਉਹਨਾਂ ਨੂੰ ਕਿ ਅਸੀਂ 15 ਅਗਸਤ ਤੇ ਇਹਨੂੰ ਪੂਰਾ ਕਰਾਂਗੇ, ਕਿਉਂਕਿ 15 ਅਗਸਤ ਤੇ ਇੱਕ ਰਿਵਾਜ ਆ ਜਾਂ ਇੱਕ ਬਣੀ ਸਾਡੇ ਕਸਟਮ ਆ ਕਿ ਉਹਦੇ ਵਿੱਚ ਦੱਸਿਆ ਜਾਂਦਾ ਕਿ ਉਦੋਂ ਰਿਹਾਈ ਕਰ ਦਿੱਤੀ ਜਾਂਦੀ ਹੈ। ਬਿਲਕੁਲ, ਰਾਸ਼ਟਰਪਤੀ ਵੀ ਜਿਹੜਾ ਰਾਜ ਹੁੰਦਾ ਉਹਦੇ ਵਿੱਚ ਨਹੀਂ, ਪਰ ਰਾਸ਼ਟਰਪਤੀ ਵੱਲੋਂ ਇਹ ਕਈ ਵਾਰੀ ਹੁਕਮ ਲੈ ਕੇ ਕਰ ਦਿੱਤੀ ਜਾਂਦੀ ਹੈ। ਪਰ ਇਹਨਾਂ ਨੇ ਇਹ ਮੰਨਿਆ ਕਿ ਸ਼ਾਇਦ ਹੋ ਜਾਣਗੇ ਇਹਦੇ ਵਿੱਚ, ਉਹ ਉਡੀਕ ਪੂਰੀ ਉਹਨਾਂ ਦੀ ਸੀ, ਪਰ ਉਹ ਗੱਲ ਨੇਪਰੇ ਨਹੀਂ ਚੜੀ ਤੇ ਇਹ ਹੁਣ ਦੁਬਾਰਾ ਇਹਨਾਂ ਨੇ ਫਿਰ ਇਹ ਮਨਸੂਬਾ ਅੱਗੇ ਰੱਖਿਆ। ਹੁਣ ਇਹਦੇ ਕਰਕੇ ਜਦੋਂ ਦੋ ਰਾਜਨੀਤਿਕ ਪਾਰਟੀਆਂ ਲੱਗੀਆਂ, ਇਹਦੇ ਵਿੱਚ ਕਾਂਗਰਸ ਵੱਲੋਂ ਅਜੇ ਕੋਈ ਇਹਦੇ ਵਿੱਚ ਕੋਈ ਬਿਆਨਬਾਜ਼ੀ ਨਹੀਂ ਆਈ, ਵਿਰੋਧੀ ਪਾਰਟੀਆਂ ਵੱਲੋਂ ਕਿਸੇ ਵੱਲੋਂ ਨਹੀਂ ਆਈ, ਕਿਉਂਕਿ ਇਹਨਾਂ ਨੇ ਇਹ ਸਮਝ ਲਿਆ ਕਿ ਇੱਕ ਕਮਿਊਨਿਟੀ ਦੇ ਲੋਕ ਨੇ ਜਾਂ ਮੰਨ ਲਓ ਇੱਕ ਜਿਹੜੀ ਹੈਗੇ ਮਾਈਨੋਰਿਟੀ ਦੇ ਲੋਕ ਨੇ। ਇਹਦੇ ਵਿੱਚ ਵੀ ਗੱਲ ਹੈ, ਜਿੱਦਾਂ ਤੁਸੀਂ ਕਿਹਾ ਕਿ ਕੁਝ ਲੋਕ ਵਿਰੋਧਤਾ ਕਰਦੇ ਆ, ਵਿਰੋਧੀ ਤਾਂ ਹੋਣਗੇ ਕਿਉਂਕਿ ਇਹਦੇ ਵਿੱਚ, ਪਰ ਵਿਰੋਧਤਾ ਇਸ ਕਰਕੇ ਕਰਨਗੇ ਕਿ ਜੇ ਇਹਨਾਂ ਦਾ ਕੋਈ ਗਲਤ ਕੰਮ ਹੋਵੇ ਤਾਂ ਸਜ਼ਾ ਪੂਰੀ ਹੋ ਚੁੱਕੀ ਹੈ, ਉਹਨਾਂ ਸਾਰਿਆਂ ਦੀ ਲਿਸਟ ਰਾਜਨੀਤੀ ਚੱਲ ਰਹੀ ਹੈ ਨਾ, ਚੱਲ ਰਹੀ ਹੈ, ਉਹੀ ਹੈ ਰਾਜਨੀਤੀ ਚੱਲ ਰਹੀ ਹੈ। ਜਿਸ ਤਰ੍ਹਾਂ ਬਾਨੂ ਦਾ ਕੇਸ ਸੀਗਾ, ਉਹ 'ਚ 11 ਬੰਦੇ ਤਾਂ ਆਰਾਮ ਨਾਲ ਆ ਗਏ, ਉਹਦੀ ਕੋਈ ਵਿਰੋਧਤਾ ਹੋਈ ਨਹੀਂ। ਜਦੋਂ ਉਹਨਾਂ ਦੇ ਵਿੱਚ ਉਹਨਾਂ ਦਾ ਪਰਿਵਾਰ ਮਾਰਿਆ ਗਿਆ, ਉਹਨਾਂ ਦੇ ਬੱਚੇ ਮਾਰੇ ਗਏ, ਰੇਪ ਕੇਸ ਹੈਗਾ, ਉਹਦੇ ਵਿੱਚ ਕਿਸੇ ਵਿਰੋਧਤਾ ਨਹੀਂ ਕੀਤਾ, ਔਰ ਆਰਾਮ ਨਾਲ ਲੋਕ ਘਰ ਆ ਗਏ, ਉਹਨਾਂ ਨੂੰ ਆਓ ਭਗਤ ਵੀ ਹੈਗੀ, ਉਹ 'ਚ ਉਹਨਾਂ ਨੂੰ ਬੁਲਾ ਕੇ ਸਤਿਕਾਰ ਤੌਰ 'ਤੇ ਬੁਲਾਇਆ ਗਿਆ। ਉਹਦੇ 'ਚ ਜੁਡੀਸ਼ਰੀ ਵੱਲੋਂ ਕਿਵੇਂ ਕੀਤਾ ਗਿਆ ਜਾਂ ਗਵਾਹੀਆਂ ਨਹੀਂ ਮਿਲੀਆਂ, ਜੇਕਰ ਗਵਾਹੀਆਂ ਨਹੀਂ ਮਿਲੀਆਂ ਤਾਂ ਫਿਰ ਉਹਨਾਂ ਨੂੰ ਸਜ਼ਾ ਕਿੱਦਾਂ ਹੋ ਗਈ? ਸਜ਼ਾ ਐਵੇਂ ਨਹੀਂ ਹੋ ਜਾਂਦੀ, ਸਜ਼ਾ ਹੋਣ ਦੇ ਬਾਵਜੂਦ ਪੂਰੇ ਨਹੀਂ ਕਰੇ ਕੀਤੀ ਸਜ਼ਾ, ਉਹਦੇ ਬਾਅਦ ਵਾਪਸ ਆ ਗਏ ਸਾਰੇ। ਹੁਣ ਉਹ ਆ ਗਏ, ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ, ਤੇ ਇੱਧਰ ਦੇਖ ਲਓ ਕੀ ਹੋ ਗਿਆ। ਇਹਦਾ ਮਤਲਬ ਹੁੰਦਾ ਵੀ ਇੱਕ ਤਾਂ ਜਿਹੜਾ ਸ਼ਾਬਾ ਵਾ ਉਹ ਨਿਵਿਆ ਹੁੰਦਾ, ਤੇ ਇੱਕ ਜਿਹੜਾ ਉਹਨਾਂ ਦਾ ਆਪਣਾ ਵਾ ਬਰਾਬਰ ਦਾ। ਉਹਨਾਂ ਨੇ ਕਦੀ ਇਸ ਤਰ੍ਹਾਂ ਦਾ ਨਹੀਂ ਗੱਲ ਕੀਤੀ ਕਿ ਸਾਰਿਆਂ ਨੂੰ ਨਿਆਂ ਦੀ ਜਿਹੜੀ ਜਾਂਚ ਆ ਜਾਂ ਨਿਆਂਕ ਤੌਰ 'ਤੇ ਸਹੂਲਤ ਆ ਕਿਉਂ ਜੀ ਮਿਲ ਜੇ, ਕਦੀ ਵੀ ਨਹੀਂ ਮਿਲਦੀ। ਇਹ ਲੋਕਤੰਤਰ ਦੀ ਇੱਕ ਕਾਟ ਰਹੀ ਹੈ ਸ਼ੁਰੂ ਤੋਂ। ਹੁਣ ਇਹ ਦੇਖੋ SGPC ਨੇ ਤੇ ਅਕਾਲੀ ਦਲ ਨੇ ਇਹ ਗੱਲ ਚੁੱਕੀ ਆ। ਹੁਣ ਦੇਖੋ ਇਹ ਨੇਪਰੇ ਕਿੱਦਾਂ ਚੜ੍ਹਦੀ ਹੈ, ਨਹੀਂ ਤਾਂ ਇਹਦੇ ਲਈ ਕੁਛ ਨਾ ਕੁਛ ਹੋਰ ਕਰਨਾ ਹੋਊਗਾ। ਸਰਕਾਰਾਂ ਬਦਲਦੀਆਂ, ਕਈ ਕੁਛ ਆਉਂਦਾ, ਫਿਰ ਨਵੀਂ ਸਰਕਾਰ ਆ ਕੇ ਕਰ ਦੂਗੀ। ਇਸ ਦੇ ਵਿੱਚ ਇਹੀ ਹੁੰਦਾ, ਕਈ ਸਰਕਾਰਾਂ ਜਦੋਂ ਨੁੱਕਰ ਕਰਦੀਆਂ, ਨਹੀਂ ਮੰਨਦੀਆਂ, ਫਿਰ ਉਹਦੇ ਬਲਬੂਤੇ ਦੂਜੀਆਂ ਸਰਕਾਰਾਂ ਆ ਜਾਂਦੀਆਂ, ਉਹ ਤੋਂ ਬਾਅਦ ਉਹ ਮੰਨ ਜਾਂਦੀਆਂ। ਇਹ ਕਈ ਚੀਜ਼ਾਂ ਇੱਦਾਂ ਹੀ ਹੁੰਦੀਆਂ ਔਰ ਰਹਿਣਗੀਆਂ ਹਿੰਦੁਸਤਾਨ 'ਚ। ਕਦੇ ਵੀ ਖਾਸ ਤੌਰ 'ਤੇ ਜਿਹੜੀ ਚੰਗੀ ਗੱਲ ਹੁੰਦੀ ਹੈ ਨਾ, ਉਹ ਖੰਨਾ ਜੀ ਘੱਟ ਮੰਨੀ ਗਈ ਹੈ ਹਿੰਦੁਸਤਾਨ 'ਚ। ਬਿਲਕੁਲ ਗਲਤ ਗੱਲਾਂ ਬਹੁਤ ਹੋ ਜਾਂਦੀਆਂ ਬਿਲਕੁਲ, ਕਿਉਂਕਿ ਆਪਣਾ ਨਿੱਜੀ ਫਾਇਦਾ ਦੇਖਿਆ ਜਾਂਦਾ ਹੈ ਨਾ, ਆਪਣਾ ਪੋਲੀਟੀਕਲ ਮਾਈਲੇਜ ਕੀ ਬਣਨੀ ਹੈ। ਕਾਫੀ ਮਸਲੇ ਹੋ ਜਾਂਦੇ ਨੇ। ਮਸਲਾ ਹੁੰਦਾ ਕੁਝ ਨਹੀਂ, ਪਰ ਉਹਨੂੰ ਕੰਪਲਿਕੇਟਿਡ ਕਰ ਦਿੱਤਾ ਜਾਂਦਾ ਹੈ, ਕਿਉਂਕਿ ਹਰ ਬੰਦੇ ਨੂੰ ਉਹਦੇ 'ਚੋਂ ਫਾਇਦਾ ਚਾਹੀਦਾ। ਰਾਜਨੀਤੀ ਨੇ ਵੀ ਆਪਣੀਆਂ ਰੋਟੀਆਂ ਸੇਕਣੀਆਂ ਨੇ, ਹੋਰ ਵੀ ਕਈ ਲੋਕਾਂ ਦੇ ਫਾਇਦੇ ਜੁੜੇ ਹੁੰਦੇ ਨੇ, ਇਸ ਕਰਕੇ ਕੋਈ ਵੀ ਮਸਲਾ ਹੱਲ ਨਹੀਂ ਕਰਦੇ, ਉਹਨੂੰ ਹੋਰ ਉਲਝਾ ਦਿੰਦੇ ਨੇ। ਖੈਰ, ਆਪਾਂ ਅੱਗੇ ਵਧਦੇ ਹਾਂ। ਜ਼ਰੂਰ। ਭਾਜਪਾ ਨੇ ਦੇਸ਼ ਵਿੱਚ ਡਰ ਤੇ ਨਫ਼ਰਤ ਦਾ ਮਾਹੌਲ ਬਣਾਇਆ। ਇਹ ਰਾਹੁਲ ਗਾਂਧੀ ਕਹਿ ਰਹੇ ਨੇ, ਕਾਂਗਰਸਾਈ ਦਾ ਇਹ ਬਿਆਨ ਆਇਆ ਹੈ ਰਾਹੁਲ ਗਾਂਧੀ ਸਾਹਿਬ ਦਾ ਕਿ ਭਾਜਪਾ ਨੇ ਡਰ ਦਾ ਮਾਹੌਲ ਬਣਾਇਆ, ਭਾਜਪਾ ਨੇ ਨਫ਼ਰਤ ਦਾ ਮਾਹੌਲ ਬਣਾਇਆ ਭਾਰਤ ਦੇ ਵਿੱਚ।
ਇਹ ਦੇਖੋ, ਇਹ ਹੁਣ ਆਪਾਂ ਨੂੰ ਤਾਂ ਇੰਨਾ ਹੋ ਸਕਦਾ ਕਿ ਮੀਡੀਆ ਦੇ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਦਹਿਸ਼ਤ ਆ ਮਨਾਂ 'ਚ, ਔਰ ਲੋਕ ਜ਼ਿਆਦਾ ਜਾਣਦੇ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਵੇਖਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਭਾਜਪਾ ਦਾ ਕੀ ਰੋਲ ਆ, ਕਿਸ ਤਰ੍ਹਾਂ ਲੋਕਾਂ ਨਾਲ ਪੇਸ਼ ਆ ਰਹੀ ਆ। ਔਰ ਆਪੋਜੀਸ਼ਨ ਤਾਂ ਕਹਿੰਦੀ ਆ, ਰਾਹੁਲ ਗਾਂਧੀ ਨੇ ਕਿਹਾ ਵਾ, ਹੋ ਸਕਦਾ ਇਹਨਾਂ ਨੂੰ ਕੁਛ ਨਾ ਕੁਛ ਪਤਾ ਲੱਗਾ ਵੀ ਹੋਊਗਾ, ਔਰ ਇਹਨਾਂ ਦੇ ਜਿਹੜੇ ਸੈੱਲ ਨੇ ਜਾਂ ਇਹਨਾਂ ਦੇ ਲੋਕ ਨੇ ਜਾਂ ਜਿਹਨਾਂ ਦੇ ਵਰਕਰ ਆ ਉਹ ਵੀ ਦੱਸਦੇ ਆ, ਕਿਉਂਕਿ ਇਹਨਾਂ ਲਈ ਦਹਿਸ਼ਤ ਦਾ ਇਹ ਮਤਲਬ ਹੈਗਾ ਈਡੀ ਨੇ ਇਹਨਾਂ ਦੀ ਬੜੀ ਪੁੱਛ ਪੜਤਾਲ ਕੀਤੀ ਇਹਦੇ ਮਦਰ ਸੋਨੀਆ ਗਾਂਧੀ ਦੀ, ਔਰ ਪ੍ਰਿਯੰਕਾ ਗਾਂਧੀ ਤੱਕ ਵੀ ਗਈ ਗੱਲ, ਉਹਨਾਂ ਦੇ ਹਸਬੈਂਡ ਜਿਹੜੇ ਵਡੇਰਾ ਉਹਨਾਂ ਨਾਲ ਵੀ ਗੱਲ ਰਹੀ ਹੈ, ਔਰ ਇਹਨਾਂ ਦਾ ਪਰਿਵਾਰ ਦਾ ਪੂਰਾ ਇਸ ਕੰਮ ਨਾਲ ਇਨਵੋਲਵ ਰਿਹਾ, ਔਰ ਇਹਨਾਂ ਦੇ ਵਿੱਚ ਇਹਨਾਂ ਦੀ ਪੁੱਛ ਪੜਤਾਲ ਤੇ ਸਾਰਾ ਕੁਝ ਹੋਇਆ। ਫਿਰ ਆਪ ਸਰਕਾਰ ਨਾਲ ਵੀ ਜਿਹੜੀ ਉੱਥੋਂ ਦੇ ਮਨੀਸ਼ ਸਿਸੋਦੀਆ ਜੀ ਨਾਲ ਵੀ ਰਿਹਾ ਕੰਮ, ਔਰ ਉਹ ਵੇਖ ਲਓ ਬਾਹਰ ਤੁਰੇ ਫਿਰਦੇ ਆ। ਉਦੋਂ ਇਹਨਾਂ ਨੂੰ ਲੁੱਕ-ਆਊਟ ਨੋਟਿਸ ਦਿੱਤਾ ਗਿਆ, ਲੋਕਾਂ ਨੂੰ ਉਦੋਂ ਖਦਸ਼ਾ ਹੋ ਗਿਆ ਸੀ, ਲੋਕ ਡਰ ਗਏ ਸੀ, ਸਹਿਮੇ ਗਏ ਸੀ ਵਾਕਿਆ ਇਹ ਹੋ ਗਿਆ। ਉਹਦੇ ਜਿੰਨੇ ਵੀ ਲੋਕਰ ਲਏ ਆ, ਉਹਦੀ ਪਤਨੀ ਤੋਂ ਦੋਨੇ ਜਣੇ ਉੱਥੇ ਬੈਠੇ, ਕੁਛ ਨਹੀਂ ਮਿਲਿਆ। ਕਿਹੜੀ ਆਬਕਾਰੀ ਨੀਤੀ ਹੋਈ? ਇਸੇ ਆਬਕਾਰੀ ਨੀਤੀ ਨੂੰ ਫੜ ਕੇ ਤੇ ਇੱਥੇ ਦੁਬਾਰਾ ਰੌਲਾ ਪੈ ਗਿਆ, ਜਿਹਦੇ 'ਚ ਆਪੋਜੀਸ਼ਨ ਦੇ ਲੀਡਰ ਨੇ ਆਪਣੇ ਪ੍ਰਤਾਪ ਸਿੰਘ ਬਾਜਵਾ ਜੀ, ਔਰ ਉਹਦੇ 'ਚ ਰਾਜਾ ਵੜਿੰਗ, ਔਰ ਉਹਨਾਂ ਨੇ ਕਿਹਾ ਕਿ ਆਬਕਾਰੀ ਨੀਤੀ ਪੰਜਾਬ 'ਚ ਵੀ ਗਲਤ ਹੋ ਰਹੀ ਹੈ, ਇਹਦੇ 'ਚ ਵੀ ਜਿਹੜੀ CBI ਨੂੰ ਉਹਦੇ ਵਿੱਚ ਕੰਮ ਕਰਨਾ ਚਾਹੀਦਾ, ਇਹ ਕੇਸ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ। ਦਿੱਲੀ ਵਾਲਾ ਤਾਂ ਜੇ ਨੇਪਰੇ ਚੜਿਆ ਨਹੀਂ ਤਾਂ ਪੰਜਾਬ 'ਚ ਕਿੰਨਾ ਮਾੜਾ ਹੋ ਗਿਆ ਹੋਊਗਾ। ਇਹ ਕਈ ਵਾਰੀ ਚਿੱਕੜੀ ਸੁੱਟਿਆ ਜਾਂਦਾ, ਕਈ ਵਾਰੀ ਚੀਜ਼ਾਂ ਇੱਦਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਉੱਥੋਂ ਤੱਕ ਨਹੀਂ ਪਹੁੰਚਦੀਆਂ। ਪਰ ਰਾਹੁਲ ਗਾਂਧੀ ਨੇ ਜਿਹੜਾ ਕਿਹਾ ਹੈਗਾ, ਇਹ ਉਹਦੇ 'ਤੇ ਜਦੋਂ ਇਹ ਕੱਸਿਆ ਗਿਆ ਨਿਸ਼ਾਨਾ, ਜਦੋਂ ਉਹਨਾਂ 'ਤੇ ਬੜਾ ਕੁਛ ਉਹਨਾਂ ਦੀ ਪੁੱਛ ਪੜਤਾਲ ਹੋਈ, ਔਰ ਉਹਨਾਂ ਨੂੰ ਨੁਕਸਾਨ ਵੀ ਹੋਇਆ, ਮੈਂਟਲੀ ਡਿਸਟਰਬ ਵੀ ਰਹੇ, ਮਾਨਸਿਕ ਤੌਰ 'ਤੇ ਉਹ ਮਾੜੇ ਉਹਨਾਂ ਦੇ ਹਾਲਾਤ ਰਹੇ। ਇਸ ਕਰਕੇ ਇਹ ਗੱਲ ਉਹਨਾਂ ਨੂੰ ਨਹੀਂ ਪਚੀ। ਉਹਨਾਂ ਨੇ ਬਾਕਾਇਦਾ ਤੌਰ 'ਤੇ ਕਹਿ ਦਿੱਤਾ ਕਿ ਇਹਦੇ ਵਿੱਚ ਬਾਕੀ ਵਿਰੋਧੀਆਂ ਪਾਰਟੀਆਂ ਵੀ ਵਿਰੋਧ ਕਰਨਗੀਆਂ, ਔਰ ਇਹਦੇ ਵਿੱਚ BJP ਦਾ ਜਿਹੜਾ ਵਿਰੋਧੀ ਪਾਰਟੀ ਦੇ ਇਕੱਲੀ ਪਾਰਟੀ ਹੈ, ਰੂਲਿੰਗ ਪਾਰਟੀ, ਉਹ ਖਾਸ ਤੌਰ 'ਤੇ ਜਦੋਂ ਆਪਣਾ ਡਿਸੀਜਨ ਲੈਂਦੀ ਆ, ਉਹ ਆਪਣੇ ਤਰੀਕੇ ਨੂੰ ਵਧੀਆ ਲੈਂਦੀ ਹੈ। ਪਰ ਉਹ ਜਦੋਂ ਤੱਕ ਲੋਕਾਂ ਤੱਕ ਜਾਂਦਾ, ਲੋਕ ਕਹਿੰਦੇ ਇਹ ਕੀ ਆ ਗਿਆ, ਇਹ ਕਿੱਥੋਂ ਹੈਰਾਨੀਜਨਕ ਫੈਸਲਾ ਆ ਗਿਆ, ਲੋਕਾਂ ਨੂੰ ਉਹ ਗੱਲ ਬੁਰੀ ਲੱਗਦੀ। ਕੁਛ ਮਤਲਬ ਇਸ ਚੀਜ਼ ਨੂੰ ਵੀ ਲੈ ਕੇ ਇਤਰਾਜ਼ ਹੁੰਦਾ ਹੈ ਕਿ ਜੋ ਸਾਰਾ ਵਿਚਾਰਧਾਰਾ ਦਾ ਖੇਲ ਚੱਲਦਾ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਧਰਮ ਨੂੰ ਅੱਗੇ ਰੱਖਣਾ, ਔਰ ਉਸ ਦੇ ਆਧਾਰਿਤ ਗੱਲਾਂ ਬਾਤਾਂ ਕਰਨੀਆਂ, ਉਸ ਦੇ ਆਧਾਰਿਤ ਰਾਜਨੀਤੀ ਕਰਨੀ, ਇਹ ਵੀ ਗੱਲ, ਔਰ ਵੋਟ ਬੈਂਕ ਕਾਇਮ ਕਰਨਾ, ਇਹ ਵੀ ਮਾਹਿਰਾਂ ਦੇ ਮੁਤਾਬਿਕ ਕਿਤੇ ਨਾ ਕਿਤੇ ਚੱਲਦਾ ਪਿਆ। ਜਦੋਂ ਧਰਮ ਦੇ ਨਾਂ 'ਤੇ ਰੌਲਾ ਪਾਊਗਾ ਨਾ, ਜਦੋਂ ਕਿਸੇ ਨੂੰ ਜਜ਼ਬਾਤੀ ਕਰਨਾ ਹੋਵੇ, ਜਦੋਂ ਉਹਨੂੰ ਕਰਨਾ ਹੋਵੇ ਵੀ ਇਹ ਕਿੰਨਾ ਕੁ ਗੁੱਸੇ 'ਚ ਆ ਸਕਦਾ, ਉਹ ਧਰਮ ਦੇ ਨਾਂ 'ਤੇ ਆਉਂਦਾ, ਉੱਥੇ ਉਹ ਮਰ ਮਿਟ ਜਾਂਦਾ, ਉੱਥੇ ਬੜਾ ਕੁਝ ਕਰ ਜਾਂਦਾ। ਇਸ ਕਰਕੇ ਇਹ ਹੁੰਦਾ ਕਿ ਕਿਸ ਤਰ੍ਹਾਂ ਦੀ ਛੇੜਨੀ, ਇਸ ਤਰ੍ਹਾਂ ਦਾ ਇੱਕ ਨੁਕਤਾ ਛੇੜ ਦੇਣਾ ਜਿਹਦੇ 'ਚ ਲੋਕਾਂ ਨੂੰ ਗੁੱਸਾ ਲੱਗੇ ਅਤੇ ਲੋਕ ਆਪਣੇ ਗੁੱਸੇ ਤੋਂ ਬਾਹਰ ਹੋ ਜਾਣ। ਇਹ 'ਚ ਰਾਹੁਲ ਗਾਂਧੀ ਨੇ ਵੀ ਕਿਹਾ, ਦੂਜੇ ਨੁਕਤੇ 'ਤੇ ਉਹਨੇ ਕਿਹਾ ਕਿ ਕੁਝ 4 ਬੰਦੇ ਹੀ ਹੈਗੇ ਜਿਹੜੇ ਇਹਨਾਂ ਦੇ ਨਾਲ ਗੱਲ ਮੰਨਦੇ ਆ, ਤਾਂ ਇਹ ਉਹਨਾਂ ਦੀ ਗੱਲ ਮੰਨਦੇ ਆ। ਉਹਨਾਂ ਨੇ ਕਿਹਾ ਕਿ ਇੱਕ ਵਪਾਰੀ ਵਰਗ ਹੈ ਜਿਹੜਾ ਇਹਨਾਂ ਦੇ ਨਾਲ ਗੱਲ ਕਰਦਾ, ਔਰ ਉਹਨੂੰ ਫਾਇਦਾ ਜਾਂਦਾ, ਉਸੇ ਫਾਇਦੇ ਦਾ ਜ਼ਿਆਦਾ ਆਪਣਾ ਫਾਇਦਾ ਲੈ ਕੇ ਆਪਣੇ ਘਰਾਂ ਤੱਕ ਪਹੁੰਚਾਉਂਦੇ ਆ। ਇਹਦੇ ਵਿੱਚ ਲੀਡਰ ਨੇਤਾ ਇਹਨਾਂ ਦੇ ਆਪਣੇ ਆ, ਅਤੇ ਮਾਰੇ ਅਤੇ ਪਿਸਰੇ ਜਿਹੜਾ ਪੋੜਾ ਉਹ ਮਹਿੰਗਾਈ ਦਾ, ਉਹ ਜਨਤਾ ਹੈਗੀ, ਲੋਕ ਵਿਚਾਰੇ ਮਾਰੇ ਜਾ ਰਹੇ ਆ। ਇਹ ਕਿਉਂਕਿ ਵਿਰੋਧੀ ਪਾਰਟੀ ਦੇ ਨੇਤਾ ਵਾ, ਇਹਨਾਂ ਨੇ ਗੱਲ ਕਰਨੀ ਜਿਹੜੀ ਹੈਗੀ ਆ, ਉਹ ਲੋਕਾਂ ਤੱਕ ਗੱਲ ਪਹੁੰਚਾਉਣੀ ਤਾਂ ਬਣਦਾ ਹੀ ਹੈ। ਬਿਲਕੁਲ ਸਹੀ ਗੱਲ ਹੈ, ਔਰ ਠੀਕ ਹੈ, ਉਹਨਾਂ ਦਾ ਵੀ ਕੋਈ ਐਨਾਲਿਸਿਸ ਹੋਏਗਾ ਹੀ ਰਾਹੁਲ ਗਾਂਧੀ ਜੀ ਦਾ, ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ, ਕਿਉਂਕਿ ਸਾਬਕਾ ਪ੍ਰਧਾਨ ਨੇ ਕਾਂਗਰਸ ਆਈ ਦੇ ਜੀ, ਸੋ ਕੋਈ ਛੋਟੀ ਮੋਟੀ ਹਸਤੀ ਦੇ ਮਾਲਿਕ ਤਾਂ ਹੈ ਨਹੀਂ। ਬਿਲਕੁਲ ਜੋ ਵੀ ਗੱਲ ਕਹਿ ਰਹੇ ਨੇ, ਹੋ ਸਕਦਾ ਕਿ ਜਿਹੜੀ ਬਣਦੀ ਉਹਦੇ ਵਿੱਚ ਫਿਰ ਨਾ ਪ੍ਰਧਾਨ ਬਣ ਜਾਣੇ। ਤੁਸੀਂ ਸਾਬਕਾ ਕਿਹਾ ਨਾ, ਕਿਉਂਕਿ ਇਹਦੇ ਲੋਕਾਂ ਦਾ ਨਿਸ਼ਾਨਾ ਤਾਂ ਹੈ, ਕਿਉਂਕਿ ਮਾਂ ਪੁੱਤਾਂ 'ਚੋਂ ਦੋਵਾਂ 'ਚੋਂ ਇੱਕ ਤਾਂ ਬਣਨਾ ਹੀ ਆ। ਜਾਂ ਤਾਂ ਸੋਨੀਆ ਗਾਂਧੀ ਅਜੇ ਮੁੱਕਰ ਰਹੀ ਆ, ਉਹ ਕਹਿੰਦੀ ਨਹੀਂ ਬਣ ਰਹੀ, ਔਰ ਇਹ ਵੀ ਕਹਿੰਦਾ ਮੈਂ ਨਹੀਂ ਬਣਨਾ, ਪਰ ਕਈ ਵਾਰੀ ਨਹੀਂ ਜਿਹੜੀ ਆ ਉਹ ਹਾਂ 'ਚ ਵੀ ਬਦਲ ਜਾਂਦੀ ਹੈ। ਦੇਖੋ ਉਹਦੇ ਵਿੱਚ ਹੈਗਾ, ਕਿਉਂਕਿ ਇਹਦੇ ਵਿੱਚ ਬਾਕੀ ਲੀਡਰ ਚਲੇ ਗਏ, 23 ਜੀ ਵੱਖਰੇ ਹੋ ਗਏ, ਉਹਦੇ 'ਚ ਗੁਲਾਮ ਨਬੀ ਆਜ਼ਾਦ ਆਪਣੀ ਪਾਰਟੀ ਛੱਡ ਕੇ ਚਲੇ ਗਏ, ਉਹ JNK 'ਚ ਬੈਠੇ ਆ। ਹੁਣ ਇੱਥੇ ਜਿਹੜਾ ਗੁਣਾ ਪੈਣਾ ਵਾ, ਉਹ ਸਾਰਾ ਕੁਛ ਖੇਡਿਆ ਜਾਣਾ, ਉਹ ਜਿਹੜੀ ਖੇਡ ਹੈਗੀ ਇਹਨਾਂ 'ਤੇ ਆ ਕੇ ਪੈਣੀ ਆ, ਉਹ ਇਹਨਾਂ ਨੂੰ ਇਹ ਇੱਕ ਮਿੱਤੀ ਹੋ ਜੂਗਾ, ਇੱਕ ਦੋਲੀ ਹੋ ਜੂਗਾ, ਫਾਡੀ ਕੋਈ ਨਹੀਂ ਹੈ ਇਹਨਾਂ 'ਚ। ਚਲੋ ਇਹਦਾ ਵਕਤ ਦੱਸੇਗਾ ਕਿ ਕੌਣ ਪ੍ਰਧਾਨ ਬਣਦਾ ਹੈ। ਬਿਲਕੁਲ, ਬਾਕੀ ਰਿਹਾ ਦੇਸ਼ ਦਾ ਮਾਹੌਲ ਤੇ ਦੇਸ਼ ਦੇ ਲੋਕਾਂ ਨੇ ਹੀ ਮਿਲ ਜੁਲ ਕੇ ਠੀਕ ਕਰਨਾ ਹੁੰਦਾ ਹੈ, ਔਰ ਉਹਨਾਂ ਨੂੰ ਕਰਨਾ ਚਾਹੀਦਾ ਵੀ ਹੈ। ਪਰ ਸਾਰੇ ਜਾਣੇ ਉਲਝੇ ਪਏ ਨੇ ਆਪਣੀ ਰੋਜ਼ੀ ਰੋਟੀ ਦੇ ਮਸਲਿਆਂ ਦੇ ਵਿੱਚ। ਦੇਸ਼ ਦੇ ਵੱਲ ਕਿੰਨੇ ਕੁ ਜਾਣੇ ਦਾ ਧਿਆਨ ਹੈ ਹਾਲ ਦੀ ਘੜੀ, ਇਹ ਤਾਂ ਦੇਖਣ ਵਾਲੀ ਗੱਲ ਹੈ ਨਾ। ਬਿਲਕੁਲ, ਕਿਉਂਕਿ ਦੇਸ਼ ਵਾਸੀ ਜਦੋਂ ਦੇਸ਼ ਵੱਲ ਧਿਆਨ ਦੇਣਗੇ ਤਾਂ ਹੀ ਅਸੀਂ ਦੇਸ਼ ਦੇ ਮਾਹੌਲ ਦੀ ਗੱਲ ਕਰ ਸਕਦੇ ਹਾਂ। ਸਾਰੇ ਜਾਣੇ ਤਾਂ ਆਪਣੇ ਮਸਲਿਆਂ 'ਚ ਆਪਣੀਆਂ ਪਰੇਸ਼ਾਨੀਆਂ 'ਚ ਉਲਝੇ ਪਏ ਨੇ, ਦੇਸ਼ ਦੇ ਵੱਲ ਧਿਆਨ ਬਹੁਤ ਘੱਟ ਲੋਕਾਂ ਦਾ। ਖੈਰ, ਆਪਾਂ ਅੱਗੇ ਵਧੀਏ ਜੀ। ਪੰਜਾਬ ਸਰਕਾਰ ਵੱਲੋਂ ਸੰਗਰੂਰ ਤੇ ਲੁਧਿਆਣਾ ਦੇ 2 ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਨੇ, ਔਰ ਇਹ ਤੋਹਫਾ ਹੈ ਇੱਕ ਤਰ੍ਹਾਂ ਦਾ ਪੰਜਾਬ ਸਰਕਾਰ ਵੱਲੋਂ, ਔਰ ਲੋਕਾਂ ਦੀ ਜੇਬ ਦੇ ਉੱਤੇ ਭਾਰ ਹੌਲਾ ਹੋਇਆ, ਕਿਉਂਕਿ ਉਹਨਾਂ ਟੋਲ ਪਲਾਜ਼ੇ ਵਾਲਿਆਂ ਨੇ ਹੋਰ ਸਮਾਂ ਮੰਗਿਆ ਸੀ,
ਕਿ ਸਾਨੂੰ ਹੋਰ ਸਮਾਂ ਦਿੱਤਾ ਜਾਏ, ਹੋਰ ਟਾਈਮ ਦੇਣ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਨ 2015 ਤੋਂ ਚੱਲਦੇ ਪਏ ਨੇ ਟੋਲ ਪਲਾਜ਼ੇ, ਤੇ ਉਹਨਾਂ ਨੇ ਹੋਰ ਸਮਾਂ ਮੰਗਿਆ, ਪਰ ਉਹ ਸਮਾਂ ਐਕਸਟੈਂਸ਼ਨ ਮੰਗੀ ਉਹਨਾਂ ਨੇ, ਐਕਸਟੈਂਸ਼ਨ ਨਹੀਂ ਦਿੱਤੀ ਗਈ, ਫਿਰ ਬੰਦ ਹੋ ਰਹੇ ਨੇ। ਮੇਰਾ ਖਿਆਲ ਬੰਦ ਹੋ ਚੁੱਕੇ ਨੇ। ਇਹ ਤਾਂ ਬੰਦ ਕਰਤੇ ਨਾ ਦੋ, ਸੰਗਰੂਰ ਦਾ ਤੇ ਜਿਹੜਾ ਲੁਧਿਆਣਾ ਦਾ। ਸਭ ਤੋਂ ਮਹਿੰਗਾ ਲੁਧਿਆਣੇ ਵਾਲਾ ਸੀਗਾ, ਸਤਲੁਜ ਦਰਿਆ ਤੋਂ ਜਦੋਂ ਅੱਗੇ ਨੂੰ ਜਾਂਦੇ। ਪਰ ਦੇਖੋ ਜਦੋਂ ਅੰਦੋਲਨ ਸ਼ੁਰੂ ਹੋਇਆ ਕਿਸਾਨਾਂ ਦਾ, ਉਹਦੇ ਵਿੱਚ 1.5 ਸਾਲ ਕਿਸਾਨਾਂ ਨੇ ਆਪਣੇ ਦਬਕੇ ਨਾਲ ਬੰਦ ਰੱਖਿਆ ਹੈ। ਨਹੀਂ ਕਿਸੇ ਦੀ ਜ਼ਰੂਰਤ ਸੀ ਕਿ ਟੂਲ ਪਲਾਜ਼ੇ ਚਲੇ ਜਾਣ, ਕਿਉਂਕਿ ਇੱਕ ਪਾਸੇ ਤਾਂ ਤੇਲ ਮਹਿੰਗਾ ਬਹੁਤ ਜ਼ਿਆਦਾ, ਦੂਜੇ ਪਾਸੇ ਜਿਹੜਾ 60 ਕਿਲੋਮੀਟਰ ਦਾ ਇਹਨਾਂ ਨੇ ਕਿਹਾ ਸੀ, 60 ਕਿਲੋਮੀਟਰ ਦੇ ਵਿੱਚ ਜਿਹੜਾ ਏਰੀਆ ਉਹਦੇ ਵਿੱਚ ਨਹੀਂ ਲੱਗੂਗਾ ਟੂਲ ਪਲਾਜ਼ਾ। ਤੁਸੀਂ ਅੰਮ੍ਰਿਤਸਰ ਨੂੰ ਜਾਓ, ਮੈਂ ਕੱਲ੍ਹ ਅੰਮ੍ਰਿਤਸਰ ਤੋਂ ਹੋ ਕੇ ਆਇਆ, ਤੁਸੀਂ ਜਾਓਗੇ ਤਾਂ ਪਹਿਲਾਂ ਤਾਂ ਢਿਲਵਾਂ ਤੋਂ ਪਹਿਲਾਂ ਇੱਕ ਟੂਲ ਪਲਾਜ਼ਾ ਆਉਂਦਾ, ਮੰਨ ਲਓ ਇੱਕ ਹੋ ਗਿਆ, ਔਰ ਉਦੋਂ ਬਾਅਦ ਅੱਗੇ ਜਦੋਂ 10 ਕਿਲੋਮੀਟਰ ਅੰਮ੍ਰਿਤਸਰ ਰਹਿੰਦਾ ਫਿਰ ਇੱਕ ਲੱਗਾ ਟੂਲ ਪਲਾਜ਼ਾ। 2 ਟੂਲ ਪਲਾਜ਼ਿਆਂ ਦਾ ਕੀ ਮਤਲਬ, ਜਿਹਦੇ ਵਿੱਚ ਲੋਕ ਸ਼ਰਧਾਲੂ ਦਰਬਾਰ ਸਾਹਿਬ ਗੋਲਡਨ ਟੈਂਪਲ ਮੱਥਾ ਟੇਕਣ ਜਾਂਦੇ ਆ। ਐਤਵਾਰ, ਅੱਜ ਸੋਮਵਾਰ ਇੱਥੇ ਤੇ ਕੱਲ੍ਹ ਐਤਵਾਰ ਸੀਗਾ, ਔਰ ਸ਼ਰਧਾਲੂਆਂ ਦਾ ਕਿੰਨਾ ਜਥੇ ਜਾ ਰਹੇ ਆ, ਔਰ ਇਹ ਪੈਸਾ ਬਟੋਰ ਰਹੇ ਆ, ਸੈਂਟਰ ਦਾ ਪੈਸਾ, ਸੈਂਟਰ ਦੀ ਜਿਹੜੀ ਹੈਗੀ ਪਾਲਿਸੀ ਉੱਥੋਂ ਹੀ ਆ ਰਿਹਾ, ਸਟੇਟ ਗੌਰਮੈਂਟ ਦਾ ਕੋਈ ਦਖਲਅੰਦਾਜ਼ੀ ਨਹੀਂ। ਇਹ ਜਿੰਨੇ ਟੂਲ ਪਲਾਜ਼ੇ ਉੱਥੇ ਹੀ ਆ। ਦਿੱਲੀ ਨੂੰ ਜਦੋਂ ਤੁਸੀਂ ਜਾਂਦੇ ਜੇ, ਪਾਣੀਪਤ ਕਰਨਾਲ ਤੋਂ ਅੱਗੇ ਤੱਕ ਬਹੁਤ ਟੂਲ ਪਲਾਜ਼ੇ ਆ। ਔਰ ਦੇਖੋ ਬਾਦਲ ਸਾਹਿਬ ਨੇ ਜਦੋਂ ਆਪ ਸੀਗੇ ਮੁੱਖ ਮੰਤਰੀ, ਇਹਨਾਂ ਮਾਲਵਾ ਬਿਲਕੁਲ ਸਾਫ਼ ਰੱਖਿਆ। ਮਾਲ ਵਿੱਚ ਤੁਸੀਂ ਜਾਓਗੇ ਬਹੁਤ ਘੱਟ ਟੂਲ ਪਲਾਜ਼ੇ ਨਜ਼ਰ ਆਉਣਗੇ। ਤੁਸੀਂ ਜਦੋਂ ਲੁਧਿਆਣਾ ਕ੍ਰਾਸ ਕਰਦੇ ਸੰਗਰੂਰ ਵਾਲੇ, ਇਹ ਹੁਣ ਸੰਗਰੂਰ ਦਾ ਏਰੀਆ ਤਾਂ ਇਹ ਭਗਵੰਤ ਮਾਨ ਦਾ ਆਪਣਾ ਏਰੀਆ ਸੀਗਾ, ਇਹਨਾਂ ਨੇ ਉਹ ਤਾਂ ਸਾਫ਼ ਕਰਤਾ, ਲੁਧਿਆਣਾ ਕਰਤਾ। ਹੁਣ ਦੁਆਬੇ ਵੱਲ ਵੀ ਧਿਆਨ ਕਰਨ ਅਤੇ ਦਰਬਾਰ ਸਾਹਿਬ ਦਾ ਜਿਹੜਾ ਇਹ ਏਰੀਆ ਵਾ, ਜਿਹੜਾ ਮੇਨ GT ਰੋਡ ਆ ਜਿਹਨੂੰ ਕਿਹਾ ਜਾਂਦਾ, ਵੱਡੀ ਸੜਕ ਹੈਗੀ ਆ, ਇਹਦੇ ਵੱਲ ਧਿਆਨ ਦੇਣ, ਕਿਉਂਕਿ ਸ਼ਰਧਾਲੂ ਜਾਂਦੇ ਨੇ ਇੱਥੇ ਔਰ ਬਹੁਤ ਲੋਕ ਤੰਗ ਹੁੰਦੇ ਆ। ਔਰ ਬੜੀ ਵਾਰੀ ਅਸੀਂ ਫੇਸਬੁੱਕ 'ਤੇ ਪੜ੍ਹਦੇ ਵੀ ਹਾਂ, ਔਰ ਇਹਨਾਂ ਦੀ ਸ਼ੁਰੂਆਤ ਅੱਛੀ ਹੈ। ਤੁਸੀਂ ਕਿਹਾ ਤੋਹਫਾ, ਅੱਛੀ ਗੱਲ ਹੈ, ਪਰ ਤੋਹਫੇ ਵਾਲੀ ਗੱਲ ਜੇ ਇਹਨੂੰ ਪੂਰਾ, ਜੇ ਹੁਣ ਇਹਨਾਂ ਨੇ ਸਟੈਪ ਲਿਆ ਤਾਂ ਪੂਰਾ ਕਰਨਾ, ਤਾਂ ਕਿ ਲੋਕ ਇਹ 'ਚ ਬਹੁਤ ਖੁਸ਼ ਹੋਣਗੇ। ਦੇਖੋ ਇੱਕ ਗੱਲ ਇਹ ਹੈ ਕਿ ਟੋਲ ਪਲਾਜ਼ਾ ਇਹ ਹੈ ਕਿ ਵਿਦੇਸ਼ੀ ਕੰਪਨੀਆਂ ਤੋਂ ਅਸੀਂ ਮਦਦ ਲੈਂਦੇ ਹਾਂ, ਉਹ ਕੰਸਟਰਕਸ਼ਨ ਕਰਦੀਆਂ ਨੇ, ਫਿਰ ਉਹ ਇੱਕ ਤਰ੍ਹਾਂ ਨਾਲ ਵਸੂਲੀ ਕਰਦੀਆਂ ਨੇ ਕਿ ਜੋ ਉਹਨਾਂ ਦੀ ਇਨਵੈਸਟਮੈਂਟ ਹੈ ਉਹਦੇ ਉੱਤੇ ਵਿਦ ਇੰਟਰਸਟ, ਵਿਦ ਆਲ ਫੈਸਿਲਿਟੀਜ਼, ਬਾਟਮ ਲਾਈਨ ਇਜ਼ ਪ੍ਰੋਫਿਟ। ਉਹਨਾਂ ਨੂੰ ਉਹ ਸਾਰਾ ਕੁਝ ਲੈਣ ਦਾ ਹੱਕ ਅਸੀਂ ਅਕੋਰਡਿੰਗ ਟੂ ਲਾਅ ਦਿੰਦੇ ਹਾਂ, ਪਰ ਉਹਦੇ ਵਾਸਤੇ ਇੱਕ ਸਮਾਂ ਹੁੰਦਾ। ਉਸ ਸਮੇਂ ਤੱਕ ਜਦੋਂ ਉਹਨਾਂ ਦੇ ਖਰਚੇ ਵਗੈਰਾ ਸਭ ਪੂਰੇ ਹੋ ਗਏ, ਉਦੋਂ ਤੱਕ ਉਹਨਾਂ ਨੂੰ ਉੱਥੇ ਰਹਿਣ ਦਾ ਅਧਿਕਾਰ ਹੈ। ਅਸੀਂ ਐਕਸਟੈਂਸ਼ਨ ਜੇ ਦੇਣੀ ਹੈ ਤਾਂ ਉਹ ਸਭ ਦੇਖ ਕੇ ਦੇਣੀ ਹੈ, ਉਹਨਾਂ ਨੂੰ ਆਪਣੀਆਂ ਸਟੇਟਮੈਂਟਸ ਦੇਣੀਆਂ ਪੈਂਦੀਆਂ ਨੇ। ਪੇਮੈਂਟ ਕੌਣ ਕਰ ਰਹੇ ਨੇ? ਪੇਮੈਂਟ ਲੋਕ ਕਰ ਰਹੇ ਨੇ। ਇੱਕ ਪਾਸੇ ਲੋਕ ਜਦੋਂ ਕੰਸਟਰਕਸ਼ਨ ਹੁੰਦਾ ਉਦੋਂ GST ਵਗੈਰਾ ਜੋ ਵੀ ਹੈ ਸਭ ਕੁਝ ਉਹ ਵੀ ਲੋਕਾਂ ਦੇ ਉੱਤੇ ਬੋਝ, ਉਸ ਤੋਂ ਬਾਅਦ ਟੋਲ ਪਲਾਜ਼ਾ ਵੀ ਬੋਝ। ਸੋ ਇਹ ਵਰਕਆਊਟ ਕਰਨਾ ਪਏਗਾ ਪੰਜਾਬ ਸਰਕਾਰ ਨੂੰ ਕਿ ਲੋਕਾਂ ਨੂੰ ਜੇ ਫਾਇਦਾ ਦੇਣਾ। ਹੋਰ ਵੀ ਕਈ ਟੋਲ ਪਲਾਜ਼ੇ ਨੇ ਬਹੁਤ ਮਹਿੰਗੇ ਨੇ, ਉਹਨਾਂ ਦੇ ਮਿਆਦ ਪੂਰੀ ਹੋ ਚੁੱਕੀ ਹੈ, ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਕਿਉਂ ਜਾ ਰਹੀ ਹੈ? ਇਹ ਵੀ ਇੱਕ ਡਿਬੇਟ ਵਾਲਾ ਕੁਐਸਚਨ ਹੈ ਕਿ ਕਿਉਂ ਐਕਸਟੈਂਸ਼ਨ ਦੇ ਰਹੇ ਹੋ ਜਦੋਂ ਜਿੰਨੀ ਮਿਆਦ ਸੀ ਉਹ ਪੂਰੀ ਹੋ ਚੁੱਕੀ ਹੈ। ਉਹਨਾਂ ਨੂੰ ਫਿਰ ਐਕਸਟਰਾ ਪ੍ਰੋਫਿਟ ਮਿਲਦਾ ਪਿਆ। ਇਹਦੇ ਵਿੱਚ ਆ ਨਾ, ਜਦੋਂ ਆਪਾਂ RC ਲੈਂਦੇ, ਜਦੋਂ ਆਪਾਂ ਗੱਡੀ ਨਵੀਂ ਲੈਂਦੇ ਨਾ, ਉਹਦੇ ਵਿੱਚ ਆਪਾਂ ਟੈਕਸ ਪੇ ਕਰ ਦਿੰਦੇ ਹਾਂ। ਹੁਣ ਸੜਕਾਂ ਜੇ ਬਣਾਉਣਗੇ ਤਾਂ ਲੋਕਾਂ ਨੂੰ ਇਹ ਫੈਸਿਲਿਟੀ ਨਹੀਂ ਹੈਗੀ ਕਿ ਸੜਕਾਂ ਦੇ ਉੱਤੇ ਆਪਣੀ ਗੱਡੀਆਂ ਲੈ ਜਾਣ, ਕਿਉਂਕਿ ਜੇ ਸਰਕਾਰ ਨੇ ਦੇਣਾ ਬਿਜਲੀ, ਜੇ ਆਪਾਂ ਬਿੱਲ ਦਿੰਦੇ ਹਾਂ ਤਾਂ ਬਿਜਲੀ ਮੁਹੱਈਆ ਕਰਦੀ, ਪਾਣੀ ਜਿਹੜੀ ਬੇਸਿਕ ਅਮਿਨਿਟੀ ਹੈ, ਜਿਹੜੀ ਬੇਸਿਕ ਨੀਡਸ ਹੈਗੀਆਂ, ਉਹਨਾਂ 'ਚ ਇਹ ਆਉਂਦਾ ਜੀ ਸੜਕ ਬਿਲਕੁਲ ਆਉਂਦੀ। ਪਰ ਜਦੋਂ ਅਸੀਂ ਦੇ ਜਾਂਦੇ ਹਾਂ ਤੇ ਹੁਣ ਟਾਇਰਾਂ ਨਾਲ ਇਹ ਤਾਂ ਨਹੀਂ ਕਿ ਸੜਕ ਸਾਰੀ ਤੋੜ ਦੇਣਗੇ, ਟਾਇਰ ਤਾਂ ਉਹਨਾਂ ਦੀ ਗੱਡੀਆਂ ਦੇ ਹੈਗੇ। ਪਰ ਇਹਦੇ ਵਿੱਚ ਦੇਖੋ ਹੋਮ ਮਿਨਿਸਟਰ ਨੇ ਕਿਹਾ ਸੀ ਉਦੋਂ ਕਿ ਜਿਹੜਾ 60 ਕਿਲੋਮੀਟਰ ਦਾ ਏਰੀਆ, ਜਿਸ 'ਚ ਗਡਕਰੀ ਸਾਹਿਬ ਸੀਗੇ ਦੇ ਮੰਤਰੀ ਨੇ, ਕੈਬਨਿਟ ਮੰਤਰੀ, ਉਹਨਾਂ ਨੇ ਇੱਕ ਛੋਟ ਦੇ ਦਿੱਤੀ ਵੀ 60 ਕਿਲੋਮੀਟਰ ਦੇ ਵਿੱਚ ਨਹੀਂ, ਕੋਈ ਪਿੰਡ ਤੋਂ ਬੰਦਾ ਆ ਰਿਹਾ, ਉਹ ਸੜਕ ਦੇ ਉੱਤੇ ਇੰਟਰ ਕੀਤਾ, ਅੱਗੇ ਟੂਲ ਪਲਾਜ਼ਾ ਤੁਹਾਨੂੰ ਦੇਣਾ ਪਊਗਾ, ਦੱਸ ਉਹਨਾਂ ਤੋਂ ਉਹਨੂੰ ਰੋਕ ਲੈਂਦੇ ਆ। ਉਦੋਂ ਇਹਨਾਂ ਨੇ ਕਿਹਾ ਕਿ 60 ਕਿਲੋਮੀਟਰ ਦਾ ਇਨ ਬਿਟਵੀਨ ਜਿਹੜਾ ਆ ਰਿਹਾ ਯਾਤਰੀ, ਉਹਦੇ ਕੋਲ ਨਹੀਂ ਲਿਆ ਜਾਊਗਾ। ਉਹ ਕਿਸੇ ਪਾਸੇ ਉਹਨੂੰ ਅਮਲ 'ਚ ਲਿਆਂਦਾ ਨਹੀਂ ਗਿਆ, ਉਹ ਬਾਕਾਇਦਾ ਤੌਰ 'ਤੇ ਲੈਂਦੇ ਆ। ਉਹਦੇ ਵਿੱਚ ਉਹ ਛੋਟੇ ਛੋਟੇ ਮੁੰਡੇ ਕੁੜੀਆਂ ਬੈਠੇ, ਉਹ ਕਿਸੇ ਦੀ ਗੱਲ ਮੰਨਦੇ ਨਹੀਂਗੇ। ਔਰ ਉਹਦੇ 'ਚ ਜਰਨਲਿਸਟ ਜਿਹੜੇ ਉਹਨਾਂ ਕੋਲ ਲਿਆ ਜਾਂਦਾ, ਜਿਹਦੇ 'ਚ ਆਰਮੀ ਵਾਲੇ ਆ ਉਹ ਦੂਜੀ ਸਾਈਡ 'ਤੇ ਜਾਂਦੇ ਆ। ਸਰਕਾਰੀ ਬੱਸਾਂ ਜਿਹੜੀਆਂ ਉਹ ਵੀ ਦੇ ਰਹੇ, ਉਹਨਾਂ ਨੂੰ ਦੇਣਾ ਪੈਂਦਾ। ਪਰ ਇਹ ਦੇਖੋ ਸੈਂਟਰ ਦਾ ਹੈਗਾ, ਸਟੇਟ ਦੇ ਵਿੱਚ ਆ ਕੇ ਅੱਗੇ ਹੁੰਦਾ ਸੀ ਸਟੇਟ ਤੋਂ ਸਟੇਟ ਤੱਕ। ਜਦੋਂ ਤੁਸੀਂ ਇੰਟਰ ਕਰੋਗੇ ਹਿਮਾਚਲ 'ਚ, ਸਟੇਟ ਹਰਿਆਣਾ 'ਚ ਇੰਟਰ ਕਰੋਗੇ, ਉੜੀਸਾ ਬਿਹਾਰ 'ਚ ਜਾਓਗੇ, ਗੱਡੀ 'ਤੇ ਉਦੋਂ ਦੇਣਾ ਪੈਂਦਾ ਸੀ। ਪਰ ਤੁਹਾਨੂੰ ਆਪਣੇ ਸਟੇਟ ਦੇ ਵਿੱਚ ਕਿੰਨੇ ਦੇਣੇ ਪੈਂਦੇ ਆ, ਇਹ ਵੀ ਗੱਲ ਜਿਹੜੀ ਹੈ ਲੋਕਾਂ ਨੂੰ ਬੜੀ ਗਲਤ ਲੱਗੀ ਹੈ, ਔਰ ਇਹਦੇ 'ਤੇ ਕੋਈ ਅਮਲ ਨਹੀਂ ਕੀਤਾ ਇਹਨਾਂ ਨੇ। ਹੁਣ ਜੇ ਇਹਨਾਂ ਨੇ ਗੱਲ ਸ਼ੁਰੂ ਕੀਤੀ ਆ, ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਕੀਤਾ ਸੀ, ਜਿੰਨੇ MLA ਸੀ ਉਹਨਾਂ ਨੂੰ ਇੰਨੀਆਂ ਪੈਨਸ਼ਨਾਂ ਨਾਲ ਘਰ ਭਰੀ ਜਾਂਦੇ ਸੀ, ਜਿਹੜਾ ਉਹਦੇ ਵਿੱਚ ਇਨਕਮ ਟੈਕਸ ਸੀਗਾ ਉਹ ਵੀ ਗੌਰਮੈਂਟ ਨੂੰ ਦੇਣਾ ਪੈਂਦਾ ਹੈ। ਉਹ ਇਹਨਾਂ ਨੇ ਬੜਾ ਵੱਡਾ ਫੈਸਲਾ ਲਿਆ। ਹੁਣ ਇਸੇ ਫੈਸਲੇ ਨੂੰ ਜੋ ਪੂਰਾ ਕਰ ਲੈਣਗੇ ਤਾਂ ਅੱਛੀ ਗੱਲ ਹੈ। 2 ਫੈਸਲੇ ਬੜੇ ਲਟਕ ਰਹੇ ਸੀਗੇ। ਬਿਜਲੀ ਦਾ ਤਾਂ ਚਲੋ ਇਹਨਾਂ ਨੇ ਸ਼ੁਰੂ ਕਰ ਦਿੱਤਾ ਵੀ ਜਿਹੜਾ 300 ਦੇ ਥੱਲੇ ਰਹੂਗਾ, 600 ਯੂਨਿਟ ਤੋਂ ਥੱਲੇ ਰਹੂਗਾ, ਉਹਨੂੰ ਮਾਫ ਕੀਤਾ ਜਾਊਗਾ, ਬਾਕੀ ਠੀਕ ਹੋਣਗੇ। ਐਤਕੀ 25 ਲੱਖ ਦੇ ਕਰੀਬ ਬੰਦੇ ਫਾਇਦਾ ਲੈ ਗਏ। ਬਿਲਕੁਲ ਇਸ ਤਰ੍ਹਾਂ ਦੀਆਂ ਸਹੂਲਤਾਂ ਜੇ ਦੇਣਗੇ ਲੋਕਾਂ ਨੂੰ ਤਾਂ ਲੋਕ ਖੁਸ਼ ਹੋਣਗੇ, ਨਹੀਂ ਤੇ ਫਿਰ ਨਾਰਾਜ਼ਗੀ ਲੋਕਾਂ ਦੀ। ਇਹ ਵੀ ਗੱਲ ਕਹੀ ਗਈ ਕਿ 25 ਲੱਖ ਦੇ ਕਰੀਬ ਜ਼ੀਰੋ ਬਜਟ, ਜ਼ੀਰੋ ਬਿੱਲ ਆਇਆ,
ਔਰ ਅੱਗੇ ਮੌਸਮ ਜਦੋਂ ਠੰਡੀ ਦਾ ਆਉਣਾ, ਠੰਡੀ ਦੀ ਮੌਸਮ ਦੇ ਵਿੱਚ ਏਸੀ ਚੱਲਦੇ ਨਾ, ਹੁਣ ਉਦੋਂ ਏਸੀ ਨਹੀਂ ਚੱਲਣਗੇ। ਯੈਸ, ਔਰ ਇਹ ਆંકੜਾ ਵੱਧ ਸਕਦਾ, ਹੋ ਸਕਦਾ 60 ਤੋਂ 70% ਲੋਕਾਂ ਨੂੰ ਫਾਇਦਾ ਹੋ ਜਾਵੇ, ਭਾਵੇਂ ਉਹ ਕਿਸੇ ਵਰਗ ਦੇ ਕਿਉਂ। ਇਹ ਡਿਪੈਂਡ ਪਤਾ ਤੁਹਾਡੇ ਸਾਡੇ ਤੇ ਹੀ ਹੈ। ਜੇ ਅਸੀਂ ਘੱਟ ਯੂਨਿਟ ਬਾਲਾਂਗੇ, ਉਹਨਾਂ ਨੇ ਲਿਮਟ ਦੇਤੀ ਹੈ, ਇਹਦੇ ਥੱਲੇ ਹੈ, ਇੱਕ ਤਾਂ ਸਰਕਾਰ ਨੂੰ ਫਾਇਦਾ ਹੋਊਗਾ, ਦੂਜੀ ਗੱਲ ਕੰਜ਼ੰਪਸ਼ਨ ਆਫ ਇਲੈਕਟ੍ਰਿਸਿਟੀ ਇਹ ਘੱਟ ਹੋਊਗੀ, ਦੂਜਾ ਹੋਊਗਾ ਫਾਇਦਾ ਪਰਸਨਲ ਜਿਹੜਾ ਘਰੇਲੂ ਬੰਦਾ ਹੈਗਾ, ਪਰਿਵਾਰਕ ਬੰਦਾ, ਉਹਦਾ 5000 ਬਚ ਗਿਆ, 7000 ਬਚ ਗਿਆ। ਇੱਕ ਹੋਰ ਵੀ ਚੀਜ਼ ਮੂਵਮੈਂਟ ਸ਼ੁਰੂ ਹੋ ਗਈ ਹੈ, ਆਪਾਂ ਦਰਸ਼ਕਾਂ ਨੂੰ ਦੱਸਦੇ, ਤੁਸੀਂ ਇਹ ਬਿਜਲੀ ਦੇ ਬਿੱਲਾਂ ਦੀ ਗੱਲ ਕੀਤੀ ਹੈ, ਹੁਣ ਪੰਜਾਬ ਦੇ ਵਿੱਚ ਸਮਾਰਟ ਮੀਟਰ ਲੱਗਣਗੇ ਔਰ ਸ਼ੁਰੂਆਤ ਹੋਏਗੀ ਸਰਕਾਰੀ ਦਫ਼ਤਰਾਂ ਤੋਂ ਤੇ ਸਰਕਾਰੀ ਮੁਲਾਜ਼ਮਾਂ ਤੋਂ। ਤੇ ਫਿਰ ਦੇਖੋ ਅੱਗੇ, ਕਿਉਂਕਿ ਇਹ ਹੋ ਸਕਦਾ ਇਹ ਵੀ ਪ੍ਰੀਪੇਡ ਹੋਣ, ਚਾਰਜ ਕਰਵਾਉਣੇ ਪੈਣ, ਜਿਵੇਂ ਮੋਬਾਈਲ ਚਾਰਜ ਕਰਵਾਈਦਾ, ਜਿੱਦਾਂ ਦਿੱਲੀ 'ਚ ਚੱਲਦਾ ਰਿਹਾ। ਅੱਗੇ ਕਾਫੀ ਜ਼ਿਆਦਾ ਐਜੀਟੇਸ਼ਨ ਹੋ ਗਈ ਸੀ ਇਸ ਚੀਜ਼ ਨੂੰ ਲੈ ਕੇ। ਹੁਣ ਜਦੋਂ ਜੇ ਪ੍ਰੀਪੇਡ ਕਰਵਾਵਾਂਗੇ ਤੇ ਫਿਰ ਇਹ 300 ਯੂਨਿਟ ਤੇ 600 ਯੂਨਿਟ ਦਾ ਮਾਮਲਾ ਖਤਮ ਹੋ ਜਾਏਗਾ, ਕਿਉਂਕਿ ਫਿਰ ਕਿੱਦਾਂ ਕਰਾਂਗੇ। ਜੇ ਉਹ ਤਾਂ ਲਾਗੂ ਨਹੀਂ ਹੋਗਾ, ਸਮਾਰਟਫੋਨ ਜਿਹੜੇ ਉਹਦੇ 'ਚ ਸਮਾਰਟ ਮੀਟਰ ਜਿਹੜੇ ਨੇ, ਜੇ ਉਹ ਪ੍ਰੀਪੇਡ ਵਾਲਾ ਹਿਸਾਬ ਸ਼ੁਰੂ ਹੋ ਜਾਂਦਾ ਹੈ, ਫਿਰ ਜਿਵੇਂ ਪਹਿਲਾਂ ਐਜੀਟੇਸ਼ਨ ਹੋਈ ਸੀ, ਕਿਸਾਨਾਂ ਨੇ ਐਜੀਟੇਸ਼ਨ ਕੀਤੀ ਸੀ ਪਿੰਡਾਂ ਦੇ ਵਿੱਚ, ਕਿਉਂਕਿ ਬਿਜਲੀ ਦੀ ਚੋਰੀ ਹੁੰਦੀ ਹੈ। ਇਹ ਕਹਿੰਦੇ ਨੇ ਕਿ ਬਿਜਲੀ ਦੀ ਚੋਰੀ ਰੋਕਣ ਵਾਸਤੇ ਅਸੀਂ ਸਮਾਰਟ ਮੀਟਰ ਲਗਾਉਣਾ ਚਾਹੁੰਦੇ ਹਾਂ, ਇਟਸ ਓਕੇ, ਚਲੋ ਲਗਾਓ। ਫਿਰ ਉਸ ਤੋਂ ਬਾਅਦ ਸੈਕਿੰਡ ਸਟੈਪ ਆਉਂਦਾ ਕਿ 300 ਯੂਨਿਟ 600 ਯੂਨਿਟ ਜਿਹੜੇ ਫ੍ਰੀ ਨੇ, ਜੇ ਤੁਸੀਂ ਪ੍ਰੀਪੇਡ ਕਰ ਦਿੰਦੇ ਹੋ ਲਾਈਕ ਮੋਬਾਈਲ, ਦੈਨ 300 ਯੂਨਿਟ 600 ਯੂਨਿਟ ਕਿੱਥੋਂ ਰੀਡਿੰਗ ਗਈ ਨਾ, ਰੀਡਿੰਗ ਗਈ ਉਹਦੀ, ਜਿਹੜੇ ਰੀਡਿੰਗ ਖਤਮ ਹੋ ਗਈ, ਚੈੱਕਅਪ ਕਰਦੇ ਨੇ ਉੱਤੇ ਤੁਹਾਨੂੰ ਤਾਂ ਪਾਉਣਾ ਪਊਗਾ, ਜਿੱਦਾਂ ਸਿਮ ਕਾਰਡ ਪਾ ਰਹੇ ਜਾਂ ਆਪਣੇ ਮੋਬਾਈਲ 'ਚ, ਉਹਦੇ 'ਚ ਉਹੀ ਕੰਮ ਹੋਣਾ। ਸੋ ਇਹ ਕੰਟਰਾਡਿਕਟਰੀ ਹੋ ਜਾਂਦਾ, ਹੁਣ ਇਹ ਐਕਸਪਲੇਨੇਸ਼ਨ ਦੇਣੀ ਪਏਗੀ। ਲੋਕਾਂ ਲੱਗਣ ਨਹੀਂ ਦੇਣੇ, ਇਹ ਅੱਗੇ ਵੀ ਐਜੀਟੇਸ਼ਨ ਹੋ ਗਈ, ਲੋਕਾਂ ਨੇ ਤੋੜ ਦਿੱਤੇ ਸਾਰਾ ਕੁਝ। ਅਸਲ 'ਚ ਇਹਨਾਂ ਨੇ ਪੈਸਾ ਲਿਆ ਹੁੰਦਾ। ਐਕਚੁਅਲੀ ਜਿਹੜਾ ਆਮ ਮੀਟਰ ਹੈ ਨਾ, ਉਹ 1500 ਰੁਪਏ ਦਾ, ਤੇ ਜਿਹੜੇ ਸਮਾਰਟ ਮੀਟਰ ਨੇ ਤਕਰੀਬਨ 7000 ਰੁਪਏ ਦਾ ਪੈਂਦਾ। ਤੇ ਉਸ ਵਕਤ ਜੋ ਗੱਲ ਹੋ ਰਹੀ ਸੀ, ਉਹ ਪੈਸਾ ਇਹਨਾਂ ਨੂੰ ਜਾ ਰਿਹਾ, ਜਿਨ੍ਹਾਂ ਨੇ ਇੱਕ ਕਮਿਸ਼ਨ ਜਿਹੜੇ ਏਜੰਸੀਆਂ ਦੇ ਰਹੀਆਂ, ਜਿਹੜੀਆਂ ਉਹਨਾਂ ਕੋਲ ਪੈਸਾ ਲੈ ਰਹੇ, ਪ੍ਰਾਈਵੇਟਾਈਜ਼, ਹਰ ਚੀਜ਼ ਪ੍ਰਾਈਵੇਟਾਈਜ਼। ਉਧਰੋਂ 1000 ਰੁਪਏ ਦਾ ਭਾਵੇਂ ਆਉਂਦਾ ਵੇ, ਉਹ ਲਮਸਮ ਇਹ ਰੇਟ ਹੋਣਾ, ਤੇ ਬਾਕੀ 6000 ਆਪਣੀ ਜੇਬ 'ਚ ਪਾਉਣਗੇ। ਇਹ ਸਾਰਾ ਕੁਝ ਹੈਗਾ, ਤੇ ਕਿਤੇ ਪਊਗਾ ਸਾਰਾ ਕੁਝ, ਇਹ ਤੁਹਾਡੇ ਬਿੱਲ 'ਚ ਆਉਣਾ, ਮੁੜ ਕੇ ਪਬਲਿਕ ਦੇ ਉੱਤੇ ਪੈਣਾ, ਬਿੱਲ ਦੇ ਨਾਲ ਆਊਗਾ। ਗੱਲ ਇਹ ਹੈ ਸਰ ਕਿ ਤੁਸੀਂ ਜਿਹੜੀਆਂ ਚੋਰ ਮੋਰੀਆਂ ਨੇ, ਜਿਹੜੇ ਵੱਡੇ ਵੱਡੇ ਘਪਲੇ ਕਰਨ ਵਾਲੇ ਨੇ, ਉਹਨਾਂ ਨੂੰ ਫੜਨ ਦੀ ਬਜਾਏ ਤੁਸੀਂ ਜਨਤਾ ਨੂੰ ਨਿਚੋੜਨ ਲੱਗੇ ਹੋਏ। ਜਨਤਾ ਨੂੰ ਕਿੰਨਾ ਕੁ ਨਿਚੋੜ ਲੋਗੇ, ਕਿੰਨਾ ਕੁ ਪੱਲੇ ਹੈਗਾ ਜਨਤਾ ਦੇ। ਇਹ ਜਿਹੜੇ ਵਗੜੇ ਵੱਡੇ ਬੈਠੇ ਨੇ, ਅਸਲ ਰਸੂਖ ਵਾਲੇ ਬੰਦੇ, ਇਹਨਾਂ ਕੋਲ ਬਹੁਤ ਮਾਲ ਹੈ। ਜਨਤਾ ਨੂੰ ਜੇ ਨਿਚੋੜਦੇ, ਜਨਤਾ ਵੀ ਇਹਨਾਂ ਨੂੰ ਪੂਰਾ ਨਿਚੋੜ ਦਿੰਦੀ। ਦੇਖੋ ਜਦੋਂ ਦੇਖ ਲਓ, ਉਹ ਵੀ ਐਂ ਕਰਕੇ ਨਾ, ਤਾਂ ਪੂਰੇ ਦਾ ਪੂਰਾ ਜਿੱਦਾਂ ਨਿੰਬੂ ਵਾਂਗੂ ਨਿਚੋੜ ਕੇ ਪਾਸੇ ਕਰ ਦਿੰਦੇ। ਆંકੜੇ ਨੇ 2014 ਤੱਕ ਭਾਰਤ ਦੇ ਵਿੱਚ ਜਿਹੜੇ ਅਰਬਪਤੀ ਸੀ, ਉਹਨਾਂ ਦੀ ਜੋ ਗਿਣਤੀ ਸੀ 50-53 ਇੰਨੀ ਕੁ ਸੀ, ਔਰ 2014 ਤੋਂ ਲੈ ਕੇ 2022 ਤੱਕ ਅਰਬਪਤੀਆਂ ਦੀ ਗਿਣਤੀ 200 ਦੇ ਕਰੀਬ ਪਹੁੰਚ ਚੁੱਕੀ ਹੈ ਭਾਰਤ ਦੇ ਵਿੱਚ। ਤੇ ਗਰੀਬੀ, ਇਹ 150 ਬੰਦਾ ਕਿੱਥੋਂ ਆ ਗਿਆ? ਇਹਦਾ ਮਤਲਬ ਕਿਹੜਾ ਸਿਸਟਮ ਹੈ ਉਹ ਜਿਹੜਾ ਉਹਨਾਂ ਲੋਕਾਂ ਨੂੰ ਸਪੋਰਟ ਕਰ ਰਿਹਾ ਹੈ, ਜਿਹੜਾ ਅਰਬਪਤੀ ਬਣਦਾ ਹੀ ਪਏ ਨੇ। ਉਹ ਵਿਦਆਊਟ ਸਪੋਰਟ ਤੇ ਬਣੇਗਾ ਨਹੀਂ ਨਾ। ਉਹ ਜਿਹੜਾ ਰਿਓੜੀ ਕਲਚਰ ਹੈ, ਉਹ ਰਿਓੜੀ ਕਲਚਰ ਇਹਨਾਂ ਨੂੰ ਫਾਇਦਾ ਦਿੰਦਾ ਪਿਆ। ਇਹ ਪ੍ਰੋਡਕਟ ਨੇ ਰਿਓੜੀ ਕਲਚਰ ਦੀ, ਉਹੀ ਪ੍ਰੋਡਕਟ ਹੈ। ਤੇ ਫਿਰ ਆਮ ਜਨਤਾ ਨੂੰ ਕਿੰਨਾ ਕੁ ਨਿਚੋੜ ਲੋਗੇ ਤੁਸੀਂ? 2015 ਤੋਂ ਲੈ ਕੇ ਇੱਧਰ ਨੂੰ ਆਓ ਨਾ, ਉੱਪਰ ਨੂੰ ਤੁਰੇ ਆਓ, ਤੇ 22 ਤੱਕ ਦੇਖੋ ਕਿੰਨੇ ਜਿਹੜੇ ਅਰਬਪਤੀ ਬਣ ਗਏ। ਔਰ ਉਹਦੇ ਵਿੱਚ ਇੱਕ ਅੰਕੜਾ ਗਰੀਬੀ ਦਾ ਹੈਗਾ, ਗਰੀਬੀ ਦਾ ਜਿਹੜਾ ਜਿਹਦੇ ਵਿੱਚ ਹੈਗੀ ਆ, ਜਿਸ 'ਚ ਲੋ ਪਾਵਰਟੀ ਵੀ ਹੈਗੀ ਆ, ਜਿਸ 'ਚ ਗਰੀਬੀ ਰੇਖਾ ਤੋਂ ਵੀ ਲੋਕ ਹੈਗੇ ਆ। ਉੜੀਸਾ, ਬਿਹਾਰ, ਮੱਧ ਪ੍ਰਦੇਸ਼, ਤੇ ਬਾਕੀ ਸਟੇਟਾਂ ਚੱਲ ਜਾਓ, ਪੰਜਾਬ 'ਚ ਇਹ ਹੈ ਨਹੀਂ। ਪੰਜਾਬ 'ਚ ਲੋ ਪਾਵਰਟੀ ਘੱਟ ਆ, ਬਹੁਤ ਘੱਟ ਆ, ਔਰ ਬਾਕੀ ਸੂਬਿਆਂ 'ਚ ਸਾਰਾ ਕੁਝ ਹੈਗਾ। ਉਹ ਕੌਣ ਕਰ ਰਿਹਾ? ਉਹ ਵੀ ਸਰਕਾਰ ਵੱਲੋਂ ਹੀ ਆ ਰਿਹਾ। ਜਦੋਂ ਉਹਨਾਂ ਨੂੰ ਸਹੂਲਤ ਨਹੀਂ ਦੇਣੀ, ਰੋਟੀ ਨਹੀਂ ਦੇਣੀ, ਕੰਮ ਨਹੀਂ ਦੇਣਾ, ਸਾਰਾ ਕੁਝ ਹੋਊਗਾ। ਸਿੱਧੀ ਸਾਦੀ ਗੱਲ ਹੈ, ਜੇ ਆਪਾਂ ਸਿੱਧੀ ਸਾਦੀ ਭਾਸ਼ਾ 'ਚ ਬੋਲੀਏ, ਜਿਹੜੇ ਦੇਸ਼ ਦੇ ਵਿੱਚ ਵੱਡੇ ਵੱਡੇ ਮਹਿਲ ਹੋਣਗੇ, ਉਸ ਦੇਸ਼ ਦੇ ਵਿੱਚ ਝੁੱਗੀਆਂ ਝੌਂਪੜੀਆਂ ਜ਼ਰੂਰ ਹੋਣਗੀਆਂ। ਢਾਰੇ ਵੀ ਹੋਣਗੇ, ਉਹਦੇ 'ਚ ਝੁੱਗੀਆਂ ਵੀ ਹੋਣਗੀਆਂ, ਝੌਂਪੜੀਆਂ ਵੀ ਹੋਣਗੀਆਂ, ਕਿਉਂਕਿ ਪੈਸਾ ਉਧਰ ਚਲਾ ਗਿਆ ਮਹਿਲਾਂ ਵੱਲ, ਤੇ ਉਹ ਜਿਹੜੇ ਮਕਾਨ ਸੀ ਉਹ ਝੁੱਗੀਆਂ ਝੌਂਪੜੀਆਂ ਬਣ ਗਏ, ਇੱਕ ਮਕਾਨ ਮਹਿਲ ਬਣ ਗਏ। ਸ਼ੁਰੂਆਤ ਤੇ ਮਕਾਨਾਂ ਤੋਂ ਹੀ ਹੋਈ। ਜੋ ਢਾਰਿਆਂ ਤੋਂ ਬਣੇ ਆ ਨਾ, ਉਹ ਢਾਰੇ ਜਿਹੜੇ ਆ ਜਾਂ ਝੁੱਗੀਆਂ ਵਾਲੇ, ਉਹਨਾਂ ਦੇ ਟੈਕਸਾਂ ਤੋਂ ਬਣੇ। ਉਹ ਗਰੀਬ ਹੋ ਗਏ, ਉਹਨਾਂ ਤੋਂ ਛੱਤ ਕੋਈ ਨਹੀਂ ਹੈਗੀ, ਉਹ ਉਸੇ ਤਰ੍ਹਾਂ ਦੀ ਛੱਤ ਬਣਾ ਕੇ ਸੌਂਦੇ ਆ, ਔਰ ਜਿਹੜਾ ਉਹਦੇ ਵਿੱਚ ਮਜ਼ੇ ਲੈਂਦੇ ਆ ਉਹ ਵੱਡੇ ਜਿਹੜੇ ਮਹਿਲਾਂ ਵਾਲੇ ਆ, ਅਟਾਰੀਆਂ ਵਾਲੇ। ਮੈਂ ਤੇ ਹੈਰਾਨ ਹੁੰਦਾ ਕਈ ਵਾਰ ਨਿਊਜ਼ ਪੜ੍ਹ ਕੇ ਕਿ ਵਾਸ਼ਰੂਮ ਕਰੋੜਾਂ ਰੁਪਏ ਦੇ, ਔਰ ਜਿਹੜੀਆਂ ਉੱਤੇ ਪੌਟਸ ਬਣੇ ਹੋਏ ਨੇ, ਉਹਦੇ ਉੱਤੇ ਸੋਨੇ ਦਾ ਪਾਣੀ ਚੜਿਆ ਹੋਇਆ। ਪੈਸੇ ਦੀ ਗੱਲ ਆ ਨਾ, ਪੈਸਾ ਕਮਾਲ ਹੋ ਗਈ। ਕੋਈ ਪੈਸਾ, ਉਹਦੇ ਕੋਈ ਗੱਲਾਂ ਉਹਦੇ ਕੋਈ ਹੈਗੀਆਂ। ਜਿਹੜਾ ਵਿਚਾਰਾ ਭੁੱਖਾ, ਉਹ ਤਾਂ ਉਹਨੂੰ ਕਹੋ ਬਾਤ ਪਾਵਾਂ ਤੇ ਬਤੌਲੀ ਪਾਵਾਂ ਦਾ ਕੀ ਰੋਟੀ, ਉਹ ਰੋਟੀ ਦਾ ਗੱਲ ਕਹੂਗਾ, ਉਹਨੂੰ ਕਹਿੰਦਾ ਰੋਟੀ ਦਾ ਹੀ ਹੈ ਵਜ਼ਾਰਤ, ਉਹਦੇ ਲਈ ਵਜ਼ਾਰਤ ਰੋਟੀ ਹੈ। ਇੱਥੋਂ ਤੱਕ ਇੱਕ ਵੀਡੀਓ ਵਾਇਰਲ ਹੋਈ ਸੀ ਬਲਕਾਰ ਜੀ, ਕਿ ਇੱਕ ਬੰਦੇ ਕੋਲ ਰੋਟੀ ਹੈ, ਉਹਨੇ ਲਿਫਾਫੇ 'ਚੋਂ ਕੱਢੀ, ਸੁੱਕੀ ਹੋਈ ਹੈ, ਪਾਣੀ ਦੀ ਟੂਟੀ ਦੇ ਥੱਲੇ ਕਰਕੇ ਰੋਟੀ ਨੂੰ ਗਿੱਲਾ ਕੀਤਾ, ਇੱਦਾਂ ਫਿਰ ਉਸ ਰੋਟੀ ਨੂੰ ਖਾ ਰਿਹਾ। ਇੱਕ ਇਹ ਹਾਲਾਤ ਨੇ। ਇੱਕ ਤੁਸੀਂ ਵਾਸ਼ਰੂਮ ਦੇ ਵਿੱਚ ਪੋਟ ਦੇ ਉੱਤੇ ਸੋਨੇ ਦਾ ਪਾਣੀ ਚੜਾਇਆ ਹੋਇਆ। ਇਹ ਤਾਂ ਹੈਗਾ ਕੀ ਹੈ ਇਹ ਪਾੜਾ ਵਾ, ਇਹਦੇ 'ਚ ਪਾੜਾ ਰਹਿਣਾ ਵੀ ਆ। ਮੈਂ ਤੁਹਾਨੂੰ ਦੱਸਦਾ, ਮੈਂ ਆਪ ਅੱਖਾਂ ਨਾਲ ਵੇਖਿਆ, ਜਿੱਥੇ ਇਹ ਗੰਦਾ ਨਾਲਾ ਲੁਧਿਆਣੇ ਵਾਲਾ ਨਾ, ਉੱਥੇ ਇੱਕ ਗੰਦੇ ਨਾਲੇ 'ਤੇ ਲੋਕਾਂ ਦਾ ਟੱਪਰੀਆਂ ਸੀਗੀਆਂ। ਅਸੀਂ ਕੋਈ ਫਿਲਮ ਬਣਾ ਰਹੇ ਸੀਗੇ, ਜਦੋਂ ਮੈਂ ਵੇਖਿਆ ਉਹਦੇ ਵਿੱਚ
ਉਹਨਾਂ ਨੇ ਆਟਾ ਮੱਕੀ ਦਾ ਗੁੰਨਿਆ, ਮੱਕੀ ਦੇ ਆਟੇ 'ਚ ਪਾਣੀ ਪਾਇਆ। ਮੈਂ ਕਿਹਾ ਇਹ ਰੋਟੀਆਂ ਬਣਾਉਣਗੇ, ਆਟਾ ਇਕੱਲਾ ਹੀ ਖਾ ਰਹੇ ਸੀ ਲੋਕ। ਭੁੱਖ ਔਰ ਢਿੱਡ ਨੂੰ ਝੁਲਸਣ ਲਈ ਰੋਟੀ ਦੀ ਜ਼ਰੂਰਤ ਜਿਹੜੀ ਹੈਗੀ ਆ, ਉਹਨਾਂ ਨੇ ਆਪਣਾ ਭੁੱਖ ਦੂਰ ਕਰਨ ਲਈ ਇਹ ਕੰਮ ਸੀਗਾ। ਔਰ ਇਹ ਹਿੰਦੁਸਤਾਨ ਆ, ਇਹ ਲੋਕ ਨੇ ਸਾਡੇ, ਔਰ ਪੰਜਾਬ ਦੀ ਧਰਤੀ 'ਤੇ ਮੈਂ ਵੇਖਿਆ ਕੰਮ। ਔਰ ਬਾਹਰੋਂ ਆਏ ਸੀ ਉਹ ਮਾਈਗ੍ਰੇਟਰੀ ਲੇਬਰ ਆ ਜਾਂ ਕੌਣ ਹੈਗੇ ਵਿਚਾਰੇ ਕੰਮ ਕਰਦੇ ਆ। ਆਟਾ ਨਸੀਬ ਹੋਇਆ ਇਹਨਾਂ ਨੂੰ, ਅੱਗ ਨਹੀਂ ਜਿਸ 'ਚ ਪਕਾਉਣੀ ਉਹ ਨਹੀਂ ਹੋਈ, ਉਹਦੇ 'ਚ ਤਵਾ ਨਹੀਂ ਗਾ, ਪਰਾਤ ਨਹੀਂ ਗਾ, ਆਟਾ ਖਾ ਰਹੇ ਸੀ। ਇਹ ਜ਼ਮਾਨਾ ਹੈ, ਇਹ ਲੋਕਾਂ ਦੀ ਗੱਲ ਹੈਗੀ। ਤੁਸੀਂ ਦੱਸ ਰਹੇ ਜੇ ਕਿ ਲਿਫਾਫੇ 'ਚੋਂ ਕੱਢ ਕੇ ਰੋਟੀ ਗਿੱਲੀ ਕਰਕੇ ਖਾ ਰਹੇ। ਔਰ ਬੜੇ ਤਰ੍ਹਾਂ ਦੇ ਹੈਗੇ, ਜਦੋਂ ਤੁਸੀਂ ਫੁੱਟਪਾਥ 'ਤੇ ਜਾਂਦੇ ਜੇ ਲੋਕ ਦੇਖੋ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਆ। ਚਲੋ ਰੱਬ ਸਭ ਦਾ ਅੱਗੇ ਵਧੀਏ ਆਪਾਂ ਜ਼ਰੂਰ। ਸਾਬਕਾ ਮੁੱਖ ਮੰਤਰੀ ਜਿਹੜੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ, ਪ੍ਰਕਾਸ਼ ਸਿੰਘ ਜੀ ਬਾਦਲ PGI ਦੇ ਵਿੱਚ ਦਾਖਲ ਹੋਏ ਨੇ ਕਿਉਂਕਿ ਉਹਨਾਂ ਨੂੰ ਬੁਖਾਰ ਦੀ ਸ਼ਿਕਾਇਤ ਸੀ ਤੇ ਇਸ ਵਕਤ ਜ਼ੇਰੇ ਇਲਾਜ ਨੇ PGI ਦੇ ਵਿੱਚ। ਡਾਕਟਰਾਂ ਦੀ ਟੀਮ ਉਹਨਾਂ ਦੇ ਉੱਤੇ ਸਾਰੀ ਜਿੱਦਾਂ ਡਾਇਗਨੋਸ ਕਰਨਾ ਔਰ ਸਭ ਕੁਝ ਕਰਨਾ ਉਹ ਚੱਲਦਾ ਪਿਆ। ਹਾਂ, ਬਾਦਲ ਸਾਹਿਬ ਅੱਜ ਨਹੀਂ ਬਹੁਤ ਵਾਰੀ ਇਸ ਤਰ੍ਹਾਂ ਦਾ ਹੋ ਕੇ ਜ਼ਿਆਦਾ ਜਦੋਂ ਰੂਟੀਨ ਚੈੱਕਅਪ ਹੁੰਦਾ, ਜਦੋਂ ਹੁੰਦਾ ਤਾਂ ਉਹ ਜਾਂਦੇ PGI। ਔਰ ਜੇ ਆ ਵੇਖਿਆ ਜਾਵੇ ਤਾਂ ਉਮਰ ਵੀ ਬਹੁਤ, ਹੁਣ ਉਮਰ ਉਹਨਾਂ ਦੀ ਤਕਰੀਬਨ 90 ਤੋਂ ਉੱਪਰ ਚਲੇ ਗਏ। ਔਰ ਉਹਨਾਂ ਦੇ ਸਾਥੀ ਜਿਹੜੇ ਆ ਉਹ ਕਈ ਤਾਂ ਸਾਥੀ ਤੁਰ ਗਏ ਆ, ਔਰ ਕਈ ਸਾਥੀ ਇੱਕ ਦੋ ਹੋਣਗੇ ਜਿਹੜੇ ਹਰਿਆਣਾ 'ਚ ਨੇ, ਉਹਨਾਂ ਦੇ ਕੋਈ ਪੁਰਾਣੇ ਸਾਥੀ ਰਾਜਨੀਤੀ ਨਾਲ ਸੰਬੰਧਿਤ। ਔਰ ਬਾਕੀ ਜਿਹੜੇ ਸਾਥੀ ਉਹਨਾਂ ਦੇ ਕੋਈ ਆਰਮੀ 'ਚ ਜਾਂ ਕਿਤੇ ਪਾਸੇ ਕੋਈ ਮੈਡੀਕਲ ਲਾਈਨ 'ਚ ਨਹੀਂ ਰਿਹਾ ਕੋਈ ਵੀ। ਔਰ ਇਹਨਾਂ ਦੀ ਸਿਹਤ ਬੜੀ ਅੱਛੀ ਰਹੀ ਹੈ, ਔਰ ਇਹਨਾਂ ਨੇ ਰੱਜ ਕੇ ਰਾਜ ਕਮਾਇਆ। ਔਰ ਉਹਦੇ ਵਿੱਚ ਇਹਨਾਂ ਨੇ ਬੜੇ ਕੰਮ ਕੀਤੇ ਵੀ ਪੰਜਾਬ 'ਚ। ਔਰ ਜਿੱਦਾਂ ਦੀ ਪਾਰਟੀ ਤੁਸੀਂ ਦੱਸ ਰਹੇ ਜੇ 5 ਸਾਲ ਤੱਕ 25 ਸਾਲ ਰਾਜ ਕਰਨਾ ਬਹੁਤ ਵੱਡੀ ਗੱਲ ਹੈ, ਕਿਉਂਕਿ ਦੇਸ਼ ਨੂੰ ਅਜੇ 75 ਸਾਲ ਹੀ ਹੋਏ ਆ। ਅੱਧਾ ਸਮਾਂ ਤਾਂ ਬਾਦਲ ਸਾਹਿਬ ਨੇ ਰਾਜ ਕੀਤਾ ਪੰਜਾਬ 'ਤੇ, ਔਰ ਉਸ ਟਾਈਮ 'ਤੇ ਰਾਜ ਕੀਤਾ ਜਿਸ ਟਾਈਮ 'ਤੇ ਪੰਜਾਬ ਖੁਸ਼ਹਾਲ ਵੀ ਰਿਹਾ, ਪੰਜਾਬ ਹੇਠਾਂ ਉੱਤੇ ਵੀ ਆਉਂਦਾ ਰਿਹਾ। ਔਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਨੇਤਾ ਨੇ, ਉਹ ਖਾਸ ਤੌਰ 'ਤੇ ਕਾਂਗਰਸ ਦੇ ਨਾਲ ਨੇ, ਪੁਰਾਣੇ ਨੇਤਾਵਾਂ ਦੇ ਵਿੱਚੋਂ। ਔਰ ਪ੍ਰਤਾਪ ਸਿੰਘ ਕੈਰੋਂ ਪਹਿਲੇ ਮੁੱਖ ਮੰਤਰੀ ਰਹੇ ਆ ਜਿਹੜੇ ਪੰਜਾਬ ਦੇ ਵਿੱਚ, ਉਹਨਾਂ ਨੇ ਬੜਾ ਵਿਕਾਸ ਕੀਤਾ। ਔਰ ਉਦੋਂ ਬਾਅਦ ਜਿਹੜਾ ਨਾਂ ਜਾਣਿਆ ਜਾਂਦਾ, ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਜਾਣਿਆ ਜਾਂਦਾ। ਲੰਬੀ ਏਰੀਆ ਇਹਨਾਂ ਦਾ ਪਿੰਡ ਦਾ ਹੈਗਾ। ਔਰ ਇਹਨਾਂ ਦੇ ਵਿੱਚ ਇਹ ਗੱਲ ਰਹੀ ਕਿ ਇਹਨਾਂ ਨੇ ਇੱਕ ਗੱਲ ਰੱਖੀ ਕਿ ਜਿਹੜਾ ਪਿੰਡ ਦਾ ਪਿਛੋਕੜ ਆ ਉਹਦਾ ਨਾਂ ਹੀ ਲਿਖਿਆ ਜਾਊਗਾ, ਆਪਣੀ ਸਬਕਾਸਟ ਨਹੀਂ ਲਿਖੀ ਜਾਊਗੀ। ਇਹਨਾਂ ਨੇ ਇਸ ਤਰੀਕੇ ਦਾ ਇੱਕ ਬੜਾ ਵਧੀਆ ਰਿਵਾਇਤ ਚਲਾਈ, ਬਣਾਇਆ ਸੀ ਰਿਵਾਇਤ, ਔਰ ਰਹੀ ਵੀ ਹੈਗੀ ਆ, ਜਿਹਦੇ ਵਿੱਚ ਸਾਰੇ ਜਿੰਨੇ ਇਹਨਾਂ ਦੇ ਲੀਡਰ ਨੇ ਜਾਂ ਜਿੰਨੇ ਇਹਨਾਂ ਦੇ ਮੰਤਰੀ ਰਹੇ ਆ, ਉਹਦੇ ਵਿੱਚ ਸਾਰਾ ਕੁਝ ਰਿਹਾ। ਅੱਗੇ ਇਹਨਾਂ ਦੇ ਬੇਟੇ ਦਾ ਨਾਮ ਵੀ ਸੁਖਬੀਰ ਬਾਦਲ ਹੀ ਆ, ਔਰ ਉਹ ਵੀ ਚੰਗਾ ਕੰਮ ਕਰ ਰਹੇ ਆ। ਉਹਨਾਂ ਐਤਕੀ ਉਹਨਾਂ ਦੇ ਵਿੱਚੋਂ ਤੁਹਾਨੂੰ ਸੁਣਿਆ ਹੈਗਾ ਕਿ ਉਹਨਾਂ ਨੇ ਕਹਿ ਦਿੱਤਾ ਕਿ ਇੱਕ ਪਰਿਵਾਰ ਵਿੱਚੋਂ ਇੱਕ ਟਿਕਟ ਮਿਲੂਗੀ, ਇੱਕ ਟਿਕਟ 'ਤੇ ਲੜਿਆ ਜਾਊਗਾ। ਤੇ ਜਿਹੜਾ ਭਾਰਤੀ ਪ੍ਰਧਾਨ ਹੈ, ਪ੍ਰਧਾਨ ਉਹਨੂੰ 10 ਸਾਲ ਕਰਤਾ ਉਹਨਾਂ ਨੇ, ਉਹ ਡਬਲ ਕਰਤਾ ਉਹਨਾਂ ਨੇ ਇੱਕ ਗੱਫਾ ਪਹਿਲਾਂ ਵੱਡਾ ਲੈ ਲਿਆ ਨਾ, ਕਿ ਉਹਨਾਂ ਦੀ ਕੋਰ ਕਮੇਟੀ ਵਿੱਚ ਜਿਸ ਝੂਦਾ ਸਾਹਿਬ ਸੀਗੇ, ਉਹਨਾਂ ਨੇ ਕਿਹਾ ਕਿ ਪਾਰਟੀ ਦੀ ਜਿਹੜੀ ਆ ਇਸ ਵੇਲੇ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਚੂਣਤਾਈਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਵੇਖੀਆਂ ਵੀ, ਪਰ ਇਹਨਾਂ ਨੇ ਉਹਦੇ ਵਿੱਚ ਕਹਿ ਦਿੱਤਾ ਪਹਿਲਾਂ ਤਾਂ ਇਹਨਾਂ ਦੀ ਪ੍ਰਧਾਨਗੀ ਤਾਂ ਇਹਨਾਂ ਨੂੰ ਦੇਣਾ ਪੈਣਾ ਸੀ, ਅਸਤੀਫਾ ਜਾ ਰਹੇ ਸੀਗੇ, ਪਰ ਸਾਰਿਆਂ ਨੇ ਰਲ ਮਿਲ ਕੇ ਉਹ ਗੱਲ ਮੰਨ ਲਈ। ਮੰਨਣ ਤੋਂ ਬਾਅਦ ਹੁਣ ਇਹ 10 ਸਾਲ ਰਹਿਣਗੇ। ਔਰ ਪਾਰਟੀ ਦੀ ਟਿਕਟ ਜਿਹੜੀ ਆ ਉਹ ਉੱਦਾਂ ਨਹੀਂ ਵੰਡੀ ਜਾਊਗੀ, ਇੱਕ ਟਿਕਟ ਇੱਕ ਹੀ ਪਰਿਵਾਰ ਨੂੰ ਦਿੱਤੀ ਜਾਊਗੀ। ਦੂਜਾ MLA ਇਹਨਾਂ ਨੇ ਆਪ ਕਿਹਾ ਕਿ ਉਹ MLA ਜਿਹੜੇ ਰੁਕਦੇ ਸੀ, ਜਿਨ੍ਹਾਂ ਨੂੰ ਅਸੀਂ ਹਲਕਾ ਦੇ ਇੰਚਾਰਜ ਬਣਾਉਂਦੇ ਸੀ, ਉਹ ਵਿੱਚੋਂ ਆਪਣੀਆਂ ਟਿਕਟਾਂ, ਆਪਣੇ ਸਾਰਾ ਫਾਇਦੇ, ਆਪਣਾ ਸਾਰਾ ਕੁਝ ਕਰ ਜਾਂਦੇ ਸੀ, ਇੰਡੀਵਿਜੂਅਲ ਵਿਅਕਤੀਗਤ ਤੌਰ 'ਤੇ ਕਰਦੇ ਸੀ। ਹੁਣ ਉੱਤੇ ਵੀ ਰੋਕ ਲਾਵਾਂਗੇ। ਕਈ ਚੀਜ਼ਾਂ ਇਹਨਾਂ ਨੇ ਚੰਗੀਆਂ ਲਈਆਂ, ਪਰ ਪਾਰਟੀ ਬੜੀ ਪੁਰਾਣੀ ਪਾਰਟੀ ਆ, ਔਰ ਪਾਰਟੀ ਜਿਹੜੀ ਆ ਇੱਥੇ ਬੜੇ ਤਰੀਕੇ ਨਾਲ, ਔਰ ਇਹਨਾਂ ਦਾ ਚੋਣ ਨਿਸ਼ਾਨ ਵੀ ਬੜਾ ਅੱਛਾ ਸੀਗਾ, ਜਿਸ 'ਚ ਬਾਬੇ ਨਾਨਕ ਦੀ 13 ਦਾ ਤਕੜੀ ਸੀਗੀ, ਔਰ ਬੜੇ ਲੋਕ ਇਹਨਾਂ ਨਾਲ ਸਾਇਲੈਂਟ ਵੋਟ ਵੀ ਪਿੰਡਾਂ 'ਚ ਬਹੁਤ ਸੀ। ਬਟ ਇੱਕ ਗੱਲ ਹੈ ਕਿ ਵੱਡੇ ਬਾਦਲ ਸਾਹਿਬ ਜਿਹੜੀਆਂ ਆਖਰੀ ਚੋਣਾਂ ਹਾਰ ਗਏ ਨੇ ਨਾ, ਕਹਿੰਦੇ ਸੀ ਆਖਰੀ ਵਾਰ ਮੈਂ ਫਿਰ ਲੜ ਕੇ ਦੇਖਦਾ, ਪਾਰਟੀ ਵੱਲੋਂ ਹੁਕਮ ਹੋਇਆ, ਇਹ ਹਾਰ ਗਏ ਨੇ। ਇਹਦੇ ਵਿੱਚ ਇਹਨਾਂ ਇਹ ਅਫਸੋਸ ਵਾਲੀ ਗੱਲ ਹੈ। ਸਤਿਕਾਰ ਨਾਲ ਨਹੀਂ ਲੋਕਾਂ ਨੇ ਇਹਨਾਂ ਨੂੰ ਨਜਿੱਠਿਆ, ਔਰ ਇਹਨਾਂ ਨੂੰ ਚਾਹੀਦਾ ਨਹੀਂ ਸੀਗਾ, ਕਿਉਂਕਿ ਇਹਨਾਂ ਨੇ ਅੱਗੇ ਸਾਰੀਆਂ ਇਲੈਕਸ਼ਨਾਂ ਜਿੱਤੀਆਂ ਔਰ ਸਤਿਕਾਰ ਕੀਤਾ ਲੋਕਾਂ ਨੇ। ਪਰ ਐਤਕੀ ਜਿਹੜਾ ਲੋਕ ਇਹਨਾਂ ਤੋਂ ਦੂਰ ਚਲੇ ਗਏ, ਔਰ ਇਹ ਵੀ ਲੋਕਾਂ ਤੋਂ ਦੂਰ ਚਲੇ ਗਏ। ਇਹਨਾਂ ਦਾ ਸੰਗਤ ਦਰਸ਼ਨ ਨੂੰ ਬਹੁਤ ਪਿਆਰ ਕਰਦੇ ਸੀ, ਲੋਕਾਂ ਨੂੰ ਮਿਲਦੇ ਸੀ। ਜਦੋਂ ਉਹਨਾਂ ਨੇ ਲੋਕਾਂ ਨੇ ਕਿਹਾ ਨਾ ਹਾਰਨ ਬਾਰੇ, ਕਹਿੰਦੇ ਤੇ ਹੋਣਾ ਹੀ ਸੀ, ਮਤਲਬ ਉਹਨਾਂ ਨੂੰ ਪਤਾ ਸੀ ਹਾਰਨਾ ਹੈਗਾ। ਸਿਆਣੇ ਆ, ਬੜੇ ਸੂਝਵਾਨ ਆ ਜੀ। ਆਪਾਂ ਅੱਗੇ ਵਧੀਏ ਹੁਣ। ED ਦੇ ਡਾਇਰੈਕਟਰ ਦੇ ਕਾਰਜਕਾਲ ਵਿੱਚ ਜਿਹੜਾ ਵਾਅਦਾ ਕੀਤਾ ਹੈ, ਉਹਦੇ ਖਿਲਾਫ ਪਟੀਸ਼ਨ 'ਤੇ ਸੁਣਵਾਈ ਹੋਣੀ ਹੈ, ਕਿਉਂਕਿ ਪਹਿਲਾਂ ਵੀ ਇਹ ਗੱਲ ਉੱਠੀ ਸੀ ਕਿ ਕੇਂਦਰ ਸਰਕਾਰ ਵੱਲੋਂ ਜੋ ਉੱਥੋਂ ਦੇ ਚੀਫ ਨੇ, ਉਹਨਾਂ ਦੇ ਕਾਰਜਕਾਲ ਦੇ ਵਿੱਚ 5 ਸਾਲ ਦਾ ਸਮਾਂ ਹੋਰ ਵਧਾ ਦਿੱਤਾ ਗਿਆ। ਉਹ ਕਿਸ ਕਾਨੂੰਨ ਦੇ ਆਧਾਰ 'ਤੇ, ਕਿਸ ਕਾਨੂੰਨ ਦੇ ਔਰ ਕੌਨਸਟੀਟਿਊਸ਼ਨ ਦੀ ਕਿਸ ਧਾਰਾ ਦੇ ਆਧਾਰ 'ਤੇ, ਇਹ ਸਾਰੀਆਂ ਗੱਲਾਂ ਹੋਈਆਂ ਕਿ ਉਹ ਸਾਰਾ ਕੁਝ ਮੈਟਰ ਕਲੀਅਰ ਕਰੋ ਕਿ ਕਿਸ ਆਧਾਰ ਦੇ ਉੱਤੇ ਤੁਸੀਂ ਇਹ ਵਧਾਇਆ ਹੈ। ਸੋ ਇਹ ਕੋਰਟ ਨੇ ਉਹ ਚੀਜ਼ਾਂ ਮੰਗੀਆਂ, ਅਤੇ ਉਸੇ ਕੇਸ ਦੇ ਵਿੱਚ ਜਿਹੜੀ ਪਟੀਸ਼ਨਸ ਨੇ
ਉਹਦੀ ਹੁਣ ਸੁਣਵਾਈ ਹੈ। ਇਹ ਫੈਸਲਾ ਜਿਹੜੀ ਜਾਚਕਾ ਦਾਇਰ ਹੋਈਆਂ ਸੁਪਰੀਮ ਕੋਰਟ 'ਚ ਗਈਆਂ ਔਰ ਇਹਦੇ ਵਿੱਚ ਈਡੀ ਦੀ ਜਿਹੜੀ ਕਾਰਜਕਾਲ ਦੀ ਵਿਵਸਥਾ ਸੀ ਉਹ ਇਹਨਾਂ ਨੇ 10 ਸਾਲ ਡਬਲ ਕਰ ਦਿੱਤੀ। ਜਿਸ ਤਰ੍ਹਾਂ ਹੁਣ ਆਪਾਂ ਸੁਖਬੀਰ ਬਾਦਲ ਦੀ ਗੱਲ ਕੀਤੀ ਸੀ, ਸੇਮ ਉਹੀ ਗੱਲ ਹੈ ਕਿ ਉਹਦੇ ਵਿੱਚ ਵੀ ਇਹਨਾਂ ਨੇ ਕਾਰਜਕਾਲ ਬਿਲਕੁਲ ਡਬਲ ਕਰਨ ਦੀ ਜਿਹੜੀ ਆ ਉਹ ਗੱਲ ਸਕੀਮ ਬਣਾਈ। ਔਰ ਇਹਦੇ ਵਿੱਚ ਜਦੋਂ ਇਹਨਾਂ ਨੇ ਕੇਂਦਰ ਵੱਲੋਂ ਇਹ ਬਿਲਕੁਲ ਅਨਾਉਂਸ ਹੋ ਗਿਆ, ਨੋਟੀਫਿਕੇਸ਼ਨ ਵੀ ਹੋਣ ਵਾਲਾ ਸੀਗਾ, ਸਾਰਾ ਕੁਝ ਸੀਗਾ, ਪਰ ਉਹਦੇ ਵਿੱਚ ਜਿਹੜੇ ਲੋਕ ਪੜ੍ਹੇ ਲਿਖੇ ਨੇ, ਜਿਹੜੇ ਕਾਨੂੰਨ ਨੂੰ ਜਾਣਦੇ ਨੇ, ਕਾਨੂੰਨ ਦੇ ਗਿਆਤਾ ਨੇ, ਉਹਨਾਂ ਨੇ ਇਹਦੇ ਵਿੱਚ ਸਾਰੀਆਂ ਜਾਚਕਾਂ ਪਾਤੀਆਂ, ਪਟੀਸ਼ਨ ਦਾਇਰ ਕਰਤੀਆਂ। ਸੁਰਜੇਵਾਲ ਨੇ, ਕਾਂਗਰਸ ਦੇ ਨੇਤਾ, ਉਹਨਾਂ ਨੇ ਕੀਤਾ ਔਰ ਉਹਦੇ ਵਿੱਚ ਬਾਕੀ ਵਿਰੋਧੀ ਪਾਰਟੀਆਂ ਦੇ ਲੋਕ ਵੀ ਨੇ। ਪਰ ਈਡੀ ਦੀ ਜਿਹੜੀ ਪੋਸਟ ਹੈ ਬੜੀ ਅੱਛੀ ਤੇ ਵੱਡੀ ਪੋਸਟ ਹੈ ਜਿਹੜੀ ਇਨਕੁਆਇਰੀ ਕਰਦੀ ਹੈ ਔਰ ਇਹਦੇ ਵਿੱਚ ਖਾਸ ਤੌਰ 'ਤੇ ਉਹਨਾਂ ਲੋਕਾਂ ਦੀ ਇਨਕੁਆਇਰੀ ਹੋਈ ਹੈ ਜਿਨ੍ਹਾਂ 'ਤੇ ਦੋਸ਼ ਮੜੇ ਗਏ ਆ, ਜਿਨ੍ਹਾਂ ਦੇ ਵਿੱਚ ਦੋਸ਼ ਪਾਏ ਵੀ ਗਏ ਆ, ਕਈਆਂ ਕੋਲ ਦੋਸ਼ ਨਹੀਂ ਮਿਲੇ। ਚਲੋ ਇਨਕੁਆਇਰੀ ਤਾਂ ਹੈ, ਇਹ CBI ਦੇ ਬਰਾਬਰ ਦੀ ਇੱਕ ਇੱਦਾਂ ਦੀ ਹੈਗੀ ਆ ਜਿਹਦੇ ਵਿੱਚ ਜਿਹੜੀ ਦੀ ਕਾਰਜ ਵਿਵਸਥਾ ਉਹਨੂੰ 10 ਸਾਲ ਕਰਨ ਦਾ ਇਹਨਾਂ ਨੇ ਬਣਾਇਆ ਸੀ ਮਨਸੂਬਾ। ਪਰ ਹੁਣ ਦੇਖੋ ਅੱਜ ਸੁਣਵਾਈ ਆ, ਹੁਣ ਫੈਸਲਾ ਕੀ ਕਰਦੀ ਸੁਪਰੀਮ ਕੋਰਟ, ਉਹਦੇ ਚੀਫ ਜਸਟਿਸ ਜਿਹੜੇ ਉਹਨਾਂ ਦੇ ਨੌਲੇਜ 'ਚ ਹੈਗੀ ਇਹ ਗੱਲ। ਹੁਣ ਦੇਖੋ ਜੇ ਤਾਂ ਉਹ ਸਰਕਾਰ ਦੀ ਗੱਲ ਮੰਨ ਗਏ ਤਾਂ ਗੱਲ ਪੂਰੀ ਹੋ ਸਕਦੀ ਹੈ, ਫਿਰ 10 ਦਾ 10 ਸਾਲ ਹੀ ਰਹੂਗਾ। ਜੇ ਉਹਨਾਂ ਨੇ ਜਨਤਾ ਦੀ ਗੱਲ ਮੰਨਣੀ ਪਈ, ਜੇ ਅਕੋਰਡਿੰਗ ਕਨਸਟੀਟਿਊਸ਼ਨ ਗੱਲ ਰਹੀ ਹੈ ਜਿਹਦੇ ਵਿੱਚ ਤਾਰਾਂ ਲੱਗ ਰਹੀਆਂ ਨੇ, ਜੇ ਉਹ ਗੱਲ ਉੱਥੋਂ ਤੱਕ ਰਹੀ ਅਤੇ ਕਾਨੂੰਨ ਅਵਸਥਾ ਜੇ ਆਪਣੀ ਉਸ ਤਰੀਕੇ ਨਾਲ ਚੱਲਿਆ ਤਾਂ ਲੋਕਾਂ ਨੂੰ ਖੁਸ਼ ਕਰਨ ਦੀ ਗੱਲ ਕਰਨੀ ਪਈ ਤਾਂ ਫਿਰ ਠੀਕ ਹੈ, ਕਿਉਂਕਿ ਇੱਕ ਜਾਚਕਾ ਨਹੀਂ, ਜਾਚਕਾ ਬਹੁਤ ਨੇ ਔਰ ਹੋ ਸਕਦਾ ਜੇ ਹੁਣ ਇਹ ਰਹਿ ਗਈ ਤਾਂ ਲੋਕ ਫਿਰ ਦੁਬਾਰਾ ਪਾ ਦੇਣਗੇ, ਕਿਉਂਕਿ ਕਾਨੂੰਨ ਦੇ ਵਿੱਚ ਇਹ ਨਹੀਂ ਰੋਕਿਆ ਜਾ ਸਕਦਾ ਨਾ ਬੋਲਣ ਤੋਂ, ਨਾ ਜਾਚਕਾ ਤੋਂ, ਨਾ ਲੋਕਾਂ ਨੂੰ ਵਿਰੋਧਤਾ ਕਰਨ ਤੋਂ। ਕਿਤੇ ਨਾ ਕਿਤੇ ਬਲਕਾਰ ਜੀ ਭਾਰਤ ਦੇ ਲੋਕਾਂ ਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਜ਼ਰੂਰ ਕਿ ਜੋ ਹੋ ਰਿਹਾ ਹੈ ਉਹਦੇ ਵਿੱਚ ਕੁਝ ਅਜਿਹਾ ਹੈ ਜੋ ਗਲਤ ਹੋ ਰਿਹਾ ਹੈ, ਜੋ ਨਹੀਂ ਹੋਣਾ ਚਾਹੀਦਾ ਪਰ ਹੋ ਰਿਹਾ ਹੈ। ਇਹ ਭਾਰਤ ਦੇ ਲੋਕ ਮਹਿਸੂਸ ਕਰ ਰਹੇ ਨੇ ਜ਼ਰੂਰ। ਇਸ ਕਰਕੇ ਚਾਹੇ ਦਬੀ ਆਵਾਜ਼ ਹੈ, ਚਾਹੇ ਕਿਤੇ ਬੁਲੰਦ ਆਵਾਜ਼ ਵੀ ਹੈ, ਜਿਹਦੀ ਕਪੈਸਿਟੀ ਹੈ, ਹੁਣ ਜਿਹਦੇ ਕੋਲ ਕੋਈ ਤਾਕਤ ਹੀ ਨਹੀਂ ਉਹ ਦਬੀ ਆਵਾਜ਼ 'ਚ ਗੱਲ ਕਰੇਗਾ, ਹੌਲੀ ਜਿਹੀ ਗੱਲ ਕਰ ਲੇਗਾ, 4 ਬੰਦਿਆਂ ਨੂੰ ਇੱਧਰ ਉੱਧਰ ਦੇਖ ਕੇ ਕਿ ਕੋਈ ਸੁਣਦਾ ਤਾਂ ਨਹੀਂ ਪਿਆ ਤਾਂ ਗੱਲ ਕਰ ਲੇਗਾ, ਪਰ ਗੱਲ ਉਹੀਓ ਕਰੇਗਾ। ਪਰ ਜਿਹੜੇ ਬੁਲੰਦ ਆਵਾਜ਼ 'ਚ ਗੱਲ ਕਰ ਸਕਦੇ ਨੇ, ਪਾਰਲੀਮੈਂਟ 'ਚ ਗੱਲ ਕਰ ਸਕਦੇ ਨੇ, ਪਬਲਿਕ ਸੇਵਾਵਾਂ 'ਚ ਗੱਲ ਕਰ ਸਕਦੇ ਨੇ, ਪਬਲਿਕ ਦੇ ਵਿੱਚ ਮੀਡੀਆ ਦੇ ਵਿੱਚ ਗੱਲ ਕਰ ਸਕਦੇ ਨੇ, ਉਹ ਇਹ ਗੱਲ ਜ਼ਰੂਰ ਉਜਾਗਰ ਕਰਦੇ ਨੇ, ਉਹ ਐਕਸਪਰਟਸ ਗੱਲ ਜ਼ਰੂਰ ਕਰਦੇ ਨੇ। ਕੁਝ ਨਾ ਕੁਝ ਅਜਿਹਾ ਹੋ ਰਿਹਾ ਜੋ ਲੋਕਤੰਤਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਪਰ ਹੋ ਰਿਹਾ। ਜਿੰਨੀਆਂ ਪੜਤਾਲ ਕਰਨ ਵਾਲੀਆਂ, ਇਨਕੁਆਇਰੀ ਕਰਨ ਵਾਲੀਆਂ ਏਜੰਸੀਆਂ ਹੁੰਦੀਆਂ ਨਾ, ਉਸ ਵੇਲੇ ਜਿਹੜੇ ਮੌਕੇ ਦੀ ਹਕੂਮਤ ਆ ਉਹਦੀ ਦਖਲਅੰਦਾਜ਼ੀ ਨਾਲ ਚੱਲਦੀਆਂ। ਜਿਸ ਤਰ੍ਹਾਂ ਉਹਨਾਂ ਦੀ ਜੋ ਗੱਲ ਕਹਿਣਗੇ ਉਹਨਾਂ ਨੂੰ ਮੰਨਣਾ ਪੈਂਦਾ। CBI ਹੋਈ, ED ਹੋਣਗੇ, ਜਿਹਦੇ 'ਚ ਤੁਹਾਨੂੰ ਪੰਜਾਬ ਪੁਲਿਸ ਜਾਂ ਬਾਕੀ ਪੁਲਿਸ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਸੁਰੱਖਿਆ ਬਾਡੀਆਂ ਨੇ, ਜਿਨ੍ਹਾਂ 'ਚ ਡਾਇਰੈਕਟਰ ਜਨਰਲ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੀ ਮੌਕੇ ਦੀ ਹਕੂਮਤ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ, ਕਰਦੇ ਵੀ ਆ। ਔਰ ਦੇਖੋ ਵਿਜੀਲੈਂਸ ਨੇ ਕਿੰਨਾ ਕੁਛ ਕੀਤਾ ਪੰਜਾਬ 'ਚ, ਕਿੰਨੇ ਮੰਤਰੀ, ਕਿੰਨੇ ਸਾਬਕਾ ਮੰਤਰੀ ਫੜੇ ਆ ਨਾ ਹੁਣ, ਔਰ ਬਾਕਾਇਦਾ ਤੌਰ 'ਤੇ ਜੁਡੀਸ਼ਰੀ ਨੇ ਦੱਸਿਆ ਕਿ ਇਹਨਾਂ ਦੇ ਦੋਸ਼ ਲੱਗ ਗਏ ਆ। ਉਹ 'ਚ ਮੰਤਰੀ ਨੇ, ਜਿਸ 'ਚ ਜੰਗਲਾਤ ਮੰਤਰੀ ਆ, ਜਿਸ 'ਚ ਐਜੂਕੇਸ਼ਨ ਮੰਤਰੀ ਆ, ਜਿਸ 'ਚ ਫੂਡ ਐਂਡ ਸਪਲਾਈ ਮੰਤਰੀ ਆ, ਲਾਈਨਾਂ ਲੱਗੀਆਂ ਪਈਆਂ ਮੰਤਰੀਆਂ ਦੀ, ਕੋਈ ਬਚਿਆ ਨਹੀਂ ਗਾ। ਰਹਿੰਦੀ ਗੱਲ ਜਿਹੜੀ ਹੁਣ ਆ ਗਈ ਆ ਜਿਹਦੇ ਵਿੱਚ ਰਾਜਾ ਵੜਿੰਗ ਜੀ ਜਿਹੜੇ ਸੂਬਾ ਪ੍ਰਧਾਨ ਨੇ ਕਾਂਗਰਸ ਦੇ, ਸੁਖਪਾਲ ਖਹਿਰਾ ਜੀ ਆ, ਜਿਨ੍ਹਾਂ ਨੇ ਇੱਕ ਲੈਟਰ ਦਾ ਤੁਸੀਂ ਦੇਖਿਆ ਹੋਗਾ, ਲੈਟਰ ਆ ਗਿਆ ਡਾਕੂਮੈਂਟਸ, ਜਿਸ 'ਚ ਕੇਜਰੀਵਾਲ ਦੇ ਸਾਈਨ ਕਰਕੇ, ਜਿਸ 'ਚ ਚੇਅਰਮੈਨੀ ਦਾ ਕੋਈ ਮਨਸੂਬ ਬਣਿਆ ਹੈਗਾ, ਉਹ 'ਚ ਸਾਈਨ ਜਿਹੜੇ ਜਾਲੀ ਆ ਗਏ। ਔਰ ਦੇਖੋ ਵਿਜੀਲੈਂਸ ਹੁਣ 1 ਮਿੰਟ 'ਚ ਫੜਦੀ ਸਾਰਾ ਕੁਝ। ਉਦੋਂ ਦੂਸਰੇ ਜਦੋਂ ਆ ਗਈ ਪਾਰਟੀ ਬਦਲ ਗਈ, ਉਦੋਂ ਇਹ ਅੰਦਰ ਹੋਣਗੇ ਤਾਂ ਉਹ ਬਾਹਰ ਹੋਣਗੇ। ਇਹ ਚੀਜ਼ਾਂ ਇਹ ਹੁੰਦੀਆਂ ਪਾਰਟੀ ਦੀਆਂ, ਉਹ ਪਾਵਰ ਉਦੋਂ ਜਿਨ੍ਹਾਂ ਕੋਲ ਵੱਡੀ ਕੁਰਸੀ ਆ, ਤਖਤ ਆ ਉਹਨਾਂ ਕੋਲ, ਉਹਨਾਂ ਦਾ ਆਦੇਸ਼ ਚੱਲਣਾ। ਉਹਦੇ ਵਿੱਚ ਇਹ ਕਰਮਚਾਰੀ ਆ, ਉਹਨਾਂ ਦੀ ਗੱਲ ਮੰਨਣਗੇ, ਸਾਰਾ ਕੁਝ ਹੈਗਾ। ਬੈਲੈਂਸ ਕਰਦੇ ਟਾਈਮ ਲੱਗ ਜਾਂਦਾ, ਪਹਿਲਾਂ ਕਹਿ ਦਿੰਦੇ ਪਿਆ ਬੰਦਾ ਦੋਸ਼ੀ ਆ ਔਰ ਦੋਸ਼ ਮੜੇ ਜਾਂਦੇ ਆ ਬਾਕਾਇਦਾ ਤੌਰ 'ਤੇ। ਉਦੋਂ ਡੈਮੋਕ੍ਰੇਸੀ, ਉਦੋਂ ਜੁਡੀਸ਼ਰੀ, ਉਦੋਂ ਸਾਰਾ ਇੱਕ ਭਾਅ ਤੁਲਦਾ, ਇੱਕੋ ਭਾਅ ਤੁਲਦਾ ਸੀ। ਬਿਲਕੁਲ ਜੀ, ਠੀਕ ਹੈ। ਇਹ ਤਾਂ ਹੁਣ ਸਮਾਂ ਦੱਸੇਗਾ ਜ਼ਰੂਰ ਕਿ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਸਮੇਂ ਨਾਲ ਕਹਿਣਾ ਹੀ ਕਹਿਣਾ, ਸਮੇਂ ਨਾਲ ਤਾਂ ਹੈਗਾ। ਸੋ ਹਰ ਚੀਜ਼ ਦਾ ਜਵਾਬ ਸਮੇਂ ਦੀ ਕੁੱਖ ਵਿੱਚ ਹੈ, ਸਮਾਂ ਜਵਾਬ ਦਿੰਦਾ। ਅੱਗੇ ਆਪਾਂ ਵਧਦੇ ਹਾਂ ਜੀ ਕਿ ਵਿਰੋਧੀ ਧਿਰਾਂ ਆਪਸ ਦੇ ਵਿੱਚ ਗੱਠਜੋੜ ਕਰਦੀਆਂ ਪਈਆਂ ਤੇ ਭਾਜਪਾ ਨੂੰ ਖੌਫ ਹੋ ਗਿਆ ਭਾਰਤੀ ਜਨਤਾ ਪਾਰਟੀ ਨੂੰ, ਕਿਉਂਕਿ ਆਪਾਂ ਇਹ ਸੁਣਦੇ ਹਾਂ ਕਿ ਵਿਰੋਧੀ ਧਿਰਾਂ ਦੇ ਵਿੱਚ, ਬਲਕਿ ਪੂਰੇ ਭਾਰਤ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਕਿ ਇਕੱਠੇ ਹੋ ਜਾਓ, ਕਿਉਂਕਿ ਅਸੀਂ ਭਾਜਪਾ ਦੇ ਵਿਰੋਧ ਦੇ ਵਿੱਚ ਮਜ਼ਬੂਤ ਹੋਣਾ ਹੈ। ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਭਾਜਪਾ ਇਸ ਚੀਜ਼ ਨੂੰ ਬੜੇ ਨਜ਼ਦੀਕਿਓਂ ਗੌਰ ਨਾਲ ਦੇਖਦੀ ਪਈ ਹੈ। ਉਹਨੂੰ ਖੌਫ ਹੋ ਗਿਆ ਕਿ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ ਨੇ, ਹੁਣ ਅੱਗੇ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ। ਇਹ ਗੱਲ ਵੈਸੇ ਜਦੋਂ ਉੱਠੀ ਹੈ ਨਾ, ਇਹ ਬਿਹਾਰ ਤੋਂ ਨਿਤਿਸ਼ ਕੁਮਾਰ ਜੀ ਉੱਥੇ ਨੇ ਮੁੱਖ ਮੰਤਰੀ, ਦੁਬਾਰਾ ਉਹਨਾਂ ਨੇ ਉਹ ਟੇਕਿੰਗ ਸੈਰਾਮਨੀ ਸਾਊਥ ਇੰਡੀਆ ਤੋਂ ਵੀ ਗੱਲ ਹੋਈ ਸੀ। ਹਾਂ, ਉਹ ਉਹਨਾਂ ਦੀ ਜਿਹੜੀ ਸਹੁੰ ਚੁੱਕ ਸਮਾਗਮ ਹੋਇਆ ਔਰ ਉਹਦੇ ਵਿੱਚ ਦੂਸਰਾ ਧੜਾ ਉਹਨਾਂ ਦੇ ਨਾਲ ਲਾਲੂ ਯਾਦਵ ਦਾ ਹੈਗਾ ਔਰ ਉਹ 2 ਧੜਿਆਂ ਨੇ ਮਿਲ ਕੇ ਆਪਣੀ ਜਿਹੜੀ ਬਣਾ ਕੇ ਸਾਰੀ ਵਜ਼ਾਰਤ, ਉਹਦੇ ਵਿੱਚ ਉਹਨਾਂ ਨੇ
ਮੁੱਖ ਮੰਤਰੀ ਦੁਬਾਰਾ ਬਣੇ ਆ ਔਰ ਉਹਦੇ ਵਿੱਚ ਖਦਸ਼ਾ ਬੀਜੇਪੀ ਨੂੰ ਹੋ ਗਿਆ। ਬੀਜੇਪੀ ਨੇ ਫਿਰ ਵਿੱਚੋਂ ਕੁਛ ਉਹਨਾਂ ਦੇ ਐਮਐਲਏ ਸੀ ਉਹ ਤੋੜੇ ਵਿੱਚੋਂ ਤੋੜ ਭੰਨ ਜਦੋਂ ਹੋਈ ਔਰ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਗੱਲ ਬੜੀ ਖਰਾਬ ਹੈ, ਇਹ ਸਰਕਾਰ ਵੀ ਹਿੱਲ ਸਕਦੀ ਹੈ, ਸੈਂਟਰ 'ਚ ਵੀ ਬੜਾ ਕੁਝ ਹੋ ਸਕਦਾ। ਉਹਨਾਂ ਨੇ ਇਹ ਕੀਤਾ ਕਿ ਬਾਕੀ ਪਾਰਟੀਆਂ ਇਕੱਠੀਆਂ ਕੀਤੀਆਂ ਜਿਹਦੇ 'ਚ ਮਮਤਾ ਬੈਨਰਜੀ ਦੀ ਪਾਰਟੀ ਹੈ, ਜਿਹਦੇ 'ਚ ਉਹਨਾਂ ਦੀ ਖੁਦ ਆਪਣੀ ਪਾਰਟੀ ਹੈ, ਜਿਹਦੇ ਵਿੱਚ ਰੀਜਨਲ ਪਾਰਟੀਆਂ ਬਾਕੀ ਵੀ ਹੈਗੀਆਂ ਨੇ, ਖੇਤਰੀ ਪਾਰਟੀਆਂ, ਉਹ ਇਕੱਠੀਆਂ ਕਰ ਲਈਆਂ ਉਹਨਾਂ ਨੇ। JNK ਤੱਕ ਇਹ ਧਮਾਕਾ ਹੋਇਆ ਜਿਸ 'ਚ ਫਾਰੂਕ ਅਬਦੁੱਲਾ ਦੀ ਨੈਸ਼ਨਲ ਕਾਂਗਰਸ ਵੀ ਹੈਗੀ ਆ ਔਰ ਉਹਦੇ ਵਿੱਚ ਸਾਰੀਆਂ ਬਾਕੀ ਪਾਰਟੀਆਂ ਦੇ ਲੋਕ ਇਕੱਠੇ ਹੋ ਗਏ ਆ। ਉਹਨਾਂ ਨੇ ਇਹ ਬਣਾ ਲਿਆ ਇਸ ਵੇਲੇ ਗੱਠ ਜੋੜ ਕਿ ਅਸੀਂ ਇਕੱਠੇ ਹੋ ਜਾਈਏ, ਜੋ ਇਹਨਾਂ ਦੀਆਂ ਮਨ ਚਲੀਆਂ ਨੇ ਜਾਂ ਜੇ ਸਾਡੇ ਵਿਰੋਧਤਾ ਕਰ ਰਹੇ ਨੇ ਉਹਨਾਂ ਨੂੰ ਰੋਕਣ ਲਈ ਅਸੀਂ ਯੂਨਾਈਟ ਹੋਵਾਂਗੇ ਤੇ ਤਦ ਰੋਕਣਾ। ਇਕੱਲੀ ਪਾਰਟੀ ਕੁਝ ਨਹੀਂ ਕਰ ਸਕਦੀ ਕਿਉਂਕਿ ਇਹ ਰੂਲਿੰਗ ਪਾਰਟੀ ਹੈ, ਵੱਡੀ ਪਾਰਟੀ ਆ। ਉਹਨਾਂ ਦਾ ਕਿਹਾ ਹਰ ਲਫ਼ਜ਼ ਜਿਹੜਾ ਉਹ ਕਾਨੂੰਨ ਬਣ ਜਾਂਦਾ। ਉਹਨਾਂ ਨੇ ਕਿਹਾ ਕਿ ਇਹਨੂੰ ਰੋਕਣ ਲਈ ਅਸੀਂ ਇਕੱਠੇ ਹੋਈਏ। ਹੁਣ ਇਹ ਲੱਗਦਾ ਕਿ ਇਕੱਠੀ ਹੋ ਰਿਹਾ, ਜਿਸ 'ਚ ਰਾਹੁਲ ਗਾਂਧੀ ਜੀ ਵੀ ਬਹੁਤ ਇਸ ਵੇਲੇ ਪੂਰੇ ਆਪਣੇ ਪੂਰੇ ਜੋਸ਼ੋ ਖਰੋਸ਼ ਨਾਲ ਤੇ ਪੂਰੀ ਸੂਝ ਨਾਲ ਅੱਗੇ ਵਧ ਰਹੇ ਆ ਔਰ ਉਹਦੇ ਵਿੱਚ ਉਹਦੇ ਮਦਰ ਵੀ ਸੋਨੀਆ ਗਾਂਧੀ ਵੀ ਆ ਕਿਉਂਕਿ ਇਹਨਾਂ ਨੇ ਇੱਕ ਵੱਡਾ ਪੈਂਤੜਾ ਬਣਾ ਲਿਆ ਕਿ ਅਸੀਂ ਜੇ ਇਕੱਠੇ ਹੋ ਜਾਵਾਂਗੇ ਤੇ ਬਚ ਜਾਵਾਂਗੇ, ਨਹੀਂ ਤੇ ਅਗਲੀ ਸਰਕਾਰ ਫਿਰ BJP ਦੀ ਹੋਊਗੀ। ਔਰ ਇਸ ਕਰਕੇ ਹੋਊਗੀ ਕਿ ਇਹਨਾਂ ਨੇ ਕੰਮ ਵੀ ਕਰ ਦਿੱਤੇ ਆ, ਲੋਕਾਂ ਨੂੰ ਖੁਸ਼ ਵੀ ਕੀਤਾ ਹੈਗਾ ਔਰ ਜੋ ਚੋਣ ਹੋਏਗੀ, ਚੋਣ ਕਮਿਸ਼ਨਰ ਵੀ ਇਹਨਾਂ ਦੀ ਆਖੀ ਮੰਨਦੇ ਵੀ ਆ ਔਰ ਇਹਦੇ ਨਾਲ ਸਾਰਾ ਕੁਝ ਹੋਏਗਾ ਵੀ। ਜੋ ਰੱਦਾ ਬਦਲ ਹੋਣੀ ਆ ਉਹ ਇਸ ਤਰ੍ਹਾਂ ਦੀ ਹੋ ਜੂ ਕਿ ਅਗਲੀ ਸਰਕਾਰ ਫਿਰ BJP ਦੀ ਹੋਊਗੀ। ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਰਾਤ ਦਿਨ ਇੱਕ ਕਰ ਦਈਏ ਤਾਂ ਕਿ ਬਚਾਂਗੇ, ਨਹੀਂ ਤਾਂ ਫਿਰ ਵਿਰੋਧੀ ਪਾਰਟੀ ਦੇ ਇਕੱਲੇ ਰਹਿ ਜਾਵਾਂਗੇ ਅਤੇ ਬਸ ਉੱਥੇ ਡਫਲੀ ਵਜਾਉਂਦੇ ਰਹਾਂਗੇ। ਇਹਨਾਂ ਦੀ ਜਿਹੜੀ ਉੱਥੇ ਸਲੋਗਨ, ਇੱਥੇ ਨਾਅਰੇਬਾਜ਼ੀ, ਜੋ ਕੁਛ ਹੋਣਾ ਉਹ ਦਿੱਲੀ ਦੇ ਤਖਤ ਤੋਂ ਦੁਬਾਰਾ ਹੋਊਗੀ ਅਤੇ ਫਿਰ 5 ਸਾਲ ਕੱਟਣੇ ਪੈਣੇ ਇਹਨਾਂ ਨੂੰ। ਬਸ ਮੈਂ ਸਾਰੀਆਂ ਗੱਲਾਂ ਵੀ ਸੁਣਦਾ, ਸਾਰੀਆਂ ਗੱਲਾਂ ਪੜ੍ਹਦਾ ਵੀ ਹਾਂ, ਦੇਖਦਾ ਵੀ ਹਾਂ। ਮੈਂ ਇੱਕ ਗੱਲ ਸੋਚਦਾ ਰਹਿਣਾ, ਭਾਰਤ ਦਾ ਕੀ ਬਣੂ, ਭਾਰਤ ਦੇ ਲੋਕਾਂ ਦਾ ਕੀ ਬਣੂ, ਭਾਰਤ ਦੇ ਲੋਕਾਂ ਦੇ ਜੀਵਨ ਦਾ ਕੀ ਬਣੂ, ਫਿਊਚਰ ਦਾ ਕੀ ਬਣੂ, ਆਉਣ ਵਾਲੀ ਪੀੜ੍ਹੀ ਦਾ ਕੀ ਬਣੂ, ਬਜ਼ੁਰਗਾਂ ਦਾ ਕੀ ਬਣੂ, ਬੱਚਿਆਂ ਦਾ ਕੀ ਬਣੂ, ਔਰਤਾਂ ਦਾ ਕੀ ਬਣੂ, ਭਾਰਤ ਦਾ ਭਵਿੱਖ ਕੀ ਬਣੂ। ਉਹ ਗੁਰਦਾਸ ਮਾਨ ਦਾ ਗਾਣਾ ਹੈਗਾ ਨਾ ਕਿ ਕੀ ਬਣੂ ਦੁਨੀਆ ਦਾ, ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ। ਉਹ ਬਸ ਵਾਹਿਗੁਰੂ ਤੇ ਛੱਡ ਦਿਓ, ਵਾਹਿਗੁਰੂ ਹੀ ਹੈ, ਉਹ ਤੇ ਛੱਡ ਦਿਓ। ਬਾਕੀ ਬੰਦੇ ਦੇ ਬਸ ਕੋਈ ਨਹੀਂ ਹੈਗਾ। ਬੰਦੇ ਦੇ ਵਾਸਤੇ ਵੋਟ ਪਾਉਣਾ ਹੁੰਦਾ, ਇੱਕ ਵਾਰੀ ਵੋਟ ਪਾ ਕੇ ਜੇ ਭੁੱਲ ਗਿਆ ਤੇ 5 ਸਾਲ ਫਿਰ ਬਸ ਜੋ ਹੁਣ ਆ ਦੇਖੋ ਨਾ, ਵੋਟ ਦੀ ਗੱਲ ਤੁਸੀਂ ਕੀਤੀ ਹੈ ਤੇ ਬਰਤਾਨੀਆ ਦੀਆਂ ਵੋਟਾਂ ਦਾ ਹੁਣ ਨਤੀਜਾ ਆਉਣਾ ਹੈ। ਬਿਲਕੁਲ ਕਿ ਨਵੇਂ ਪ੍ਰਧਾਨ ਮੰਤਰੀ ਕੌਣ ਬਣਦੇ ਨੇ, ਹੈ ਨਾ। ਮੈਡਮ ਟਰਸ ਆਉਣਗੇ ਕਿ ਸਾਡੇ ਸੁਨਕ ਸਾਹਿਬ ਆਉਣਗੇ। ਦੇਖੋ ਜੀ, ਇਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਇਸ ਵੇਲੇ ਆ ਵੇਖ ਰਿਹਾ ਕਿ ਉਹਦਾ ਬਹੁਤ ਵੱਡੀ ਚੜ੍ਹਦੀ ਕਲਾ ਹੈਗੀ ਆ ਔਰ ਉਹਦੇ ਵਿੱਚ ਪਹਿਲਾਂ ਤਾਂ ਸੋਨਕ ਰਿਸ਼ੀ ਜੀ ਦਾ ਰੌਲਾ ਪੈ ਰਿਹਾ ਸੀਗਾ, ਪਰ ਦੇਖੋ ਬਾਹਰੋਂ ਜਾ ਕੇ ਤੁਸੀਂ ਰਾਜ ਲੈਣਾ, ਰਾਜ ਕਮਾਉਣਾ ਬੜਾ ਔਖਾ ਹੁੰਦਾ, ਬਹੁਤ ਔਖਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜੇ ਪਸ਼ਾਵਰ ਤੱਕ ਜੇ ਲਾਹੌਰ ਤੋਂ ਅੱਗੇ ਤੱਕ ਚਲੇ ਗਏ ਸੀਗੇ, ਹੈ ਨਾ, ਜਿੱਥੇ ਤੱਕ ਮੁਗਲਾਂ ਦਾ ਰਾਜ ਸੀਗਾ, ਪਰ ਦੇਖੋ ਉੱਥੇ ਨਹੀਂ ਟਿਕੇ, ਫਿਰ ਆਉਣਾ ਪਿਆ। ਫਿਰ ਉਹਨਾਂ ਨੂੰ ਲਾਹੌਰ ਆਪਣੀ ਰਾਜਧਾਨੀ ਬਣਾਉਣੀ ਪਈ, ਉੱਥੇ ਕਿਲੇ ਬਣਾ ਲਏ ਔਰ ਪੰਜਾਬ ਵਿੱਚ ਉਹਨਾਂ ਨੇ ਜਿਹੜੇ ਆ ਅੰਗਰੇਜ਼ਾਂ ਨੂੰ ਬਾਅਦ 'ਚ ਵੜਨ ਦਿੱਤਾ, ਪਹਿਲੋਂ ਡਾਂਗ ਛੋਟਾ ਉਹਨਾਂ ਨੂੰ ਕੀਤਾ। ਪਹਿਲੋਂ ਉਹਨਾਂ ਨੂੰ ਸੰਧੀ ਹੋ ਗਈ ਕਿ ਤੁਸੀਂ ਪੰਜਾਬ ਵੱਲ ਨਾ ਅੱਖ ਧਰਿਓ, ਪਰ ਪੰਜਾਬ ਦਾ ਜਿਹੜਾ ਨਕਸ਼ਾ ਹੈ ਲਾਲ ਨਹੀਂ ਹੋਊਗਾ। ਪਰ ਹੁਣ ਦੇਖੋ ਉਹ ਸੋਨਕ ਜੀ ਉੱਥੇ ਬੈਠੇ ਨੇ ਇੰਗਲੈਂਡ, ਪਰ ਜਿਹੜੇ ਹੈਗੇ ਨੇ ਟਰਸਟ ਉਹ ਤਾਂ ਉੱਥੋਂ ਦੇ ਵਸਨੀਕ ਨੇ ਔਰ ਉੱਥੋਂ ਦੇ ਮੰਤਰੀ ਵੀ ਰਹੇ ਆ ਔਰ ਸਾਰਾ ਕੁਛ ਉਹ ਜਾਣਦੇ ਵੀ ਹੈਗੇ। ਇਹਨਾਂ ਨੇ ਤਾਂ ਵੈਸੇ ਉੱਥੇ ਸਹੂਲਤਾਂ ਵੀ ਲਾਗੂ ਕਰ ਲਿਆ। ਆ ਜਿਹੜੀ ਬਿਜਲੀ ਦੀ ਪੰਜਾਬ ਚੱਲ ਰਹੀ ਹੈ ਨਾ, ਉੱਥੇ ਵੀ ਚਲੇ ਗਈ ਹੈ। ਉੱਥੇ ਵੀ ਕਿਹਾ ਕਿ ਤੁਹਾਨੂੰ ਕੇਜਰੀਵਾਲ ਸਾਹਿਬ ਤੋਂ ਕਾਫੀ ਪ੍ਰਭਾਵਿਤ ਹੋਏ। ਵੇਖੋ ਇੰਗਲੈਂਡ 'ਚ ਵੀ ਗੱਲ ਚਲੇ ਗਈ ਆ। ਅਸੀਂ ਇੰਗਲੈਂਡ ਨੂੰ ਫਾਲੋ ਕਰਦੇ ਸੀ ਪਹਿਲੋਂ, ਪਰ ਹੁਣ ਪੰਜਾਬ ਨੂੰ ਇੰਗਲੈਂਡ ਫਾਲੋ ਕਰਦਾ। ਦੇਖੋ ਉੱਥੇ ਇੱਕ ਸਹੂਲਤ ਚਲੇ ਗਈ ਹੈ, ਪਰ ਜਿਹੜੀਆਂ ਸਹੂਲਤਾਂ ਦਾ ਜਿਹੜੀ ਬਾਕੀ ਫਰਿਸ਼ਤ ਹੈ ਜਾਂ ਲਿਸਟ ਆ, ਉਹ ਟਰਸਟ ਨੇ ਨਹੀਂ ਗੱਲ ਕੀਤੀ, ਉਹਨਾਂ ਨੇ ਚੁੱਪ ਕੀਤੀ ਹੈ। ਉਹਨਾਂ ਨੇ ਆਪਣੇ ਪੰਜਾਬ ਤੋਂ ਹੀ ਨੇ, ਉਹਨਾਂ ਦਾ ਜੋ ਪਿਛੋਕੜ ਹੈ, ਪਿਛੋਕੜ ਤਾਂ ਪੰਜਾਬ ਸੋਨਕ ਸਾਹਿਬ ਦਾ ਦਾਦਾ ਜੀ ਚਲੇ ਗਏ ਸੀ ਅਫਰੀਕਾ, ਫਿਰ ਉਸ ਤੋਂ ਬਾਅਦ ਆ ਗਏ ਬ੍ਰਿਟਾਨੀਆ, ਇੰਗਲੈਂਡ ਦੇ ਵਿੱਚ, ਫਿਰ ਉੱਥੇ ਹੀ ਉਹਨਾਂ ਦਾ ਜਨਮ ਹੁੰਦਾ ਹੈ ਔਰ ਇਨਫੋਸਿਸ ਦੇ ਜਿਹੜੇ ਉਦਯੋਗਪਤੀ ਨੇ ਉਹਨਾਂ ਦੀ ਬੇਟੀ ਨਾਲ ਸ਼ਾਦੀ ਹੁੰਦੀ ਹੈ ਇਹਨਾਂ ਦੀ, ਤੇ ਇਹਨਾਂ ਦੀਆਂ 2 ਬੇਟੀਆਂ ਨੇ। ਸੋ ਉੱਥੇ ਹੀ ਪੜ੍ਹੇ ਲਿਖੇ, ਲੰਡਨ ਸਕੂਲ ਆਫ ਕਾਮਰਸ ਤੋਂ, ਤੇ ਵਿੱਤ ਮੰਤਰੀ ਰਹੇ। ਫਿਰ ਜਦੋਂ ਜੌਨਸਨ ਸਾਹਿਬ ਨੇ ਰਿਜ਼ਾਈਨ ਕੀਤਾ, ਉਸ ਤੋਂ ਪਹਿਲਾਂ ਫਿਰ ਇਹ ਵੀ ਫਿਰ ਇਹਨਾਂ ਨੇ ਵੀ ਰਿਜ਼ਾਈਨ, ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ। ਤੇ ਜੌਨਸਨ ਸਾਹਿਬ ਨੇ ਫਿਰ ਓਪਨਲੀ ਕਹਿ ਦਿੱਤਾ ਕਿ ਹੋਰ ਕਿਸੇ ਨੂੰ ਵੀ ਲੈ ਆਓ, ਹੋਰ ਕਿਸੇ ਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ, ਪਰ ਸੋਨਕ ਜੀ ਨੂੰ ਸਪੋਰਟ ਨਹੀਂ ਕਰਨਾ। ਉਹ ਫਿਰ ਉਹੀ ਗੱਲ ਆ ਜਾਏਗੀ ਨਾ, ਰੇਸਿਜ਼ਮ ਦੀ ਗੱਲ ਆ ਜਾਏਗੀ, ਉਹ ਆਉਂਦੀ ਹੈ ਕਿ ਉਹ ਬ੍ਰਿਟਿਸ਼ ਨਹੀਂ ਹੈਗੇ, ਬਾਹਰ ਤੋਂ ਨੇ, ਕਿਉਂਕਿ ਉਹ ਹਰ ਥਾਂ ਤੇ ਹੁੰਦਾ ਕਿ ਬਾਹਰ ਦਾ ਬੰਦਾ ਕਿਉਂ ਆਏਗਾ, ਨਹੀਂ ਹੋਣ ਦਿੰਦਾ ਕੋਈ। ਸੋ ਅੱਜ ਫੈਸਲਾ ਹੋ ਜਾਣਾ ਔਰ ਕਹਿੰਦੇ ਨੇ ਕਿ ਕੁਝ ਘੰਟੇ ਪਹਿਲਾਂ ਹੀ ਦੋਵਾਂ ਨੂੰ ਪਤਾ ਲੱਗ ਜਾਣਾ, ਟਰਸਟ ਜੀ ਨੂੰ ਵੀ ਔਰ ਸੋਨਕ ਜੀ ਨੂੰ ਵੀ ਪਤਾ ਲੱਗ ਜਾਣਾ ਵੀ ਹੈ, ਲੱਗਿਆ ਵੀ ਹੈ ਕੌਣ, ਔਰ ਲੱਗਦਾ ਵੀ ਇਹ ਹੈ ਕਿ ਮੈਡਮ ਟਰਸਟ ਨਹੀਂ ਆਉਣਾ, ਉਹ ਨਹੀਂ ਆਉਣਾ, ਉਹ ਲੱਗ ਹੀ ਰਿਹਾ ਹੈ। ਸੋ ਫਿਰ ਵੀ
ਆਪਾਂ ਚਲੋ ਫਿਰ ਵੀ ਵਧਾਈ ਦੇ ਪਾਤਰ ਬਣਾਂਗੇ ਜੇ ਬਣ ਜਾਂਦੇ ਆ ਨਾ ਉਹ ਉੱਥੋਂ ਦੇ ਪ੍ਰਧਾਨ ਮੰਤਰੀ ਤੇ ਪੂਰਾ ਪੰਜਾਬ ਪੂਰਾ ਹਿੰਦੁਸਤਾਨ। ਵੱਡੀ ਗੱਲ ਹੈ। ਰੇਸ ਵਿੱਚ ਤਾਂ ਦੌੜੇ ਨੇ ਨਾ। ਨਹੀਂ, ਨਾਲੇ ਇਹ ਵੀ ਹੈਗਾ ਕਈ ਫਿਲਮਾਂ 'ਚ ਵੀ ਹੈਗਾ ਕਿ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਅਸੀਂ ਕਿਉਂ ਨਹੀਂ ਉਹਨਾਂ ਤੇ ਰਾਜ ਕਰਦੇ। ਬੜੀ ਪੰਜਾਬੀ ਫਿਲਮ ਹੈਗੀਆਂ ਜਿਹਦੇ ਵਿੱਚ ਬੜੇ ਪੰਜਾਬੀ ਇਹ ਗੱਲ ਕਹਿੰਦੇ ਆ, ਉੱਥੇ ਅੰਗਰੇਜ਼ ਵੀ ਬਣ ਕੇ ਆਉਂਦੇ ਆ, ਉਹਨਾਂ ਨੂੰ ਕਹਿੰਦੇ ਕਿ ਇਹਨਾਂ ਨੂੰ ਬਾਹਰ ਕੱਢੋ, ਇਹਨਾਂ ਨੇ ਸਾਨੂੰ ਅੱਗੇ ਬੜਾ ਤੰਗ ਕੀਤਾ ਸੀਗਾ। ਪਰ ਜੇ ਸਾਡੇ ਇਹ ਸੂਨਕ ਜੀ ਬਣ ਜਾਂਦੇ ਆ ਦੁਬਾਰਾ ਪ੍ਰਧਾਨ ਮੰਤਰੀ ਤੇ ਬੜੀ ਇਹ ਗਿਵ ਐਂਡ ਟੇਕ ਵਾਲੀ ਗੱਲ ਹੈ ਕਿ ਜੇ ਉਹਨਾਂ ਨੇ ਰਾਜ ਕੀਤਾ ਤਾਂ ਅਸੀਂ ਵੀ ਕਰਾਂਗੇ। ਜੇ ਆਪਾਂ ਫਿਲਮੀ ਭਾਸ਼ਾ 'ਚ ਗੱਲ ਕਰੀਏ ਨਾ, ਆਸਕਰ ਅਵਾਰਡ ਜਦੋਂ ਮਿਲਦਾ ਹੈ ਤਾਂ 5 ਬੰਦੇ ਨੋਮੀਨੇਟ ਹੋਏ, ਜਿੱਤਣਾ ਤਾਂ ਇੱਕ ਨਹੀਂ ਹੈ ਪਰ ਨੋਮੀਨੇਟ ਤਾਂ ਹੋਏ ਨਾ। ਐਡੀ ਦੌੜ 'ਚ ਤਾਂ ਇਹਨਾਂ ਨੇ ਭਾਗ ਲਿਆ, ਬਹੁਤ ਵੱਡੀ ਗੱਲ। ਹਾਂ, ਜਿੱਤਣਾ ਹਾਰਨਾ ਦੇ ਦੌੜ 'ਚ ਇੱਕ ਨੇ ਤਾਂ ਜਿੱਤਣਾ ਹੀ ਹੁੰਦਾ, ਇੱਕ ਨੇ ਹਾਰਨਾ ਹੁੰਦਾ, ਪਰ ਦੌੜੇ ਤਾਂ ਹੈਗੇ ਨਹੀਂ ਨਾ। ਜਿਹਦਾ ਇੱਕ ਸਟੈਪ ਅੱਗੇ ਚਲੇ ਗਿਆ, ਜਿਹਨੇ ਅੱਗੇ ਟੱਚ ਕਰ ਲਿਆ ਉਹ ਤਾਂ ਲੈ ਗਿਆ, ਉਹ ਜੇਤੂ ਹੋ ਗਿਆ। ਬਿਲਕੁਲ, ਜਿਹੜਾ ਦੌੜ ਪਿੱਛੇ ਰਹਿ ਗਿਆ ਤਾਂ ਉਹ ਦੌੜ ਵਿੱਚ ਤੇ ਹਿੱਸਾ ਲਿਆ ਨਾ, ਰੇਸ ਵਿੱਚ ਤੇ ਦੌੜੇ ਨੇ। ਇਹ ਵੀ ਬੜੀ ਮਾਣ ਦੀ, ਇਹ ਵੀ ਬੜੀ ਮਾਣ ਦੀ ਗੱਲ ਹੈ ਸਾਡੇ ਵਾਸਤੇ। ਹਾਂ। ਸੋ ਬਰਾਕ ਓਬਾਮਾ ਸਾਹਿਬ ਨੂੰ ਦਸਤਾਵੇਜ਼ੀ ਆਰ ਗ੍ਰੇਟ ਨੈਸ਼ਨਲ ਪਾਰਕਸ ਲਈ ਐਮੀ ਅਵਾਰਡ ਮਿਲਿਆ। ਉਹਦੇ 'ਚ ਉਹਨਾਂ ਨੇ ਆਵਾਜ਼ ਦਿੱਤੀ ਹੈ। ਉਹਨਾਂ ਨੇ ਇੱਕ ਵਾਰੀ ਪਹਿਲਾਂ ਵੀ ਐਮੀ ਅਵਾਰਡ ਮਿਲ ਚੁੱਕਾ ਹੈ, ਆਪਣੀ ਬੁੱਕ 'ਤੇ ਵੀ ਉਹਨਾਂ ਨੂੰ ਅਵਾਰਡ ਮਿਲੇ ਨੇ, ਉਹਨਾਂ ਦੀ ਵਾਈਫ ਨੂੰ ਵੀ ਅਵਾਰਡ ਮਿਲੇ ਨੇ। ਸੋ ਇਹ ਦੂਸਰੇ ਰਾਸ਼ਟਰਪਤੀ ਨੇ ਜਿਨ੍ਹਾਂ ਨੂੰ ਐਮੀ ਅਵਾਰਡ ਮਿਲਿਆ। ਇੱਕ ਰਾਸ਼ਟਰਪਤੀ ਨੂੰ 1956 'ਚ ਮਿਲਿਆ ਸੀ, ਉਹਨਾਂ ਦਾ ਨਾਮ ਮੈਨੂੰ ਚੇਤੇ ਨਹੀਂ ਆ ਰਿਹਾ। ਕੋਈ ਗੱਲ ਨਹੀਂ। ਹਾਂ, ਜਿਹੜਾ ਹੁਣ ਮਿਲਿਆ ਸੀ ਬਰਾਕ ਓਬਾਮਾ ਜੀ ਨੂੰ ਮਿਲ ਗਿਆ, ਇਸ ਵਾਰ ਬਰਾਕ ਓਬਾਮਾ ਜੀ ਨੂੰ ਮਿਲਿਆ। ਉਹ ਬੜੀ ਵੱਡੀ ਗੱਲ ਹੈ ਕਿਉਂਕਿ ਇਹਨਾਂ ਨੇ ਵੈਸੇ ਕੰਮ ਵੀ ਬਹੁਤ ਕੀਤਾ ਪਹਿਲਾਂ ਵੀ, 2 ਟਰਮ ਜਿਹੜਾ ਅਮਰੀਕਾ ਦੇ ਰਹੇ ਪ੍ਰੈਜ਼ੀਡੈਂਟ, ਔਰ ਇਹਨਾਂ ਦਾ ਕੰਮ ਬੋਲਦਾ ਜੋ ਕੁਝ ਕਰਦੇ ਆ। ਪਰ ਇਹ ਜਿਹੜੇ ਇਹ ਆਹ ਕੰਮ ਕੀਤਾ ਇਹਨਾਂ ਨੇ, ਇਹਨਾਂ ਦਾ ਲੜੀਵਾਰ ਹੈਗਾ ਉਹ ਜਿਹੜੀ ਦਸਤਾਵੇਜ਼ੀ ਹੈ ਜਿਹਦੇ 'ਚ ਇਹਨਾਂ ਦੀ ਵਾਇਸ ਗਈ ਹੈ, ਆਵਾਜ਼ ਦਿੱਤੀ ਇਹਨਾਂ ਨੇ। ਔਰ ਇਹਦੇ ਵਿੱਚ ਅੱਜ ਤੋਂ ਨਹੀਂ ਕਈ ਵਾਰੀ ਪਹਿਲਾਂ ਵੀ ਚੱਲਦਾ ਰਿਹਾ ਇਹਨਾਂ ਦੀ ਆਪਣੀ ਕੰਪਨੀ ਨੇ ਬਣਾਈ ਹੈ ਦਸਤਾਵੇਜ਼ੀ, ਇਹਨਾਂ ਦੀ ਆਪਣੀ ਕੰਪਨੀ ਹੈ। ਔਰ ਇਹਨਾਂ ਦੇ ਵਿੱਚ ਜਿਹੜੀ ਇਹ ਕ੍ਰੀਏਟਿਵ ਇੱਕ ਇਸ ਤਰ੍ਹਾਂ ਦਾ ਆਰਟ ਹੈਗਾ ਜਿਹੜਾ ਇਹਨਾਂ ਨੇ ਕੰਮ ਕਰਨਾ ਜਾਣਦੇ ਆ। ਕਿਉਂਕਿ ਜਦੋਂ ਇਹਨਾਂ ਨੂੰ ਸੈਕੰਡ ਟਰਮ ਮਿਲੀ ਸੀ ਉਹਦੇ 'ਚ ਯੂਥ ਇਹਨਾਂ ਨਾਲ ਸਾਰੇ ਜੁੜ ਗਏ ਸੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬੰਦੇ ਬੜੇ ਜਿਹੜੇ ਕੰਮ ਕਰਨ ਯੋਗ ਨੇ, ਕੰਮ ਕਰਦੇ ਆ ਔਰ ਸੱਚੇ ਆ, ਔਰ ਜੋ ਕੰਮ ਕਹਿੰਦੇ ਉਹ ਕਰ ਹੀ ਦਿੰਦੇ ਆ। ਸੋ ਮੈਨੂੰ ਇੱਕ ਚੀਜ਼ ਦੀ ਬੜੀ ਖੁਸ਼ੀ ਹੈ ਕਿ ਓਬਾਮਾ ਸਾਹਿਬ ਵੀ ਸਾਡੇ ਵਕਤ ਮੀਡੀਆ ਨਾਲ ਹੀ ਜੁੜੇ ਹੋਏ ਨੇ। ਮੀਡੀਆ ਨਾਲ ਵਾਕਿਆ ਕਿਉਂਕਿ ਵਾਇਸ ਓਵਰ ਤਾਂ ਅਸੀਂ ਕਰਦੇ ਮੀਡੀਆ ਤੇ, ਆਪ ਸਕ੍ਰਿਪਟ ਲੈ ਕੇ ਆਪ ਹੀ ਡਾਕੂਮੈਂਟਰੀ ਤੇ ਬੋਲਦੇ ਆ, ਆਪ ਹੀ ਕਰਦੇ ਆ। ਇੱਕ ਪਹਿਲਾਂ ਵੀ ਮਾਨਯੋਗ ਇਹਨਾਂ ਦੇ ਰਾਸ਼ਟਰਪਤੀ ਰਹੇ ਨੇ ਅਮਰੀਕਾ ਦੇ, ਰੀਗਨ ਸਾਹਿਬ, ਉਹ ਵੀ ਐਕਟਰ ਰਹੇ ਨੇ। ਸੋ ਠੀਕ ਹੈ, ਆਰਟਿਸਟ ਵਰਡ ਤੋਂ ਵੀ ਉਹੀ ਹੈ ਹੋਣੇ ਚਾਹੀਦੇ ਨੇ। ਸਾਨੂੰ ਨੇੜਤਾ ਇਸ ਕਰਕੇ ਹੋ ਗਈ ਕਿ ਵਾਇਸ ਓਵਰ ਕਰਦੇ ਨੇ, ਤੇ ਆਵਾਜ਼ 'ਚ ਵੈਸੇ ਦਮ ਵੀ ਹੈਗਾ, ਬੇਸ ਵੀ ਹੈਗਾ। ਜਿਸ ਤਰ੍ਹਾਂ ਆਪਣੇ ਹਿੰਦੀ ਖਬਰਾਂ ਪੜ੍ਹਦੇ ਦੇਵਕੀ ਨੰਦਨ ਪਾਂਡੇ, ਬੜੇ ਪੁਰਾਣੀ ਗੱਲ ਹੈਗੀ, ਉਹਨਾਂ ਦਾ ਨਾਮ ਬੜਾ ਅੱਛਾ ਹੁੰਦਾ ਸੀਗਾ। ਔਰ ਪੰਜਾਬੀ ਬੋਲਣ ਵਾਲੇ ਵੀ ਬਹੁਤ ਹੈਗੇ ਆ, ਔਰ ਉਹਦੇ 'ਚ ਮੈਂ ਆਪ ਖੁਦ ਵਾਇਸ ਓਵਰ ਕਰਦਾ ਰਿਹਾ, ਔਰ ਸਕ੍ਰਿਪਟ ਲਿਖਣਾ ਵੀ ਆਉਂਦਾ ਸੀ, ਲਿਖ ਦਿੰਦਾ ਹੁੰਦਾ ਸੀ। ਔਰ ਉਹਨਾਂ 'ਤੇ ਡਾਕੂਮੈਂਟਰੀ ਪੰਜਾਬ ਦੇ ਫੋਕ 'ਤੇ ਇੱਦਾਂ ਦੀ ਡਾਕੂਮੈਂਟਰੀ ਬਣਾਈਆਂ। ਔਰ ਤੁਹਾਡੇ ਨਾਲ ਆਪਾਂ ਮੀਡੀਆ 'ਤੇ ਗੱਲਾਂ ਵੀ ਕਰਦੇ ਰਹੇ, ਔਰ ਗੱਲਾਂ ਸਾਡੀਆਂ ਲੋਕ ਪਸੰਦ ਕਰਦੇ ਵੀ ਰਹੇ ਆ। ਹੁਣ ਤਾਂ ਅਸੀਂ ਸਾਰੇ ਹੀ ਪੰਜਾਬ ਮੇਲ USA TV ਚੈਨਲ 'ਤੇ ਅਸੀਂ ਗੱਲ ਕਰ ਰਹੇ ਹਾਂ, ਪਰ ਜਦੋਂ ਅਸੀਂ ਨੈਸ਼ਨਲ 'ਤੇ ਜਾਂ ਟੈਲੀਵਿਜ਼ਨ 'ਤੇ ਦੂਰਦਰਸ਼ਨ 'ਤੇ ਗੱਲਾਂ ਕਰਦੇ ਸੀ, ਉਹ ਡਾਕੂਮੈਂਟਰੀਆਂ ਸਾਨੂੰ ਅੱਜ ਬਰਾਕ ਓਬਾਮਾ ਦੀ ਇਸ ਆਜ਼ਾਦ ਨੂੰ ਦੁਬਾਰਾ ਸਰਜੀਤ ਕਰਦੀਆਂ ਕਿ ਇਹਨਾਂ ਨੇ ਵਾਕਈ ਉਹ ਕੰਮ ਕੀਤਾ, ਇੱਕ ਵੱਡੀ ਪੋਸਟ ਤੋਂ ਆ ਕੇ, ਔਰ ਇਸ ਤਰ੍ਹਾਂ ਦੇ ਕ੍ਰੀਏਟਿਵ ਕੰਮ ਨਾਲ ਇੱਦਾਂ ਦੀ ਸਿਰਜਣਾ ਕਰਨੀ ਔਰ ਅਵਾਰਡ ਲੈ ਲੈਣਾ ਹੈ ਨਾ, ਉਹ ਬੜੀ ਵੱਡੀ ਗੱਲ ਹੈ। ਔਰ ਦੇਖੋ ਇਹ ਵੇਲੇ ਨਹੀਂ ਕਦੀ ਪੈਂਦੇ ਔਰ ਕੰਮ ਕਰਦੇ। ਸਹੀ ਗੱਲ ਹੈ, ਵੇਲੇ ਬਹਿਣਾ ਵੀ ਨਹੀਂ ਚਾਹੀਦਾ, ਬਲਕਿ ਅਸੀਂ ਸਾਰੇ ਮੀਡੀਆ ਦੇ ਲੋਕ ਜੋ ਪ੍ਰੈਜ਼ੈਂਟ ਕਰਦੇ ਆ ਪ੍ਰੋਗਰਾਮ, ਕਿਤੇ ਨਾ ਕਿਤੇ ਮੌਕੇ ਦੇ ਉੱਤੇ ਵੌਇਸ ਓਵਰਸ ਵੀ ਕਰਦੇ ਆ, ਬਿਹਾਈਂਡ ਦਾ ਕੈਮਰਾ ਜਾ ਕੇ ਆਵਾਜ਼ ਵੀ ਦਿੰਦੇ ਆ, ਸਭ ਕੁਝ ਹੈ। ਕਿਉਂਕਿ ਇਹ ਮਿਕਸ ਹੈ, ਇੱਕੋ ਹੀ ਘਟਨਾ ਹੈ ਜਿਹਦੇ ਵੱਖ-ਵੱਖ ਰੂਪ ਨੇ, ਵੱਖ-ਵੱਖ ਪ੍ਰੈਜ਼ੈਂਟੇਸ਼ਨਸ ਨੇ, ਵੱਖ-ਵੱਖ ਐਕਸਪ੍ਰੈਸ਼ਨਸ ਨੇ। ਗੱਲ ਤਾਂ ਸਿਨੇਮਾ ਦੀ ਹੋ ਰਹੀ ਹੈ, ਤਾਂ ਸਿਨੇਮਾ ਬਰਾਕ ਓਬਾਮਾ ਸਾਹਿਬ ਵੀ ਇਸ ਚੀਜ਼ ਨਾਲ ਜੁੜੇ ਹੋਏ ਨੇ, ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ। ਜ਼ਰੂਰ। ਸੋ ਹੁਣ ਉਹਨਾਂ ਨੂੰ ਵਧਾਈ ਦਿੰਦੇ ਆ ਕਿ ਉਹਨਾਂ ਨੇ ਇਹ ਇਨਾਮ ਜਿੱਤਿਆ, ਤੇ ਸਾਰੇ ਅਮਰੀਕਾ ਵਾਸੀਆਂ ਨੂੰ ਵੀ ਵਧਾਈ ਦਿੰਦੇ ਆ। ਤੇ ਹੁਣ ਚੱਲਿਆ ਜਾਏ। ਬਿਲਕੁਲ, ਬਹੁਤ ਵਧੀਆ ਗੱਲਾਂ ਹੋਈਆਂ, ਲੋਕਾਂ ਤੱਕ ਅਸੀਂ ਪਹੁੰਚੇ ਹਾਂ, ਸਾਡੇ ਦਰਸ਼ਕਾਂ ਨੇ ਇਹ ਗੱਲਾਂ ਸੁਣੀਆਂ ਵੀ ਆ, ਔਰ ਅਸੀਂ ਸਾਰੇ ਦਰਸ਼ਕਾਂ ਦਾ ਸਤਿਕਾਰ ਵੀ ਕਰਦੇ ਹਾਂ, ਦਿਲੋਂ ਮੁਹੱਬਤ ਵੀ ਕਰਦੇ ਹਾਂ ਕਿ ਸਾਡੇ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਵੇਖਦੇ ਰਹਿਣ। ਤੇ ਤੁਸੀਂ ਵੀ ਕੁਝ ਕਹੋ ਆਪਣੇ। ਬਸ ਮੈਂ ਇਹ ਕਹਾਂਗਾ ਕਿ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਜ਼ਰੂਰ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।